ਜੀ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਅਸਲਾਮ ਵਾਲੇਕੁਮ। ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਂਗੇ। ਪ੍ਰੋਗਰਾਮ ਦਾ ਨਾਂ ਅੱਜ ਦਾ ਮਹਿਮਾਨ ਹੈ ਔਰ ਮੇਰਾ ਨਾਲ ਹੀ ਉਸਮਾਨ ਬਾਜਵਾ, ਮੇਰੇ ਨਾਲ ਮੌਜੂਦ ਨੇ ਡਾਕਟਰ ਮੁਤਜੱਲਾ ਔਰ ਇੱਕ ਨਵਾਂ ਦਿਹਾੜਾ ਹੈ ਔਰ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ ਔਰ ਨਵੇਂ ਪ੍ਰਾਹੁਣੇ ਹੋਣਗੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਦੋਸਤੋ, ਦੁਨੀਆ ਸਾਰੀ ਦੇ ਵਿੱਚ ਬਹੁਤ ਜ਼ਿਆਦਾ ਮੁਲਕ ਨੇ ਔਰ ਹਰ ਮੁਲਕ ਦੇ ਕੋਲ ਕੋਈ ਨਾ ਕੋਈ ਕਮੋਡਿਟੀ ਹੁੰਦੀ ਹੈ ਜਿਹਦੇ ਤੇ ਉਹਨਾਂ ਦੀ ਇਕੋਨੋਮੀ ਕਿਤੇ ਨਾ ਕਿਤੇ ਖਲੋਤੀ ਹੁੰਦੀ ਹੈ। पाकिस्तान को ज़राई एक मुल्क है और ज़रात वास्ते बड़े ही फॉल जड़ा है, ज़मीन भी और फ़ज़ा भी और मिट्टी भी और सारा कुछ ही किसान भी साढ़े कोल ने और एक अरसे तो असी इहदे उत्ते ही बेस करने। लेकिन पिछले कुछ अरसे तो वेख्या गया है कि फी एकड़ पैदावार जिहड़ी है वो पंजाबी किसानां दी थोड़ी जी घट गई है और सिंध दे विच भी इसे तरह ही है। लेकिन इहदे जिहड़े आंढ गुआंढ दे मुल्क ने और बाकी सारी दुनिया जिहड़ी है वो उसे ही ज़मीन दे विच उन्ने ही रिसोर्सिस नाल ज़्यादा फसल लै रही है। क्यों ਤੁਹਾਨੂੰ ਕੀ ਲੱਗਦਾ ਸਾਡੇ ਕਿਸਾਨਾਂ ਨੇ ਕੰਮ ਕਰਨਾ ਘੱਟ ਕਰਤਾ ਹੈ? नहीं, बिल्कुल काम तो वो पहले जिन्ना ही करते हैं बल्कि पहले तो ज़्यादा कर रहे हैं। लेकिन कुछ होर फैक्टर्स ने ਤੇ ਉਹ ਕੀ ਨੇ? वो फैक्टर्स ये ने कि दुनिया के नाल बदलना बहुत ज़्यादा ज़रूरी है। जिवें टैक्नोलॉजी बदली और लैंडलाइन तो असी मोबाइल तक आए हैं और टच मोबाइल असी वेखिया। इस तरह ज़रात जिहड़ी वो पहलां टग्गियां नाल हुंदी सी, हुण किते ट्रैक्टर नाल हुंदी है। लेकिन हुण ट्रैक्टर तो अगे दी गल साडे सामने आ गई है। जिवें लेज़र नाल पहलां ज़मीन सीधी कीती जांदी है, लैवलिंग कीती जांदी है, पानी जिहड़ा है घट तो घट इस्तेमाल करना है और बीं दी जिहड़ी मॉडिफिकेशन है जिहदे बारे तुसीं ऑफर भी किते ना किते दस रहे सो साडे वेखण वालिआं नाल साझा करो। ਬਿਲਕੁਲ ਜੀ, ਜ਼ਰਈ ਸਾਇੰਸਦਾਨਾਂ ਨੇ ਇਹੋ ਜਿਹੇ ਬੀ ਕੱਢ ਲਏ ਨੇ ਜਿਹੜੇ ਬਹੁਤ ਕਮ ਪਾਣੀ ਵਿੱਚ ਵੀ ਆਪਣੀ ਅੱਛੀ ਫਸਲ ਦੇ ਸਕਦੇ ਨੇ, ਜਿਹੜੇ ਪੈਸਟਸ ਤੋਂ ਬਿਹਤਰ ਬਚਾਓ ਦਿੰਦੇ ਨੇ ਔਰ ਜਿਨ੍ਹਾਂ ਨੂੰ ਖਾਦ ਔਰ ਸਪਰੇ ਦੀ ਬਹੁਤ ਜ਼ਿਆਦਾ ਲੋੜ ਨਹੀਂ ਪੈਂਦੀ। ਤੇ ਸਾਡੇ ਕਿਸਾਨਾਂ ਨੂੰ ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਫਟਾਫਟ ਉਹਨਾਂ ਜ਼ਰਈ ਸਾਇੰਸਦਾਨਾਂ ਨਾਲ ਰਾਬਤਾ ਕਰਨ ਤਾਂ ਕਿ ਫੀ ਏਕੜ ਪੈਦਾਵਾਰ ਵਧਾ ਸਕਣ, ਉਹਨਾਂ ਦੇ ਖਰਚੇ ਘਟਣ ਤੇ ਮੁਨਾਫਾ ਵਧੇ। बिल्कुल इस तरह ही। और ये कुछ होर फैक्टर्स भी नहीं कि असी सदियां तो दो फसलां उगाने, एक कणक है तो एक मुंजी है। और जट जिहड़े ने या किसान जिहड़े ने कोशिश करते हैं कि ट्रडिशनल फसलां उगाण और बाकी फसलां उन्हां दा ध्यान थोड़ा घट हुंदा है। लेकिन असी अगर कपाह उगाईए, कमाद उगाईए, सोयाबीन, सूरजमुखी या इस तरह ਦੀਆਂ होर फसलां जिवें जैतून आ गया मुल्क दे विच, वो घट पानी इस्तेमाल हुंदा दे विच और एक खुला पानी ला देने का तरीका होंदा है और एक जिहड़ा है वो छट्टियां वाला पानी होंदा है, पाइप जो पहला सैट कर दिते जाते हैं। और एक ਮੈਨੂੰ ਲੱਗਦਾ ਹੈ ਅਲੀ ਸਾਹਿਬ ਕਿ ਮੁੰਜੀ ਵੀ ਲਾਈ ਜਾ ਸਕਦੀ ਹੈ ਅਗਰ ਜਦੀਦ ਅਸੂਲਾਂ ਨੂੰ ਜ਼ੇਰੇ ਗੌਰ ਰੱਖਿਆ ਜਾਏ। ਕਿਉਂਕਿ ਪਾਕਿਸਤਾਨ ਦੀ ਪੈਦਾਵਾਰ ਮੁੰਜੀ ਦੀ ਪਿਛਲੇ ਸਾਲ ਤੋਂ ਇਸ ਸਾਲ 23% ਵੱਧ ਗਈ ਹੈ। ਆਖਿਰ ਜਿਨ੍ਹਾਂ ਲੋਕਾਂ ਨੇ ਮੁਨਾਫਾ ਲਿਆ ਉਹਨਾਂ ਨੇ ਜਦੀਦ ਤਰੀਕਿਆਂ ਨੂੰ ਵਰਤਿਆ ਤੇ ਲਿਆ ਨਾ। ਤੇ ਇੱਥੋਂ ਇਹ ਸਮਝ ਆਉਂਦੀ ਹੈ ਕਿ ਸਾਡੇ ਸਾਰੇ ਕਿਸਾਨ ਭਰਾ ਜਿਹੜੇ ਨੇ ਉਹ ਜ਼ਰਈ ਸਾਇੰਸਦਾਨਾਂ ਨਾਲ ਰਾਬਤਾ ਹਾਲੇ ਤੱਕ ਉਹਨਾਂ ਨਹੀਂ ਕੀਤਾ, ਜਦੀਦ ਟੈਕਨੋਲੋਜੀ ਤੋਂ ਫਾਇਦਾ ਨਹੀਂ ਉਠਾਇਆ, ਤਾਂ ਹੀ ਕਰਕੇ ਤੇ ਬਥੇਰੇ ਸਾਰੇ ਪਿੱਛੇ ਰਹਿ ਗਏ ਨੇ। ਜੀ ਬਿਲਕੁਲ। ਔਰ ਇਹ ਥੋੜਾ ਜਿਹਾ ਕੱਚਾ ਪੱਕਾ ਰਹੇਗਾ ਕਿਉਂਕਿ ਜਦੋਂ ਬਾਰਿਸ਼ਾਂ ਹੋ ਜਾਣਗੀਆਂ ਫਸਲ ਤੁਹਾਡੀ ਬਹੁਤੀ ਹੋ ਜਾਏਗੀ ਮੁੰਜੀ ਦੀ ਔਰ ਜਦੋਂ ਸੋਕਾ ਪੈ ਗਿਆ ਤੇ ਫਿਰ ਮਸਲਾ ਵੱਧ ਸਕਦਾ ਹੈ ਔਰ ਫਿਰ ਉਹ ਬੀਂ ਵੀ ਤੁਹਾਨੂੰ ਨਹੀਂ ਬਚਾ ਸਕੇਗਾ ਕਿਉਂਕਿ ਪਾਣੀ ਲੱਗੇਗਾ ਹੀ ਨਹੀਂ ਤੇ ਬਿਲਕੁਲ ਬਗੈਰ ਪਾਣੀ ਤੋਂ ਤੇ ਫਸਲ ਬਿਲਕੁਲ ਨਹੀਂ ਹੋ ਸਕਦੀ। ਇਸ ਲਈ ਜਦੀਦ ਜਿਹੜੇ ਖਤੂਤ ਨੇ ਉਹਨਾਂ ਨੂੰ ਸਾਨੂੰ ਜਾਣਾ ਪਏਗਾ ਔਰ ਆਪਣੀ ਜ਼ਾਤੀ ਮਈਸ਼ਤ ਕਿਸਾਨਾਂ ਨੂੰ ਬਿਹਤਰ ਕਰਨੀ ਪਏਗੀ ਔਰ ਨਾਲ ਮੁਲਕ ਦਾ ਜਿਹੜਾ GDP ਹੈ ਉਹਦੇ ਵਿੱਚ ਵੀ ਆਪਣਾ ਕੰਟਰੀਬਿਊਸ਼ਨ ਦੇਣਾ ਹੋਏਗਾ। ਹੁਣ ਵਾਰੀ ਹੈ ਜਨਾਬ ਸਾਡੇ ਪ੍ਰਾਹੁਣਿਆਂ ਦੇ ਇੰਟਰੋਡਕਸ਼ਨ ਦੀ। ਨਵੇਂ ਪ੍ਰਾਹੁਣੇ ਸਾਡੇ ਅੱਜ ਦੇ ਪ੍ਰੋਗਰਾਮ 'ਚ ਆਏ ਨੇ ਔਰ ਉਹਨਾਂ ਦੀ ਜ਼ਾਤੀ ਜ਼ਿੰਦਗੀ, ਉਹਨਾਂ ਦੇ ਕਰੀਅਰ ਔਰ ਮੁਸਤਕਬਲ ਦੇ ਹਵਾਲੇ ਨਾਲ ਵੀ ਗੱਲਾਂ ਕਰਾਂਗੇ। ਸਾਡੇ ਜਿਹੜੇ ਪਹਿਲੇ ਪ੍ਰਾਹੁਣੇ ਨੇ ਉਹਨਾਂ ਨੂੰ ਤਕਰੀਬਨ 50 ਸਾਲ ਹੋ ਗਏ ਨੇ ਸ਼ਾਇਰੀ ਕਰਦਿਆਂ ਔਰ ਗੀਤ ਨਿਗਾਰੀ ਕਰਦਿਆਂ। ਗੀਤ ਨਿਗਾਰੀ ਇੱਕ ਐਸੀ ਚੀਜ਼ ਹੈ, ਇੱਕ ਐਸਾ ਫਨ ਹੈ ਜਿਹਦਾ ਹਰ ਕਿਸੇ ਨਾਲ ਤਾਲੁਕ ਹੁੰਦਾ ਹੈ। ਹਰ ਬੰਦਾ ਦਿਲ ਤੇ ਅਸਰ ਕਰਦੇ ਨੇ ਅਲਫਾਜ਼, ਚਾਹੇ ਮੂਡ ਜੋ ਵੀ ਹੋਏ। ਜੀ ਬਿਲकुल। ਹਰ ਜਿਹੜਾ ਅਮੀਰ ਗਰੀਬ ਹੈ ਔਰ ਕਿਸੇ ਵੀ ਮੋੜ ਦੇ ਵਿੱਚੋਂ ਬੈਠਾ ਕੋਈ ਨਾ ਕੋਈ ਗੀਤ ਜ਼ਰੂਰ ਸੁਣਦਾ ਔਰ ਉਹਦੀ ਉਹ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਔਰ ਅਕਸਰ ਉਹਨੂੰ ਗੁੰਗੁਣਾਉਂਦਾ ਵੀ। ਸਾਡੇ ਜਿਹੜੇ ਗੀਤ ਨਿਗਾਰ ਨੇ ਉਹ 50 ਵਰੇ ਪਹਿਲੇ ਉਹਨਾਂ ਨੇ ਗੀਤ ਨਿਗਾਰੀ ਦਾ ਕੰਮ ਸ਼ੁਰੂ ਕੀਤਾ ਔਰ ਇਹ ਫਨ ਜਿਹੜਾ ਹੈ ਉਹ ਹਲੇ ਤੱਕ ਉਹ ਜਾਰੀ ਰੱਖੇ ਹੋਏ ਨੇ। ਮੈਡਮ ਨੂਰ ਜਹਾਂ ਵਰਗੀ ਵੱਡੀ ਆਵਾਜ਼ ਜਿਹੜੀ ਹੈ ਉਹਨਾਂ ਦੇ ਗੀਤਾਂ ਦੇ ਉੱਤੇ ਤੁਸੀਂ ਸੁਣੀ ਹੋਏਗੀ। ਇਸ ਤਰ੍ਹਾਂ ਮਹਿਨਾਜ਼ ਮਾਲਾ, ਗੁਲਾਮ ਅਲੀ, ਮਸੂਦ ਰਾਣਾ ਔਰ ਸ਼ੌਕਤ ਅਲੀ ਵਰਗੇ ਸਿੰਗਰ ਜਿਹੜੇ ਨੇ ਉਹ ਵੀ ਇਹਨਾਂ ਦੇ ਗੀਤ ਗਾ ਚੁੱਕੇ ਨੇ। ਰੇਡੀਓ ਤੋਂ ਇਹਨਾਂ ਨੂੰ ਅਵਾਰਡ ਮਿਲਿਆ। ਇਸ ਤਰ੍ਹਾਂ 2 ਅਵਾਰਡ ਜਿਹੜੇ ਨੇ ਉਹ PTV ਲਾਹੌਰ ਤੋਂ ਇਹਨਾਂ ਨੂੰ ਮਿਲੇ। ਕਤੀਲ ਸ਼ਿਫਾਈ ਅਵਾਰਡ ਇਹਨਾਂ ਦੀ ਝੋਲੀ ਪਿਆ ਔਰ ਇਸੇ ਤਰ੍ਹਾਂ ਨਿਗਾਰ ਅਵਾਰਡ ਜਿਹੜਾ ਫਿਲਮੀ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਮੰਨਿਆ ਜਾਂਦਾ ਉਹ ਵੀ ਇਹਨਾਂ ਦੀ ਝੋਲੀ ਪਿਆ। ਇਸੇ ਤਰ੍ਹਾਂ ਕਸ਼ਮਕਸ਼, ਸ਼ਹੀਦਾ ਪਸਤੌਲ, ਚੰਨ ਪੰਜਾਬ ਦਾ, ਇੱਕ ਡੋਲੀ ਦੋ ਕਹਾਰ, ਇਹ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਗੀਤ ਜਿਹੜੇ ਨੇ ਉਹ ਗਾਏ ਗਏ ਜਾਂ ਵਰਤੇ ਗਏ। ਤੂੰ ਮਿਲਾ ਤੋਂ ਮਿਲੀ ਐਸੀ ਜੰਨਤ ਮੁਝੇ, ਵੱਖ ਤੇਰੇ ਤੋਂ ਨਾ ਰਾਹ ਸੱਜਣਾ, ਵੇ ਤੂੰ ਆਣਾ ਸੀ ਤੂੰ ਨਹੀਂ ਆਇਆ, ਪੈਰੀ ਖੁੱਸਾ ਪਸ਼ੋਰੀ, ਗਲ ਕੁੜਤਾ ਲਾਹੌਰੀ, ਸਾਡਾ ਦਿਲ ਤੋੜ ਕੇ
ਤੂੰ ਪਛਤਾਵੇਂਗਾ, ਇਹ ਸਾਰੇ ਗੀਤ ਜਿਹੜੇ ਨੇ ਇਹਨਾਂ ਦੀ ਕਲਮ ਤੋਂ ਨਿਕਲੇ ਨੇ। ਅਸੀਂ ਦਾਵਤ ਦਿੰਦੇ ਹਾਂ ਜਨਾਬ ਮੁਸ਼ਤਾਕ ਸ਼ਫਾਈ ਸਾਹਿਬ ਨੂੰ। अस्सलाम वालेकुम। वालेकुम सलाम सर। कैसी तबीयत है जनाब? बहुत अच्छी तबीयत होगी तुम्हारा गला सुन के। बहुत शुक्रिया, बहुत ਮਿਹਰਬਾਨੀ। ਤੁਹਾਡੇ ਨਾਲ बताया ਜੀ ਤੁਹਾਡੇ ਨਾਲ ਗੁਫ਼ਤਗੂ ਦਾ ਆਗਾਜ਼ ਅਸੀਂ ਕਰਨੇ ਹਾਂ, ਲੇਕਿਨ ਸਾਡੇ ਸਟੂਡੀਓ ਵਿੱਚ ਇੱਕ ਹੋਰ ਪ੍ਰਾਹੁਣੇ ਨੇ, ਉਹਨਾਂ ਦਾ ਇੰਟਰੋਡਕਸ਼ਨ ਵੀ ਤੁਹਾਡੇ ਨਾਲ ਕਰਾਉਂਦੇ ਚੱਲੀਏ। MBBS ਇਹਨਾਂ ਨੇ ਚਾਈਨਾ ਤੋਂ ਕੀਤਾ ਹੈ ਔਰ MS ਨਿਊਰੋ ਸਰਜਰੀ ਔਰ ਇੰਟਰਨਲ ਮੈਡੀਸਨ ਐਂਡੋਕ੍ਰੋਨੋਲੋਜੀ। ਜਦੋਂ ਵੀ ਕੋਈ ਤਬੀਬ ਸਾਡੇ ਸਟੂਡੀਓ ਵਿੱਚ ਆਉਂਦੇ ਨੇ ਤਾਂ ਮੈਨੂੰ ਮੁਸੀਬਤ ਇਸ ਲਈ ਪੈ ਜਾਂਦੀ ਹੈ ਕਿਉਂਕਿ ਮੈਡੀਕਲ ਦੀ ਟਰਮੀਨੋਲੋਜੀਜ਼ ਬੜੀਆਂ ਮੁਸ਼ਕਲ ਹੁੰਦੀਆਂ ਨੇ, ਉਹਨਾਂ ਨੂੰ ਦੁਹਰਾਉਣਾ ਮੇਰੇ ਵਰਗੇ ਆਮ ਬੰਦੇ ਦਾ ਕੰਮ ਥੋੜਾ ਮੁਸ਼ਕਲ ਕਰ ਦਿੰਦਾ। ਤੇ ਇਹ ਜਨਾਬ ਗਿਜ਼ਾ ਦੇ ਹਵਾਲੇ ਨਾਲ ਔਰ ਨਿਊਟ੍ਰੀਸ਼ਨ ਦੇ ਹਵਾਲੇ ਨਾਲ ਔਰ ਜਿਹੜੀਆਂ ਆਮ ਬਿਮਾਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਹਵਾਲੇ ਨਾਲ ਸਾਨੂੰ ਅੱਜ ਰੂਸ਼ਨਾਸ ਕਰਾਉਣਗੇ ਕਿ ਕਿਵੇਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਔਰ ਬਿਹਤਰ ਸਿਹਤਮੰਦ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਡਾਕਟਰ ਆਸਿਫ ਜ਼ਹੀਰ ਭੱਟ ਸਾਹਿਬ ਸਾਡੇ ਨਾਲ ਮੌਜੂਦ ਨੇ। अस्सलाम वालेकुम जी। वालेकुम अस्सलाम जी। ਭੱਟ ਸਾਹਿਬ ਕੈਸੀ ਤਬੀਅਤ ਹੈ? अल्हम्दुलिल्लाह ਭੱਟ बड़े ਮਸ਼ਹੂਰ ਨੇ ਰੋਟੀ ਖਾਣ 'ਚ, ਤੇ ਤੁਸੀਂ ਰੋਟੀ ਨਾਲ ਜੁੜਿਆ ਹੋਇਆ ਇਹ ਪ੍ਰੋਫੈਸ਼ਨ ਚੂਜ਼ ਕਰ ਲਿਆ ਬਸ ਇਸ ਤਰ੍ਹਾਂ ਹੀ ਕਿ ਹੈ। ਘੱਟ ਰੋਟੀ ਖਾਈ ਜਾਏ ਔਰ ਸਿਹਤ ਬਣਾਈ ਜਾਏ। ਅਦਰਵਾਈਜ਼ ਅਸੀਂ ਕਾਫੀ ਤਗੜੇ ਭੱਟ ਜ਼ਿੰਦਗੀ ਵਿੱਚ ਜ਼ਿਆਦਾਤਰ ਵੇਖੇ ਨੇ। ਜ਼ਿਆਦਾਤਰ ਇਹ ਹੀ ਹੁੰਦਾ ਹੈ ਕਿ ਬਟ ਜਿੰਨੇ ਵੀ ਨੇ ਉਹਨਾਂ ਨੂੰ ਰੋਟੀ ਖਾਣ ਦਾ ਬਹੁਤ ਹੀ ਸ਼ੌਕ ਹੁੰਦਾ ਹੈ ਤੇ ਲੇਕਿਨ ਮੈਂ ਅਕਸਰ ਕਹਿੰਦਾ ਕਿ ਮੈਂ ਉਹ ਬਟ ਹਾਂ ਜਿਹੜਾ ਆਪਣੇ ਡਾਈਟ ਨੂੰ ਆਪਣੀ ਚੀਜ਼ਾਂ ਨੂੰ ਵੇਖ ਤੱਕ ਕੇ ਅਸੀਂ ਇਸਤੇਮਾਲ ਕਰਨਾ ਹੈ, ਕਿਉਂਕਿ ਅਗਰ ਅਸੀਂ ਤਬੀਬ ਜਿਹੜੇ ਆ ਅਗਰ ਅਸੀਂ ਆਪਣੀ ਖੁਰਾਕ ਦੇ ਉੱਤੇ ਖਿਆਲ ਨਹੀਂ ਕਰਾਂਗੇ ਤੇ ਮਰੀਜ਼ ਨੂੰ ਕਿਸ ਤਰ੍ਹਾਂ ਅਸੀਂ ਦੱਸ ਸਕਨੇ ਆ ਕਿਹੜੀ ਕਿਹੜੀ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਕਿਹੜੀ ਚੀਜ਼ਾਂ ਨਹੀਂ ਖਾਣੀਆਂ, ਕਿਹੜੀ ਮੌਸਮ ਵਿੱਚ ਕਿਹੜੀ ਚੀਜ਼ ਗਜ਼ਾ ਖਾਈ ਜਾਏ, ਕਿਹੜੀ ਨਾ ਖਾਈ ਜਾਏ। ਤੁਹਾਡਾ ਤੇ ਘਰ 'ਚ ਹੀ ਟਾਕਰਾ ਹੁੰਦਾ ਹੋਣਾ ਬੱਟਾਂ ਦੀ ਫੈਮਿਲੀ ਹੈ ਤੇ ਇਹ ਮੈਨੂੰ ਲੱਗਦਾ ਹਿਪੋਕਰੇਟਸ ਦੇ ਉਸ ਫਾਰਮੂਲੇ ਤੇ ਚੱਲਦੇ ਨੇ ਕਿ ਲੈਟ ਫੂਡ ਬੀ ਯੋਰ ਮੈਡੀਸਨ ਐਂਡ ਮੈਡੀਸਨ ਬੀ ਯੋਰ ਫੂਡ। ਬੇਸ਼ੱਕ ਕਿ ਬੇਸ਼ੱਕ ਗਜ਼ਾ ਨੂੰ ਦਵਾਈ ਸਮਝ ਕੇ ਖਾਓ ਔਰ ਦਵਾਈ ਨੂੰ ਗਜ਼ਾ ਸਮਝ ਕੇ ਖਾਓ, ਉਹਨਾਂ ਹੀ ਖਾਣਾ ਹੈ ਬਸ। ਸਹੀ ਹੈ। ਅੱਛਾ ਜੀ, ਮੁਸ਼ਤਾਕ ਸ਼ਫਾਈ ਸਾਹਿਬ ਵੱਲ ਪਹਿਲੇ ਅਸੀਂ ਜਾਣਦੇ ਹਾਂ ਕਿ ਕਤੀਲ ਸ਼ਫਾਈ ਸਾਹਿਬ ਇੱਕ ਵੱਡਾ ਨਾਂ ਹੈ ਔਰ ਉਹਨਾਂ ਦਾ ਜਿਹੜਾ ਲਾਹਕਾ ਹੈ ਉਹ ਤੁਹਾਡੇ ਨਾਂ ਨਾਲ ਲੱਗਾ ਹੋਇਆ ਹੈ। ਇੱਕ ਤੇ ਦੱਸੋ ਕਿ ਤੁਸੀਂ ਉਹਨਾਂ ਦੇ ਬਾਕਾਇਦਾ ਸ਼ਾਗਿਰਦ ਸੋ ਔਰ ਦੂਜਾ ਇਹ ਸਫ਼ਰ ਦਾ ਆਗਾਜ਼ ਕਿਵੇਂ ਹੋਇਆ? ਹਾਦਸਾ ਹੋ ਗਿਆ ਕਤੀਰ ਸਾਹਿਬ ਦੇ ਬੇਟੀ ਨਾਲ ਮੇਰੇ ਭਾਈ ਦੀ ਸ਼ਾਦੀ ਹੋ ਗਈ ਅੱਛਾ, ਤੇ ਮੇਰੀ ਰਿਸ਼ਤੇਦਾਰੀ ਹੋ ਸਹੀ। 2 ਕਰੋੜਾਂ ਭਾਬੀਆਂ ਚੋਂ 2 ਭਾਬੀਆਂ ਨੇ ਆਸਾਨ ਕੀਤਾ ਹੈ। ਕਰੋੜਾਂ ਭਾਬੀਆਂ ਨੇ ਪਾਕਿਸਤਾਨ 'ਚ। ਇੱਕ ਰਾਂਝੇ ਦਾ ਆਸਾਨ ਕੀਤਾ, ਭਾਬੀਆਂ ਨੇ ਜਾ ਹੀਰ ਵਿਆਹ ਕੇ ਲੈ ਉਹ ਹੀਰ ਵਿਆਹ ਲਿਆ, ਰੋਟੀਆਂ ਮੁਫਤ ਦੀਆਂ ਪਾਣ ਨੇ ਜਾ ਹੀਰ ਵਿਆਹ ਕੇ ਉਹ ਨਿਕੰਮਾ ਜਾਈ। ਮੈਨੂੰ ਮੇਰੀ ਭਾਬੀ ਨੇ ਕਿਹਾ, ਕਤੀਰ ਸ਼ਾਹ ਦੀ ਬੇਟੀ ਨੇ ਬੈਠੀ ਕਹਿੰਦੀ ਜਾ ਸ਼ਾਇਰ ਬਣ ਕੇ ਦਿਖਾ। ਮੈਂ ਕਿਹਾ ਮੇਰੀ ਲੈਣ ਹੀ ਨਹੀਂ ਗਈ। ਤੇ ਫਿਰ ਐਵੇਂ ਉਹਨਾਂ ਦੇ ਪਿਓ ਦੀ ਮੈਂ ਦਰਅਸਲ ਕਤੀਰ ਸਾਹਿਬ ਦੀ ਬੜੀ यानी कि एहतराम करना था। कितना बड़ा शायर हमसे बदल गया वो निगाहें तो क्या हो, जिंदा है कितने लोग मोहब्बत किए बगैर। पायल में गीत है चमचम के, उल्फत की नई मंजिल को चला, वो जाने वाले रे ठहर जरा रुक जाओ लौट आओ, दिल देता है रो रो दोहाई किसी से कोई प्यार लगे। जिन्हें सारे रिश्तेदार मैं एहतराम चुम्मा होना लफ्जा कि इतना बड़ा। तो मेरी तो खत्म हुई तो मेरी भाभी ने मैं कहता जा शायर बन के था ਉਹਨੇ ਥੋੜੀ ਜਿਹੀ ਮੇਰੇ ਨਾਲ ਉਹੋ ਜਿਹੀ ਗੱਲ ਕੀਤੀ, ਉਹਨੂੰ ਜਾ ਸ਼ਾਇਰ ਬਣ ਕੇ। ਯਾਨੀ ਉਹਨਾਂ ਚੈਲੰਜ ਕੀਤਾ, ਤੁਸੀਂ ਚੈਲੰਜ ਕਬੂਲ ਕੀਤਾ ਕੀਤਾ? ਮੈਂ ਔਰ ਰਾਂਝੇ ਨੇ ਚੈਲੰਜ ਕਬੂਲ ਨਹੀਂ ਕੀਤਾ ਭਾਬੀਆਂ ਨੇ ਕਿ ਜਾ ਹੀਰ ਵਿਆਹ ਕੇ ਲੈ ਕੇ ਰੋਟੀਆਂ ਖਾਣਾ ਸਾਡੇ ਕੋਲ ਵੇਲੀ। ਮੇਰੀ ਮੈਂ ਕਿਹਾ ਜਾ ਫਿਰ ਮੈਂ खुदा जी कैसी जा से मैं आधा कुछ नहीं पर मैं ਲੈ ਲਵਾਂਗਾ ਅੱਲਾਹ ਤਾਲਾ को ਮੰਗਾਂਗਾ ਜਾ ਕੇ। ਮੈਂ ਚੈਲੰਜ ਕਬੂਲ ਕੀਤਾ। ਮੈਂ ਇੱਕ ਰੇਡੀਓ ਪਾਕਿਸਤਾਨ ਗਿਆ, ਉੱਥੇ ਇੱਕ ਮੌਸੀਕਾਰ ਹੈਗਾ ਸੀ ਕਾਲੇ ਖਾਂ, ਉਹਨੂੰ ਮੈਂ ਆਪਣੀ ਸ਼ਾਪ 'ਤੇ ਲੰਡੇ ਬਾਜ਼ਾਰ 'ਚ ਮੇਰੀ ਉਹਨੂੰ ਮੈਂ ਉੱਥੇ ਲੈ ਆਇਆ ਤੇ ਮੈਂ ਉਹਨੂੰ ਮੈਂ ਕੱਪੜੇ ਕੁਪੜੇ ਤੇ ਉਹਦੀ 150 ਰੁਪਏ ਤਨਖਾਹ ਸੀ, ਕੁਝ 50 ਸਾਲ ਪਹਿਲੇ ਦੀ ਗੱਲ ਹੈ। ਤੇ ਉਹਨੂੰ ਮੈਂ ਥੋੜ੍ਹੇ ਜਿਹੇ ਪੈਸੇ ਦਿੱਤੇ, ਉਹ ਖੁਸ਼ ਹੋ ਗਿਆ, ਉਹ ਮੇਰਾ ਗੀਤ ਗਾਉਣ ਲੱਗ ਪਏ। ਹੁਣ ਮੈਂ 2-4 ਲੰਡੇ ਸੂਟ ਜਿੱਥੋਂ ਮੇਰਾ ਇੱਥੇ ਗੀਤ ਗਾਉਣ ਲੱਗ ਪਿਆ ਕਿ ਤੇਰੇ ਜਿਹਾ ਬੰਦਾ ਹੀ ਕੋਈ ਨਹੀਂ। ਇੱਕ ਦਿਨ ਉਹ ਮੈਨੂੰ ਕਿਹਾ, ਮੈਂ ਉਹਨੂੰ ਕਿਹਾ ਯਾਰ ਮੈਂ ਗੀਤ ਲਿਖਣਾ ਹੈ। ਉਹ ਕੰਬ ਗਿਆ, ਕਹਿੰਦਾ ਯਾਰ ਲੰਡੇ ਬਾਜ਼ਾਰ ਦਾ ਕਵਰ ਤੂੰ ਗੀਤ। ਮੈਂ ਕਿਹਾ ਛੱਡ ਦੇ ਤੂੰ, ਮੈਨੂੰ ਫਿਲਮ ਸਾਜ਼ ਕੋਲ ਲੈ ਜਾ। ਉਹ ਮੈਨੂੰ ਸਿਚੁਏਸ਼ਨ ਲੱਗੀ, ਮੈਨੂੰ ਕੁਛ ਨਹੀਂ ਆ ਰਿਹਾ खुदा गवा मैंने कुछ नहीं पता, पर मैं पहले वो सिचुएशन से लगवा फिर अल्लाह को जाऊँगा। कैसी गल वो मैंने लै गया। वो फिल्म साथ को असी शाह स्टूडियो चले गए, एक डोली 2 कार बनती पी सी फिल्म, उत्थे चले गए। वो फिल्म साथ को गए तो उन्होंने कहा जी यार किसी का गीत सुना थे, मैं एक भी नहीं लिखा सी उदों। उन्हें किसी का गीत सुना ऐ लिखा, उन्हें कहा नहीं मैंने नहीं चाहिए, मैं तो मेरे मर्जी का बोल लिख के लै गया तो मैं ला रहा है कि पता कि गीत सुना के मैं कुछ नहीं। मैं उन्हें सिचुएशन दी थी तो बस फिर मैं सीधा ही सिचुएशन की सी बड़ा सिचुएशन की एक हीरो है, वो रेलवे च कंडक्टर है और रेलवे च काम करता है। टीटी गए टी तो गड्डी लैके जाता, कभी पिछौर कभी कुछ। कहते यार अपनी महबूबा कहता मैं जा रहा तो 10 तेरे की लिया पिछौर जा रहा है। वो कहते नहीं तू ही है नहीं कि वो कहना मैं तेरे जो पसंद करनी, मैं मुल्तान भी जाना तो लाचा लूचा
ਜੋ ਕੁਝ ਵੀ ਇਹ ਚੀਜ਼ਾਂ ਲੈ ਕੇ ਜੋ ਆਉਂਦਾ ਤੇ ਉਹਨੂੰ ਦੇ ਦਿੰਦਾ ਪਹਿਨ ਕੇ ਤੇ ਉਹਦਾ ਇਜ਼ਹਾਰ ਕਰਨਾ। ਸਹੀ, ਯਾਨੀ ਇੱਥੋਂ ਜਰਨੀ ਸ਼ੁਰੂ ਹੁੰਦੀ ਹੈ ਔਰ ਹਾਂ। ਇੱਥੇ ਤੁਸੀਂ ਗੀਤ ਲਿਖਿਆ। ਹਾਂ ਤੁਹਾਨੂੰ ਉਹਦੇ ਕੋਈ ਬੋਲ ਵਗੈਰਾ ਯਾਦ हाँ ਹੈ जी, ਤੁਸੀਂ बोल ਕੀ की मैं ਲਿਖਿਆ? 2000 नगमे मैं पूरे याद है, 2000 नगमे, मैं 2000 नगमे का खालिक। वो लड़की और लाचा भी पा लेंदी, खुस्सा भी पा लेंदी, सब कुछ। वो तो मैंने क्या पैरी खुस्सा पिछौरी गल कुर्ता लखो ਵਾਹ, तक मुंडिया ने चोरी मेरी अख बलौरी मारे डंग मारिया। ये मैं लिखा वो 6 फुट पूछा कि यार की लिख लिया पैरी बड़ा मशहूर है मेरा गीत। उस तो बाद फिर मैं 404 ਸਹੀ, ਯਾਨੀ ਕਿ ਇੱਕ ਵਧੀਆ ਸ਼ੁਰੂਆਤ ਤੁਹਾਡੀ ਹੋਈ ਔਰ ਇੱਕ ਹਾਂ। ਮਜ਼ੇਦਾਰ ਇੰਟਰਸਟਿੰਗ ਸਟੋਰੀ ਹੈ। ਔਰ ਹਾਂਜੀ। ਅਗਲਾ ਸਫ਼ਰ ਜਿਹੜਾ ਅਸੀਂ ਤੁਹਾਡੇ ਕੋਲ ਥੋੜੀ ਦੇਰ ਬਾਅਦ ਪੁੱਛਦੇ ਹਾਂ। ਹਾਂਜੀ। ਅਸੀਂ ਭੱਟ ਸਾਹਿਬ ਵੱਲ ਜਾਂਦੇ ਹਾਂ ਬਸ। ਕਿ ਰੋਟੀਆਂ ਦੀ ਗੱਲ ਹੋ ਰਹੀ ਸੀ ਕਿ ਜਿਹੜਾ ਹੈ ਘਰਦਿਆਂ ਨੂੰ ਵੀ ਸਮਝਾਈਦਾ ਔਰ ਬਾਕੀ ਲੋਕਾਂ ਨੂੰ ਵੀ ਸਮਝਾਈਦਾ ਹੈ ਕਿ ਬਹੁਤ ਜ਼ਿਆਦਾ ਖਾਣਾ ਸਿਹਤ ਦੀ ਅਲਾਮਤ ਨਹੀਂ, ਕਿਉਂਕਿ ਸਾਡੇ ਇੱਕ ਨਾਰਮਲ ਜ਼ਿਹਨ 'ਚ ਇਹ ਹੁੰਦਾ ਕਿ ਬਹੁਤੇ ਤੋਂ ਬਹੁਤਾ ਖਾ ਲਓ ਸਿਹਤ ਬਣ ਜਾਏਗੀ, ਲੇਕਿਨ ਉਹਨੂੰ ਹਜ਼ਮ ਕਰਨਾ ਜਿਹੜਾ ਹੈ ਉਹ ਵੀ ਮਿਹਦੇ ਦਾ ਕੰਮ ਹੈ, ਜਿਹੜਾ ਕਿ ਕਈ ਲੋਕਾਂ ਦਾ ਉਹ ਕੰਮ ਨਹੀਂ ਕਰਦਾ ਔਰ ਉਹ ਹਜ਼ਮ ਨਹੀਂ ਹੋ ਸਕਦਾ। ਸਟਾਰਟ ਤੋਂ ਕਰਨੇ ਆ ਮੈਲ ਨਿਊਟ੍ਰੀਸ਼ਨ ਦੀ ਗੱਲ ਅਸੀਂ ਕਰ ਲੈਂਦੇ ਆ। ਇੱਕ ਕਾਫੀ ਪਾਕਿਸਤਾਨ 'ਚ ਰੀਸੈਂਟ ਟਾਈਮ 'ਚ ਲੋਕਾਂ ਨੂੰ ਪਤਾ ਲੱਗਾ ਕਿ ਅਗਰ ਬਚਪਨ 'ਚ ਮਾਂ ਦਾ ਦੁੱਧ ਜਾਂ ਬਾਕੀ ਗਿਜ਼ਾ ਨਾ ਮਿਲੇ ਬੱਚੇ ਨੂੰ ਤੇ ਮੈਂਟਲ ਗਰੋਥ ਜਿਹੜੀ ਹੈ ਦਿਮਾਗ ਦੀ ਉਹ ਵੀ ਥੋੜੀ ਰਹਿ ਜਾਂਦੀ ਔਰ ਜਿਸਮਾਨੀ ਵੀ, ਔਰ ਫਿਰ ਅਗਲੀਆਂ ਨਸਲਾਂ ਉਸੇ ਤਰ੍ਹਾਂ ਹੀ ਚੱਲਦੀਆਂ ਚਲੀਆਂ ਜਾਂਦੀਆਂ। ਇੱਕ ਤੇ ਬਿਲਕੁਲ ਇਬਤਦਾਈ ਇਹਦੀਆਂ ਅਲਾਮਤ ਦੱਸੋ। ਬਾਜ਼ੂ ਔਕਾਤ ਲੋਕਾਂ ਕੋ ਖਾਣ ਲਈ ਹੁੰਦਾ ਵੀ ਹੈ, ਫਿਰ ਵੀ ਬੱਚਾ ਕਿਤੇ ਨਾ ਕਿਤੇ ਇਹਦਾ ਸ਼ਿਕਾਰ ਨਜ਼ਰ ਆਉਂਦਾ ਹੈ। ਕਿਸੇ ਜਗ੍ਹਾ ਤੇ ਖੁਰਾਕ ਦੀ ਕਮੀ ਹੈ, ਕਿਤੇ ਨਹੀਂ ਵੀ ਹੈ, ਲੇਕਿਨ ਦੋਵਾਂ ਪਾਸੇ ਵੇਖਿਆ ਗਿਆ। ਇਹ ਅਲਾਮਤ ਦੱਸ ਦਿਓ ਕਿਸ ਤਰ੍ਹਾਂ ਪਤਾ ਲੱਗ ਸਕਦਾ ਔਰ ਕਿਵੇਂ ਓਵਰਕਮ ਕੀਤਾ ਜਾਏ। ਸਭ ਤੋਂ ਪਹਿਲੇ ਇਹ ਵੇ ਕਿ ਬੱਚੇ 'ਚ ਮੈਲ ਨਿਊਟ੍ਰੀਸ਼ਨ ਆਉਣ ਦਾ ਸਭ ਤੋਂ ਵੱਡੀ ਵਜ੍ਹਾ ਹੈ ਕਿ ਮਾਂ ਦੀ ਖੁਰਾਕ ਪ੍ਰੋਪਰ ਨਹੀਂ ਹੈ। ਉਸ ਖੁਰਾਕ ਵਿੱਚ ਜਦੋਂ ਤੱਕ ਪ੍ਰੋਪਰ ਨਹੀਂ ਹੋਏਗੀ ਬੱਚੇ ਨੂੰ ਮੈਲ ਨਿਊਟ੍ਰੀਸ਼ਨ ਰਹੇਗੀ। ਉਹਦੀ ਵਜ੍ਹਾ ਇਹ ਵੇ ਕਿ ਜਿਸ ਟਾਈਮ ਮਾਂ ਬੱਚੇ ਨੂੰ ਜਨਮ ਦੇ ਦਿੰਦੀ, ਪਾਕਿਸਤਾਨ ਸਾਡੇ ਇਸ ਮਾਹੌਲ ਦੇ ਵਿੱਚ ਮਾਂ ਦੇ ਵਿੱਚ ਆਇਰਨ ਦੀ ਕਮੀ ਹੁੰਦੀ ਹੈ, ਮਾਂ ਵਿੱਚ ਫੋਲਿਕ ਐਸਿਡ ਦੀ ਕਮੀ ਹੁੰਦੀ ਹੈ, ਸਹੀ, ਜਿਹੜੀ ਕਿ ਨਾ ਗਜ਼ਾਈਅਤ ਦੇ ਨਾਲ ਮੁਕੰਮਲ ਪੂਰੀ ਨਹੀਂ ਹੋ ਸਕਦੀ। ਜੈਸੇ ਕਿ ਡਾਕਟਰ ਸਾਹਿਬਾਂ ਨੇ ਅੱਗੇ ਵੀ ਗੱਲ ਕੀਤੀ ਹੈ ਕਿ ਸਾਰਾ ਬਾਇਓਟੈਕਨੋਲੋਜੀ ਨੇ ਇੰਨਾ ਜ਼ਿਆਦਾ ਰਿਸਰਚ ਕਰਕੇ ਐਸੇ ਬੀਜ ਬਣਾ ਦਿੱਤੇ ਨੇ, ਲੇਕਿਨ ਉਹ ਇਹ ਚੀਜ਼ ਹੈ ਵੀ ਕਿ ਉਹਨਾਂ ਦੀ ਜਿਹੜੀ ਵਾਈਟਾਮਿਨਸ ਜਿਹੜੇ ਮਾਂ ਨੂੰ ਚਾਹੀਦੇ ਹੁੰਦੇ ਨੇ ਉਹ ਪੂਰੇ ਨਹੀਂ ਹੁੰਦੇ, ਔਰ ਉਹਦੀ ਵਜ੍ਹਾ ਤੋਂ ਮੈਲ ਨਿਊਟ੍ਰੀਸ਼ਨ ਸਭ ਤੋਂ ਜ਼ਿਆਦਾ ਬੱਚਿਆਂ 'ਚ ਆ ਜਾਂਦੀ ਹੈ। ਬਟ ਯੂਰਪ, ਅਮਰੀਕਾ ਔਰ ਕੈਨੇਡਾ ਦੇ ਵਿੱਚ ਜਿਹੜੀ ਪ੍ਰੈਕਟਿਸ ਹੈ ਉਹਦੇ ਵਿੱਚ ਇਹ ਵੇ ਕਿ ਡੱਬੇ ਦਾ ਦੁੱਧ ਜਿਹੜਾ ਕਿ ਇੱਥੇ ਸਾਡੇ ਹਰ ਮਾਂ ਅਗਰ ਮੇਰੇ ਕੋਲ ਆਪਣੇ ਕਲੀਨਿਕ 'ਤੇ ਆਵੇਗੀ ਕਿ ਡਾਕਟਰ ਸਾਹਿਬ ਬੱਚਾ ਮੇਰਾ ਪੈਦਾ ਹੋਇਆ ਦੁੱਧ ਨਹੀਂ ਪੀ ਰਿਹਾ, ਕੁਝ ਖਾ ਪੀ ਨਹੀਂ ਰਿਹਾ, ਕਮਜ਼ੋਰ ਹੋ ਰਿਹਾ ਅਤੇ ਕੋਈ ਡੱਬੇ ਦਾ ਦੁੱਧ ਲਿਖ ਦਿਓ, ਅਤੇ ਅਸੀਂ ਉਹਨੂੰ ਕਦੀ ਰਿਕਮੈਂਡ ਨਹੀਂ ਕਰਦੇ ਹੈ ਕਿਉਂਕਿ ਜਿਹੜੀ ਮਦਰ ਫੀਡ ਹੈ ਉਹਦੇ ਵਿੱਚ ਹੀ ਐਸੇ ਨਿਊਟ੍ਰੀਐਂਟਸ ਨੇ ਕਿ ਬੱਚੇ ਨੂੰ ਸਭ ਤੋਂ ਜ਼ਿਆਦਾ ਨਮੂਨੀਆ, ਡਾਇਰੀਆ ਜਿਹੜਾ ਕਿ ਸਾਲ ਲੱਗਦੇ ਨੇ ਬੱਚਿਆਂ ਨੂੰ, ਉਸ ਤੋਂ ਬੱਚਾ ਬਚਦਾ ਹੈ। ਯਾਨੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਈਟਿੰਗ ਹੈਬਿਟਸ ਨੇ ਸਾਡੀਆਂ ਮਾਵਾਂ ਦੀਆਂ ਉਹ ਰੀਸੈਂਟ ਟਾਈਮ 'ਚ ਬਦਲੀਆਂ ਨੇ ਔਰ ਬਿਲਕੁਲ ਇਸ ਤਰ੍ਹਾਂ ਫਾਸਟ ਫੂਡ ਮਾਵਾਂ ਵੀ ਖਾ ਰਹੀਆਂ ਨੇ, ਬੱਚੇ ਤੇ ਚਲੋ ਖਾ ਹੀ ਰਹੇ ਨੇ, ਮਾਵਾਂ ਵੀ ਖਾਂਦੀਆਂ ਨੇ, ਬਿਲਕੁਲ ਜਾਂ ਉਹ ਇਸ ਤਰ੍ਹਾਂ ਦਾ ਫੂਡ ਖਾਂਦੀਆਂ ਨੇ ਜਿਹੜਾ ਸ਼ਾਇਦ ਬਹੁਤ ਜ਼ਿਆਦਾ ਹੈਲਦੀ ਨਹੀਂ ਹੈ, ਕੱਚੀਆਂ ਸਬਜ਼ੀਆਂ ਔਰ ਫਰੂਟਸ ਵਾਲੋਂ ਘੱਟ ਜਾ ਰਹੀਆਂ ਨੇ ਔਰ ਤਰੀ ਵਾਲੇ, ਸ਼ੋਰੇ ਵਾਲੇ ਜਾਂ ਖੱਟੀਆਂ ਸਭ ਤੋਂ ਜ਼ਿਆਦਾ ਚੀਜ਼ਾਂ ਉਹ ਜ਼ਿਆਦਾ ਖਾ ਰਹੀਆਂ। ਸਭ ਤੋਂ ਜ਼ਿਆਦਾ ਨੁਕਸਾਨ ਹੀ ਇਸ ਚੀਜ਼ ਦਾ ਹੈ ਕਿ ਜਿਸ ਟਾਈਮ ਜ਼ਿਆਦਾਤਰ ਮਾਵਾਂ ਕੰਪਲੇਨ ਕਰਦੀਆਂ ਮੇਰਾ ਬੱਚਾ ਦੁੱਧ ਨਹੀਂ ਪੀ ਰਿਹਾ, ਅਤੇ ਅਸੀਂ ਉਹਨਾਂ ਨੂੰ ਸਿਰਫ ਇੱਕ ਚੀਜ਼ ਕਹੀਦਾ ਕਿ ਬੱਚੇ ਨੂੰ ਭੁੱਖਾ ਰੱਖੋ। ਮੈਂ ਛੋਟਾ ਜਿਹਾ ਇੱਕ ਵਾਕਿਆ ਤੁਹਾਨੂੰ ਬਿਆਨ ਕਰਨਾ। ਮੈਂ ਪੀਡੀਆਟ੍ਰਿਕ ਸਰਜਰੀ ਵਿੱਚ ਪੀਡਸ ਦੇ ਉੱਤੇ ਸੈਂਟ ਪੀਟਰਸਬਰਗ 'ਚ ਮੈਂ 1 ਸਾਲ ਕੰਮ ਕੀਤਾ, ਅਤੇ ਆਪਣੇ ਮੇਰੇ ਪ੍ਰੋਫੈਸਰ ਸਾਹਿਬ ਸਾਨੂੰ ਉਸ ਟਾਈਮ 2015 ਦੀ ਗੱਲ ਹੈ, 13 'ਚ ਗ੍ਰੈਜੂਏਟ ਹੋਇਆ ਅਤੇ ਮੈਂ ਇੱਕ ਡਿਪਲੋਮੇ ਵਾਸਤੇ ਗਿਆ, ਪੀਡਸ ਦੇ ਡਿਪਲੋਮੇ ਵਾਸਤੇ ਯੂਰਪ 'ਚ ਗਿਆ, ਸੈਂਟ ਪੀਟਰਸਬਰਗ ਰਸ਼ੀਆ ਵਿੱਚ। ਅਤੇ ਇੱਕ ਮਾਂ ਆਈ, ਉਹ ਕਹਿੰਦੀ ਮੇਰਾ ਬੱਚਾ ਦੁੱਧ ਨਹੀਂ ਪੀ ਰਿਹਾ। ਉਸ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇਹਨੂੰ ਦੁੱਧ ਨਹੀਂ ਦੇਣਾ, ਤੁਸੀਂ ਕੋਈ ਡੱਬੇ ਦਾ ਦੁੱਧ ਨਹੀਂ ਦੇਣਾ, ਉੱਥੇ ਕੋਈ ਪ੍ਰੈਕਟਿਸ ਨਹੀਂ ਹੈ, ਭੁੱਖਾ ਰੱਖੋ ਇਹਨੂੰ, ਜਿੰਨੀ ਦੇਰ ਭੁੱਖਾ ਰੱਖੋਗੇ ਇਨ ਦ ਐਂਡ ਬੱਚਾ ਹੈ ਬਿਲਕ ਕੇ ਦੁੱਧ ਪੀਏਗਾ, ਮਮਤਾ 'ਤੇ ਕਾਬੂ ਰੱਖਣਾ ਹੈ। 2 ਦਿਨ ਬਾਅਦ ਉਹ ਮਾਂ ਵਾਪਸ ਆਈ, ਉਹ ਕਹਿੰਦੀ ਬੱਚਾ ਮੇਰਾ ਦੁੱਧ ਪੀ ਰਿਹਾ ਔਰ ਬੜਾ ਅੱਛਾ ਤਰੀਕੇ ਨਾਲ ਹੈ। ਕਹਿੰਦੀ 14 ਘੰਟੇ ਉਹ ਬੱਚਾ ਰੋਂਦਾ ਰਿਹਾ, ਲੇਕਿਨ ਇਨ ਦ ਐਂਡ ਉਹਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ। ਅਤੇ ਸਭ ਤੋਂ ਜ਼ਿਆਦਾ ਪ੍ਰੈਕਟਿਸ ਇਹਦੇ ਵਿੱਚ ਸਾਡੇ ਵਿੱਚ ਇਹ ਵੇ ਕਿ ਡੱਬੇ ਦਾ ਦੁੱਧ ਦਾ ਕੋਈ ਫਾਇਦਾ ਨਹੀਂ, ਮਾਂ ਦੀ ਖੁਰਾਕ ਪੂਰੀ ਹੋਵੇ, ਮਾਂ 'ਚ ਆਇਰਨ ਦੀ ਕਮੀ ਖਤਮ ਹੋਵੇ। ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਔਰਤਾਂ 'ਚ ਆਇਰਨ ਦੀ ਕਮੀ ਹੈ, ਫੋਲਿਕ ਐਸਿਡ ਦੀ ਕਮੀ ਹੈ। ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਜਦੋਂ ਸ਼ਾਦੀ ਹੋਈ ਹੈ ਉਹਨਾਂ ਨੂੰ ਚਾਹੀਦਾ ਕਿ ਆਪਣਾ ਫੋਲਿਕ ਐਸਿਡ ਖਾਣਾ ਸ਼ੁਰੂ ਕਰ ਦਿਓ, ਕਿਉਂਕਿ ਫੋਲਿਕ ਐਸਿਡ ਬੱਚੇ ਦੀ ਨਿਊਟ੍ਰੀਸ਼ਨ ਵਾਸਤੇ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਮਾਂ ਦਾ ਦੁੱਧ ਤੁਹਾਨੂੰ ਕਮ ਅਜ਼ ਕਮ 2 ਸਾਲ ਤੱਕ ਐਸੇ ਇਮਿਊਨਿਟੀ ਅਤੇ ਇਮਿਊਨੋਗਲੋਬੂਲਿਨਸ ਬਣਾਉਂਦਾ ਹੈ ਵਿੱਚ, ਜਿਹੜਾ ਦਸਤ ਤੋਂ ਬਚਾਉਂਦਾ ਹੈ, ਜਿਹੜਾ ਨਮੂਨੀਆ ਤੋਂ ਬਚਾਉਂਦਾ ਹੈ। ਕਿਉਂਕਿ ਪਾਕਿਸਤਾਨ ਇਸ ਵਕਤ WHO ਦੇ ਮੁਤਾਬਿਕ 5 ਸਾਲ ਦੀ ਉਮਰ ਤੋਂ ਕਮ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਡਾਇਰੀਆ ਨਾਲ ਮੌਤ ਹੋ ਰਹੀਆਂ ਨੇ। 2020 ਦਾ ਇੱਕ ਸਰਵੇ ਵੇ WHO ਦਾ,
1.5 ਲੱਖ ਬੱਚਾ 5 ਸਾਲ ਦੀ ਉਮਰ ਤੋਂ ਛੋਟਾ ਫੌਤ ਹੋਇਆ ਸਿਰਫ ਡਾਇਰੀਆ ਦੀ ਵਜ੍ਹਾ ਤੋਂ ਕਿ ਇਸ ਹਾਲ ਲੱਗੇ ਨੇ ਮਾਂ-ਬਾਪ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਦੇਣਾ ਕੀ ਹੈ। ਅਸੀਂ ਉਹਨਾਂ ਨੂੰ ਗਾਈਡ ਕਰਨੇ ਆ ਪਰ ਕਿ ਅੱਜਕੱਲ ਤਾਂ ਸੀਜ਼ਨ ਵੀ ਇਹੀ ਚੱਲ ਰਿਹਾ ਸਭ ਜਿਹਦੇ ਵਿੱਚ ਗੈਸਟ੍ਰੋ ਬਹੁਤ ਜ਼ਿਆਦਾ ਹੈ ਬਾਰਿਸ਼ਾਂ ਹੋ ਬੱਚਿਆਂ ਰਹੀਆਂ ਵਿੱਚ। ਨੇ। ਅਸੀਂ ਮਾਵਾਂ ਨੂੰ ਇਹ ਰਿਕਮੈਂਡ ਕਰਨੇ ਆ ਕਿ ਜਿਸ ਟਾਈਮ ਤੁਹਾਨੂੰ ਦੇਖੋ ਕਿ ਬੱਚੇ ਨੂੰ ਦਸਤ ਲੱਗ ਗਏ ਨੇ ਸਭ ਤੋਂ ਪਹਿਲੇ ORS ਪਿਲਾਣਾ ਸ਼ੁਰੂ ਕਰੋ ਸਹੀ ਕਿਉਂਕਿ ਨਮਕੋਲ ORS ਵਿੱਚ ਨਿਮਕੋਲ ਜਿਹੜਾ ਵੇ ਉਹ ਸਾਰੇ ਨਿਊਟ੍ਰੀਐਂਟਸ ਪਏ ਨੇ, ਸੋਡੀਅਮ ਹੈ, ਕਲੋਰਾਈਡ ਹੈ, ਪੋਟਾਸ਼ੀਅਮ ਹੈ। ਜਿਸ ਟਾਈਮ ਜਿਸਮ ਚੋਂ ਪੋਟਾਸ਼ੀਅਮ ਨਿਕਲਦਾ ਹੈ ਬਲਕਿ ਡਾਕਟਰ ਸਾਹਿਬ ਇਹ ਵੀ ਦੱਸਿਆ ਜਾਂਦਾ ਹੈ ਕਿ ਫਰਜ਼ ਕਰੋ ਜਿਹੜਾ ਪੈਕੇਟ 'ਚ ਨਮਕੋਲ ਮਿਲਦਾ ਹੈ ਉਹ ਪਾਕਿਸਤਾਨ ਦੇ ਹਰ ਇਲਾਕੇ ਛੋਟੇ ਪਿੰਡਾਂ ਜਾਂ ਗੋਠਾਂ 'ਚ ਅਵੇਲੇਬਲ ਨਹੀਂ ਤੇ ਘਰ ਦੇ ਵਿੱਚ ਵੀ ਉਹ ਬਣ ਸਕਦਾ ਹੈ। ਜੀ ਬਣ ਸਕਦਾ ਉਹਦਾ ਔਰ ਤਰੀਕਾ ਵੀ ਸਾਡੇ ਉਹਦਾ ਦੇਖਣ ਤਰੀਕਾ ਵੀ ਵਾਲਿਆਂ ਨੂੰ ਸਾਂਝਾ ਜ਼ਰੂਰ ਕਰੋ ਦੱਸੋ। ਕਿਉਂਕਿ ਬਹੁਤ ਜ਼ਿਆਦਾ ਮਾਵਾਂ ਜਿਹੜੀਆਂ ਯੰਗ ਮਦਰਸ ਨੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਕਿ ਘਰ 'ਚ ਲੂਣ ਵੀ ਪਿਆ ਹੁੰਦਾ, ਚੀਨੀ ਵੀ ਪਈ ਹੁੰਦੀ ਹੈ ਔਰ ਨਿੰਬੂ ਵੀ ਪਿਆ ਹੁੰਦਾ ਅਕਸਰ, ਤੇ ਉਹ ਕਿਸ ਤਰ੍ਹਾਂ ਕਿਹੜੀ ਕੁਆਂਟੀਟੀ ਨਾਲ ਮਿਲਾ ਕੇ ਪਿਲਾਇਆ ਜਾਏ। ਇੱਕ ਸਭ ਤੋਂ ਪਹਿਲੇ ਇਹ ਵੇ ਕਿ ਜਿਹੜਾ ਤੁਹਾਨੂੰ ਮੈਂ ਪੈਕੇਟ ਦੇ ਬਾਰੇ 'ਚ ਦੱਸਣਾ ਵਾ, ਪੈਕੇਟ ਵਿੱਚ ਇਹ ਵੇ ਕਿ ਜਿਸ ਟਾਈਮ ਪੈਕੇਟ ਤੁਸੀਂ ਲੈਂਦੇ ਹੋ ਉਹਦੇ 4 ਗਲਾਸ ਯਾਨੀ ਕਿ 4 ਗਲਾਸ ਆਲਮੋਸਟ 1 ਲੀਟਰ ਬਣ ਜਾਂਦਾ। ਸਾਡੇ ਕੋਲ ਨਾਰਮਲ ਗਲਾਸ ਨੇ 250 ml ਦੇ ਜੀ। ਉਹ 250 ml ਦਾ 1 ਲੀਟਰ ਜਿਹੜਾ 4 ਗਲਾਸ ਬਣਦੇ ਨੇ ਉਹਦੇ 'ਚ ਪਹਿਲੇ ਤੁਸੀਂ ਨਿਮਕੋਲ ਘੋਲ ਦੇਣਾ ਹੈ। ਨਿਮਕੋਲ ਚਲਾ ਜਾਏਗਾ, ਬੱਚੇ ਨੂੰ ਸਿੱਧੇ ਹੋਗੇ ਔਰ ਜਿਸ ਟਾਈਮ ਬੱਚਾ ਦਸਤ ਲੱਗੇ ਉਹਨੂੰ ਉਹਦੀ ਉਮਰ ਦੇ ਮੁਤਾਬਿਕ ਅਸੀਂ ਦੱਸਦੇ ਹਾਂ ਕਿ ਅਗਰ 6 ਮਾਹ ਦਾ ਬੱਚਾ ਹੈ ਤਾਂ ਉਹਨੂੰ ਕਿੰਨਾ ਨਿਮਕੋਲ ਦੇਣਾ ਹੈ, 6 ਮਾਹ ਤੋਂ ਉੱਤੇ ਵਾਲਾ ਹੈ ਉਹਨੂੰ ਕਿੰਨਾ ਨਿਮਕੋਲ ਦੇਣਾ ਹੈ, ਸਾਲ ਤੋਂ 2 ਸਾਲ ਵਿੱਚ ਕਿੰਨਾ ਨਿਮਕੋਲ ਦੇਣਾ ਹੈ। ਉਸ ਅਸੀਂ ਬੱਚੇ ਨੂੰ ਦੱਸਣਾ ਕਿ ਜਿਹੜਾ ਛੋਟਾ ਬੱਚਾ ਹੈ 6 ਮਾਹ ਤੱਕ ਉਸ ਨੂੰ ਬੋਲਣਾ ਇਨਫੈਂਟ ਨੂੰ ਅਸੀਂ ਡ੍ਰੌਪਰ ਨਾਲ ਨਿਮਕੋਲ ਦੇਣਾ। ਜਦੋਂ ਦਸਤ ਕਰੇ 5 ml ਦਾ ਇੱਕ ਡ੍ਰੌਪਰ ਹੈ ਉਹਨੂੰ ਪਿਲਾ ਦਿਓ। ਉਹ ਪਿਲਾਉਣ ਤੋਂ ਬਾਅਦ ਮਾਂ ਨੂੰ ਚਾਹੀਦਾ ਕਿ ਆਪਣੀ ਮਦਰ ਫੀਡ ਕਰਵਾਏ। ਉਹਦੇ 'ਚ 2 ਚੀਜ਼ਾਂ ਨੇ, ਇਹ ਜਦੋਂ 2 ਚੀਜ਼ਾਂ ਹੁੰਦੀਆਂ ਬੱਚੇ ਦਾ ਦਸਤ ਰੁਕਣ ਲੱਗ ਪਏਗਾ। ਹਾਂ, ਜਿਸ ਇਲਾਕੇ 'ਚ ਨਿਮਕੋਲ ਅਵੇਲੇਬਲ ਨਹੀਂ ਹੈ, ਘਰਾਂ 'ਚ ਲੂਣ ਪਿਆ ਹੁੰਦਾ ਹੈ, ਘਰਾਂ 'ਚ ਨਿੰਬੂ ਲੱਭੇ ਪਏ ਨੇ, ਥੋੜੀ ਜਿਹੀ ਚੀਨੀ ਪਈ ਹੈ, ਤੁਸੀਂ ਉਹਦੇ 'ਚ 1 ਲੀਟਰ ਉਹਦੇ ਵਿੱਚ ਹੀ ਤੁਸੀਂ ਅੱਧੀ ਤੋਂ ਥੋੜੀ ਜ਼ਿਆਦਾ ਜਿਹੜੀ 40 ਚਮਚ ਹੁੰਦੀ ਉਹ ਨਿਮਕੋਲ ਔਰ ਨਮਕ ਪਾਓ ਉਹਦੇ ਵਿੱਚ, 1 ਲੇਮੂ ਪਾਓ। ਅਗਰ ਸ਼ੱਕਰ ਜਾਂ ਗੁੜ ਮਿਲ ਜੇ ਉਹ ਪਾ ਲਓ, ਬਿਹਤਰ ਹੈ ਬਜਾਏ ਕਿ ਚੀਨੀ ਪਾਓ ਕਿ ਚੀਨੀ ਵੀ ਸਾਡੀ ਕੈਮੀਕਲ ਤਰੀਕੇ ਨਾਲ ਤਿਆਰ ਹੋ ਰਹੀ ਹੈ ਜੀ। ਔਰ ਉਹ ਬੱਚੇ ਨੂੰ ਪਿਲਾਓ ਤੁਸੀਂ। ਸਹੀ, ਉਹਦੇ ਨਾਲ ਫਿਰ ਜਲਦੀ ਰਿਕਵਰੀ ਦਾ ਪ੍ਰੋਸੈਸ ਜਿਹੜਾ ਸਭ ਤੋਂ ਜ਼ਿਆਦਾ ਰਿਕਵਰੀ ਇਹ ਹੁੰਦੀ ਹੈ। ਉਹਦੇ ਵਿੱਚ 2 ਚੀਜ਼ਾਂ ਅਸੀਂ ਮਾਵਾਂ ਨੂੰ ਕਹਿ ਦਿੰਦੇ ਹਾਂ ਪਹਿਲੇ ਹੀ ਕਿ ਜਦੋਂ ਬੱਚੇ ਨੂੰ ਦਸਤ ਲੱਗਣ, ਇੱਕ ORS ਤੇ ਇੱਕ ਜ਼ਿੰਕ, ਇਹ ਤੁਸੀਂ ਫਸਟ ਏਡ ਘਰ ਤੋਂ ਕਰ ਦੇਣੀ ਹੈ। ਜ਼ਿੰਕ ਵੀ ਲਾਜ਼ਮੀ ਰੱਖਣਾ ਜ਼ਿੰਕ ਲਾਜ਼ਮੀ, ਦਿਨ ਵਿੱਚ ਤੁਸੀਂ ਇੱਕ ਟਾਈਮ ਵਿੱਚ 5 ml ਜ਼ਿੰਕ ਬੱਚੇ ਨੂੰ ਦੇਣਾ ਹੀ ਦੇਣਾ ਜਦੋਂ ਦਸਤ ਲੱਗ ਜਾਣ। ਕਿਉਂਕਿ ਮਾਵਾਂ ਆਉਂਦੀਆਂ ਨੇ ਰੋਂਦੀਆਂ ਕਿ ਬੱਚੇ ਨੂੰ ਠੀਕ ਨਹੀਂ ਹੋ ਰਿਹਾ, ਫਿਰ ਉਹਨੂੰ ਦੱਸਦੇ ਕਿ ਘਰ ਵਿੱਚ ਫਸਟ ਏਡ ਜ਼ਰੂਰੀ ਹੈ। ਇਹਦੇ ਬਾਵਜੂਦ ਅਗਰ ਤੁਸੀਂ ਦੇਖਦੇ ਪਿਓ ਕਿ ਤੁਸੀਂ ਇੱਕ ਦਿਨ ਨਿਮਕੋਲ ਵੀ ਪਿਲਾਇਆ, ਜ਼ਿੰਕ ਵੀ ਦਿੱਤਾ ਹੈ ਤੇ ਬੱਚੇ ਦਾ ਦਸਤ ਨਹੀਂ ਰੁਕ ਰਿਹਾ, ਫਿਰ ਤੁਸੀਂ ਡਾਕਟਰ ਕੋਲ ਆਓ। ਫਿਰ ਡਾਕਟਰ ਦੱਸਦਾ ਹੈ ਕਿ ਕਿਸ ਕਿਸਮ ਦਾ ਸਾਲ ਹੈ। ਰੋਟਾ ਵਾਇਰਸ ਸਭ ਤੋਂ ਜ਼ਿਆਦਾ ਪਾਕਿਸਤਾਨ ਵਿੱਚ ਹੈ। ਸਾਡੇ ਪਿੰਡਾਂ ਵਿੱਚ ਕਈ ਲੋਕ ਨੇ ਉਹ ਵੈਕਸੀਨੇਸ਼ਨ ਨਹੀਂ ਕਰਾਉਂਦੇ। ਹੁਣ WHO ਨੇ ਪਾਕਿਸਤਾਨ ਦੇ ਵਿੱਚ ਇੱਕ ਵੈਕਸੀਨੇਸ਼ਨ ਦਾ ਅਮਲ ਸ਼ੁਰੂ ਕੀਤਾ, ਜਿਹੜਾ ਕੋਈ ਬੱਚਿਆਂ ਨੂੰ ਕਾਰਡ ਬਣ, ਜਦੋਂ ਬੱਚਾ ਪੈਦਾ ਹੁੰਦਾ ਹੈ ਉਹਨੂੰ ਇੱਕ ਵੈਕਸੀਨ ਲੱਗੀ ਜਾਂਦੀ ਹੈ। ਉਹਦੇ ਵਿੱਚ ਪੈਂਟਾਵੈਕਸ ਲੱਗਦੀ ਹੈ, ਜਿਹਦੇ ਵਿੱਚ ਹੈਪੇਟਾਈਟਸ ਹੋ ਗਿਆ, ਹੈਪੇਟਾਈਟਸ B ਹੋ ਗਿਆ, ਮੀਜ਼ਲਸ ਹੋ ਗਿਆ, ਮੰਪਸ ਹੋ ਗਏ, ਜਿਹੜੇ ਜਿਹਨੂੰ ਅਸੀਂ ਕਾਕੜਾ ਲਾਕੜਾ ਕਹਿੰਦੇ ਆ, ਜਾਂ ਫਿਰ ਚਿਕਨਗੁਨੀਆ, ਇਹ ਸਾਰੇ 5 ਵੈਕਸੀਨ ਇੱਕ ਹੀ ਟੀਕੇ 'ਚ ਲੱਗ ਜਾਂਦੀਆਂ ਨੇ। 6 ਮਾਹ ਦੀ ਜਦੋਂ ਬੱਚਾ ਹੁੰਦਾ ਉਹਨੂੰ ਇੱਕ ਰੋਟਾ ਵਾਇਰਸ ਦੀ ਵੈਕਸੀਨ ਲੱਗਦੀ ਹੈ। ਰੋਟਾ ਵਾਇਰਸ ਪਾਕਿਸਤਾਨ 'ਚ ਲੀਡਿੰਗ ਕਾਜ਼ ਹੈ ਬੱਚਿਆਂ ਵਿੱਚ ਡਾਇਰੀਆ ਕਰਾਉਣ ਦਾ। ਔਰ 6 ਮਾਹ ਦੀ ਉਮਰ 'ਚ ਜਦੋਂ ਬੱਚਾ 6 ਮਾਹ ਦਾ ਹੁੰਦਾ ਪਹਿਲਾ ਲੱਗ ਜਾਂਦਾ ਉਹ। ਫਿਰ ਉਸ ਤੋਂ ਬਾਅਦ ਦੂਸਰਾ ਜਿਹੜਾ ਟੀਕਾ ਉਹਦਾ 9 ਮਾਹ ਦੀ ਉਮਰ 'ਚ ਲੱਗਦਾ ਹੈ। ਤੇ ਪਿੰਡਾਂ ਵਿੱਚ ਲੋਕਾਂ ਨੂੰ ਇਹ ਪਤਾ ਹੀ ਨਹੀਂ ਚੀਜ਼ਾਂ ਹੈ, ਬਲਕਿ ਪਿੰਡਾਂ ਨੂੰ ਛੋੜ ਕੇ ਲਾਹੌਰ ਦੇ ਵਿੱਚ ਜਿਹੜੇ ਸਾਡੇ ਕੁਝ ਇਲਾਕੇ ਨੇ ਉਹ ਮਾਵਾਂ ਨੂੰ ਨਹੀਂ ਪਤਾ ਹੁੰਦਾ। ਫਿਰ ਤੁਹਾਨੂੰ ਦੱਸੀਦਾ ਹੈ ਕਿ ਇਹ ਵੈਕਸੀਨ ਲਵਾਉਣੀ ਜ਼ਰੂਰੀ ਹੈ, ਇਹ ਤੁਹਾਡੇ ਬੱਚੇ ਨੂੰ ਇਮਿਊਨਿਟੀ ਦੇਗੀ। ਕਿਉਂਕਿ तमाम ਵੈਕਸੀਨਸ ਤੇ ਹੁਣ ਤੇ ਗਵਰਨਮੈਂਟ ਦੀ ਤਰਫੋਂ ਸੈਂਟਰਸ ਦੇ ਵਿੱਚ ਫ੍ਰੀ ਅਵੇਲੇਬਲ ਬਹੁਤ free ਹੈ, ਹਰ ਜਗ੍ਹਾ available ਖਰੀਦਣੀ ਵੀ ਨਹੀਂ ਪੈਂਦੀ। ਬਿਲਕੁਲ ਖਰੀਦਣੀ ਨਹੀਂ ਪੈਂਦੀ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਅੱਛਾ ਮੁਸ਼ਤਾਕ ਸ਼ਫਾਈ ਸਾਹਿਬ, ਤੁਹਾਡੀ ਜਿਹੜੀ ਜਰਨੀ ਉਹ ਤੇ ਬੜੀ ਮਜ਼ੇਦਾਰ ਸ਼ੁਰੂ ਹੋਈ ਕਿ ਇੱਕ ਚੈਲੰਜ ਸੀ, ਭਰਜਾਈ ਵੱਲੋਂ ਉਹ ਕਬੂਲ ਕੀਤਾ, ਕੁਛ ਨਹੀਂ ਆਉਂਦਾ ਸੀ ਮੈਂ ਫਿਰ ਉਹ ਸਫ਼ਰ ਸ਼ੁਰੂ ਹੋਇਆ ਔਰ ਫਿਰ ਤੁਸੀਂ ਗੀਤ ਉੱਥੇ ਲੈ ਕੇ ਗਏ। ਉਹਨਾਂ ਕਿਹਾ ਨਹੀਂ ਮੈਨੂੰ ਗੀਤ ਲਿਖ ਕੇ ਦੇ ਫਲਾਣੀ ਸਿਚੁਏਸ਼ਨ ਤੇ, ਫਿਰ ਉਹ ਤੁਸੀਂ ਲਿਖਿਆ ਔਰ ਵਧੀਆ ਗੀਤ ਲਿਖਿਆ, ਪੈਰੀ ਖੁੱਸਾ ਪਸ਼ੋਰੀ ਗੱਲ ਕੁੜਤਾ ਲਾਹੌਰੀ, ਤੇ ਉਹ ਫਿਰ ਚੱਲ ਕੇ ਸਿਲਸਿਲਾ ਹੋ ਗਿਆ। ਲੇਕਿਨ ਮੈਡਮ ਮਲਕਾ ਤਰੰਨੁਮ ਨੂਰ ਜਹਾਂ ਇੱਕ ਵੱਡਾ ਨਾਂ ਨੇ ਔਰ ਨਹੀਂ ਪੈਦਾ ਹੋਣਾ। ਉਹਨਾਂ ਨੇ ਜਦੋਂ ਗੀਤ ਤੁਹਾਡਾ ਪਹਿਲਾ ਜਿਹੜਾ ਵੀ ਗੀਤ ਤੁਸੀਂ ਉਹਨਾਂ ਲਈ ਲਿਖਿਆ, ਮੈਂ ਅਪਰੋਚ ਸੀ ਉਸ ਗੀਤ ਨਿਗਾਰ ਅਵਾਰਡ ਦਿੱਤਾ ਉਹਨਾਂ ਨੇ। ਨਹੀਂ, ਮੇਰੇ ਖਿਆਲ ਮੈਂ ਇਹ ਪੁੱਛਣਾ ਚਾਹੂੰਗੀ ਉਹਨਾਂ ਤੱਕ ਅਪੜੇ ਕਿਵੇਂ? ਇੱਕ ਤੇ ਉਹ ਦੱਸ ਦੇਣ ਔਰ ਦੂਸਰਾ ਇਹ ਦੱਸ ਦੇਣ ਕਿ ਉਦੋਂ ਤੁਹਾਡੀ ਆਪਣੀ ਜ਼ਾਤੀ ਫੀਲਿੰਗ ਕੀ ਸੀ, ਕਿਉਂਕਿ ਬਤੌਰ ਗੀਤ ਨਿਗਾਰ ਦੇ ਅਗਰ ਤੁਹਾਡਾ ਗੀਤ ਇੱਕ ਬਹੁਤ ਵੱਡਾ ਨਾਂ ਗਾ ਰਿਹਾ ਹੈ ਤੇ ਯਕੀਨੀ ਤੌਰ ਤੇ ਇੱਕ ਖਾਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ। ਕਮਾਲ ਇੱਕ ਦਿਨ ਪਹਿਲਾਂ ਉਸ ਤੋਂ ਬਾਅਦ ਫਿਰ ਮੈਂ ਗੀਤ ਕਸ਼ਮਕਸ਼ ਫਿਲਮ ਦਾ ਕਤੀਰ ਸਾਹਿਬ 7 ਗੀਤ ਲਿਖੇ ਤੇ ਗੀਤ ਆ ਕੇ ਫਸ ਗਏ, ਨਹੀਂ ਬਣੀ ਸਿਚੁਏਸ਼ਨ, ਨਹੀਂ ਲਿਖਿਆ ਗਿਆ। ਫਿਰ ਤਸਲੀਮ ਫਾਜ਼ਿਲ ਬੁਲਾਇਆ, ਨਹੀਂ ਹੋਇਆ। ਉਹਨਾਂ ਨੇ ਫਿਰ ਮੈਨੂੰ ਬੁਲਾ ਕੇ ਤੇ ਫਿਲਮ ਸਾਹਿਬ ਉੱਠ ਕੇ ਚਲੇ ਗਏ, ਯਾਰ ਛੋਟਾ ਜਿਹਾ ਬੱਚਾ ਚੁੱਕ ਲਿਆ ਹੈ, ਮਾਸਟਰ ਅਬਦੁੱਲਾ ਬੜਾ ਵੱਡਾ ਮੌਸੀਕਾਰ ਸੀ, ਚੱਲ ਚਲੀਏ ਦੁਨੀਆ ਦੀ ਉਸ ਨੂੰ ਕੋਈ ਜਿਸ ਬੰਦਾ ਨਾ ਛੱਡ ਮੇਰੀ ਬੀੜੀ ਨਾ ਮਰੋ।
ਅੱਛਾ, ਕਸ਼ਮਕਸ਼ ਵਿੱਚ ਕਿਹੜੀ ਕਸ਼ਮਕਸ਼ ਪੈ ਗਈ ਸੀ ਜਿਹੜਾ ਗੀਤ ਨਹੀਂ ਸੀ ਲਿਖਿਆ ਜਾ ਰਿਹਾ, ਉਹ ਉਹ ਕੀ ਐਸੀ ਸਿਚੁਏਸ਼ਨ ਸੀ? ਕਸ਼ਮਕਸ਼ ਸੀ ਕਿ ਇੱਕ ਲੜਕੀ ਟੁੱਟ ਕੇ ਚਾਹੁੰਦੀ ਹੈ, ਅਮੀਰ ਲੜਕੀ ਤੇ ਗਰੀਬ ਮੁੰਡਾ ਹੈ, ਅੱਛਾ। ਉਹਦੇ ਪਿਓ ਦੀ ਫੈਕਟਰੀ 'ਚ ਮੁਲਾਜ਼ਮ, ਸਿਚੁਏਸ਼ਨ ਬੜੀ ਜ਼ਬਰਦਸਤ। ਫੈਕਟਰੀ 'ਚ ਮੁਲਾਜ਼ਮ को ਬਰਦਾਸ਼ਤ ਨਹੀਂ ਕਰਦਾ ਕਿ ਮੁਲਾਜ਼ਮ ਜਿਸ ਜਹਾਜ਼ ਬਣਦੇ ਨੇ, ਬੱਸਾਂ ਬਣਦੀਆਂ ਉਸ ਫੈਕਟਰੀ 'ਚ, ਉਹ ਆਪਣੇ ਮੁਲਾਜ਼ਮ ਨੂੰ ਇੱਕ ਬੇਟੀ ਦੇ ਇੱਕੋ ਬੇਟੀ ਉਹਦੀ ਬੇਟੀ ਟੁੱਟ ਕੇ ਜਾਂਦੀ ਹੈ, ਉਹ ਟੁੱਟ ਕੇ ਉਹਨੂੰ ਕਹਿੰਦੇ ਨੇ ਮਾਰ ਦੇਵਾਂ, ਥਾਂ ਮਾਰ ਦੇਵਾਂ, ਇੱਜ਼ਤ ਖਰਾਬ ਹੋ ਗਈ, ਐਡੇ ਵੱਡਾ ਨਾਂ ਹੋਣਾ ਤੇ ਵੈਲਡਰ ਦੇ ਉੱਥੇ 2000 ਰੁਪਏ ਮਹੀਨੇ ਦੇ। ਤੇ ਫਿਰ ਗੀਤ ਕਿਹੜਾ ਆਂਦਾ? ਸੁਣੋ ਨਾ ਅੱਗੇ ਸਿਚੁਏਸ਼ਨ, ਉਹ ਲੜਕੀ ਟੁੱਟ ਕੇ ਚਾਹੁੰਦੀ, ਅਖੀਰ ਉਹ ਨਹੀਂ ਮੰਨਦਾ, ਬਾਪ ਨਹੀਂ ਮੰਨਦਾ, ਅਖੀਰ ਉਹਦੇ ਘਰ ਪਰਿਆ ਪੈਂਦੀ ਹੈ ਕਿ ਚੱਲ ਜੀ ਮੰਨ ਜਾ ਯਾਰ, ਕੁੜੀ ਮਰ ਜਾਏਗੀ। ਕੁੜੀ ਤਾਂ ਦੇਖ ਰਹੀ ਹੈ ਕਿ ਅਗਰ ਇਹ ਮੇਰਾ ਬਾਪ ਅੱਜ ਹੀ ਨਾ ਮੰਨੇਗਾ ਤੇ ਮੈਂ ਖੁਦਕੁਸ਼ੀ ਕਰ ਲਵਾਂ। ਉਹ ਥੱਲੇ ਜਾ ਕੇ ਉਹਦਾ ਪਿਓ, ਮਾਮੇ, ਚਾਚੇ 20 ਬੰਦੇ ਨੂੰ ਮਨਾ ਰਹੇ ਹੁੰਦੇ, ਅਖੀਰ ਉਹ ਕਹਿੰਦਾ ਜਾਓ ਉਸਕੋ ਕੋ ਬਾਰਾਤ ਲੈ ਕੇ ਆ। ਹੁਣ ਬਾਰਾਤ ਦਾ ਗੀਤ ਯਾਦ ਕਰਨਾ, ਹੋਰ ਕੋਈ ਸਿਚੁਏਸ਼ਨ ਹੋਵੇ, ਉਹ ਬਾਰਾਤ ਦੇ ਗੀਤ ਉਹ ਨਹੀਂ ਚਾਹੁੰਦਾ ਸੀ ਕਿ ਉਹ ਕੋਈ ਪੁਰਾਣੇ ਲਫ਼ਜ਼ ਹੋ, ਉਹ ਫਿਰ ਜਾ ਕੇ ਉਹਨੂੰ ਇੰਝ ਬੇਜੀ ਝੂਟਦੀ ਹੈ ਤੇ ਉਹਦੇ ਕਦਮਾਂ ਜਾ ਕੇ ਡਿੱਗਦੀ ਹੈ, ਪਰੇਸ਼ਾਨ ਬੈਠਾ ਤੇ ਨਵੀਦ ਸੁਣਾਉਣਾ ਉਹਨੂੰ, ਤੇ ਨਵੀਦ ਦੇ 'ਚ ਮੇਰੀ ਕਲਮ टूट गई। क्या बात, तू मिला तो मिली ऐसी जन्नत मिली, अब किसी और जन्नत की परवाह, मिट गए फासले, कम हुई दूरियां, खत्म होने को है सारी मजबूरी, वक्त ने बख्श दी ऐसी राहत मुझे, अब किसी और राहत की परवाह नहीं, तू मिला तो मिली ऐसी जन्नत मिली, अब किसी और जन्नत की परवाह नहीं। जाने क्या क्या हमें लोग कहते रहे, रूह तड़पती रही, हंस के सहते रहे, जो तेरे प्यार ने दी मोहब्बत मुझे, अब किसी भी मोहब्बत की परवाह नहीं। तो उठ के खलो गया प्रोड्यूसर, कहते यार तू तो एडा बड़ा एहसान किया, ਹੁਣ ਮੈਂ 500 ਰੁਪਏ ਨੋਟ ਤਾਂ ਐਡਾ ਵੱਡਾ ਨੋਟ ਉਹ ਹੁੰਦਾ ਹੀ ਨਹੀਂ ਸੀ ਕਿਸੇ ਕੋਲ, ਨੋਟ ਹਰੇ ਰੰਗ ਦਾ, ਤੇ ਕਹਿੰਦਾ ਹੁਣ ਮੇਰਾ ਇੱਕ ਹੋਰ ਆਸਾਨ ਕਰ ਦਿਓ। ਉਹਨੇ ਬੜੇ ਮੁਸ਼ਕਲ 'ਚ ਪਾਤਾ, ਪਰ ਅੱਲਾ ਦੀ ਅਵਾਬ ਮੇਰੇ 'ਤੇ ਮਿਹਰਬਾਨੀ ਸੀ ਅੱਲਾ ਦੀ। ਉਹਨੇ ਕਿਹਾ ਕਸ਼ਮਕਸ਼ ਦਾ ਨਾਮ ਵਿੱਚ ਆ ਜਾਵੇ ਮੇਰੇ ਬੋਲਾਂ 'ਚ। ਹੁਣ ਇੱਕ ਐਡਾ ਖੁਸ਼ਕ ਨਾਂ, ਐਡੀ ਵੱਡੀ ਮੈਂ ਗੱਲ ਕਹਿ ਰਹੀ, ਕਸ਼ਮਕਸ਼ ਕਿਸ ਨਾਮ ਉਹ ਆਇਆ, ਅੱਲਾ ने मन देता क्या, एक मुद्दत इसी कश्मकश में रही, जिसकी थी आदमी बात वो बन गई, ख्वाब लगते हैं सारे हकीकत मुझे, अब किसी भी हकीकत की परवाह नहीं, तू मिला तो मिली ऐसी जन्नत में। निगार अवार्ड मिला, PTV अवार्ड मिला इस गीतों में। हर मेरे दूसरे मुल्क 'ਚ ਵੀ ਮੇਰੇ ਬੇਸ਼ੁਮਾਰ ਲੜਕੀਆਂ ਨੇ ਗਾਇਆ। ਅੱਛਾ, ਮੈਡਮ ਨੇ ਤੁਹਾਡਾ ਪਹਿਲਾ ਗੀਤ ਜਿਹੜਾ ਤੁਸੀਂ ਲਿਖਿਆ ਉਹਨਾਂ ਵਾਸਤੇ ਉਹ ਕਿਹੜਾ ਸੀ ਭਲਾ? ਕਿਹਨਾਂ ਸੇ? ਮੈਂ ਮਲਕਾ ਤਰਨਮ ਇਹ ਪੈਰੀ ਖੁਸਾ ਪਿਚੋਰੀ ਗਲ ਕੁਰਤਾ ਲਾਹੌਰ। ਅੱਛਾ, ਇਹ ਪਹਿਲਾ ਹੀ ਲਿਖਿਆ ਔਰ ਪਹਿਲੇ ਮੈਡਮ ਨੇ ਗਾਇਆ? ਹਾਂਜੀ ਪਹਿਲਾਂ ਹੀ। ਇਹ ਵੀ ਮੈਂ ਕਹਿੰਨੀ ਲਫ਼ਜ਼ ਤੇ ਇਹਨਾਂ ਅੱਗੇ ਹੱਥ ਬਨ ਕੇ ਖਲੋਤੇ ਫਿਰ। ਇੱਕ ਮੈਂ ਤੁਹਾਨੂੰ ਸੁਣਾ ਬੇਟੀ ਦਾ, ਆਂਸੂ ਤੁਹਾਡੇ ਕਢਾ ਦਾਂਗਾ ਖੁਦਾ ਦੀ ਕਸਮ। ਬੇਟੀ ਨੂੰ ਪਿਓ ਛੱਡਣ ਜਾ ਰਿਹਾ, ਡੋਲੀ 'ਚ ਬਿਠਾਉਣ ਜਾ ਰਿਹਾ ਜੀ, ਤੇ ਉਹ ਤਾਂ ਗੂੰਗੀ ਹੁੰਦੀ ਕਿ ਕਿੱਡਾ ਵੱਡਾ ਮੈਂ ਛੱਡ ਕੇ ਮੈਂ ਜਾ ਰਹੀ ਹਾਂ। ਉਹ ਹੁਣ ਦਿਲ ਦੀ ਗਾ ਨਹੀਂ ਸਕਦੀ, ਪਰ ਉਹਦੀ ਦਿਲ ਦੀ ਆਵਾਜ਼ ਮੈਂ ਆਪਣੇ ਕਲਮ 'ਚ ਸਮੋਈ ਕਿ ਪਿਓ ਅੱਜ ਜਾ ਰਿਹਾ, ਪਿਓ ਵੀ ਰੋ ਰਿਹਾ, ਬੇਟੀ ਵੀ ਰੋ ਰਹੀ ਹੈ। ਤੇ ਮੈਂ ਕਿਹਾ ਭੁੱਲੀ ਨਾ ਵੇ ਬਾਬਲਾ ਸਦ ਕੇ ਮੈਂ ਵਾਰੀ ਵੇ, ਭੁੱਲੀ ਨਾ ਵੇ ਬਾਬਲਾ ਸਦ ਕੇ ਮੈਂ ਵਾਰੀ ਵੇ, ਹੁਣ ਅਸਾਂ ਉੱਡ ਜਾਣਾ ਹੀ ਮਾਰ ਕੇ ਉਡਾਰੀ। ਵਾਹ, ਭੁੱਲੀ ਨਾ ਵੇ ਬਾਬਲਾ, ਮੈਨੂੰ ਯਾਦ ਰੱਖੀ, ओवरलैप हो रहा है क्योंकि कुड़ी गा नहीं सकती ऐसे गमज के एडा बड़ा मैच। पुली ना वे बाबला सद के मैं वारी वे, हूँ असा उड़ जाने मार के उडारी वे, अजला तो थियाँ परदेसरा में बाबला। यह भी उन्हें कहा था वाकई शुरू तो थियाँ परदेसरा, बिल्कुल जी। अजला तो थियाँ परदेसरा में बाबला, फिर पीछे मुड़ के की वेखना में बाबला। हाय हाय। ये तो दूर जाने की मैं कर ली तैयारी, हूँ असा उड़ जाने मार के। तो किते नाल बाबला तू लाडे लड़ावेगा, तेरे घर तो मैं होवांगी नहीं, तो किहनूं प्यार करेगा? किते नाल बाबला तू लाडे लड़ावेगा, लाडो रानी कह के किन सीने नाल लावेगा। दिल वाली गल तैन कह दी सारी वे, हूँ सब जाना ही मार के। आखिरी शेर तो मैं कि चेहरे की किताब साड़ी पढ़ लवी बाबला, कदी कदी सानू याद कर लवी बाबला, मिलन आ जाए करी, तेरी किसी गल तो ना होए इनकारी, जिसे भेजा चुड़ के, तेरी किसी गल तो ना होए इनकारी, हूँ असा उड़ जाने मार के उड़ा रही। तो एक मैंने इबरार हाक साहब से बड़ा गुस्सा थी कि एडी कायनात की खूबसूरत चीज़ साइकिल पर बिठा रहे, कभी होया है आ जा नहीं पैदा साइकिल से बहनी है, इन्हें तो गड्डी होनी चाहिए, महल होनी चाहिए, देखो त्यारा होना चाहिए, आ जा नहीं पैदा साइकिल। ਸਾਈਕਲ ਦੀ ਵਜ੍ਹਾ ਇਹ ਸੀ ਕਿ ਹਰ ਕਿਸੇ ਕੋਲ ਗੱਡੀ ਨਹੀਂ ਹੁੰਦੀ। ਉਹ ਨਹੀਂ ਸਾਈਕਲ ਦਾ ਆਵਾਮੀ ਗਾਣਾ ਬਣਾਇਆ, ਘੱਟੋ ਮੈਂ ਕੋਈ ਜ਼ੁਲਮ ਨਹੀਂ ਦੇਖੀ, ਚਲੋ ਟੈਕਸੀ ਦੇਖ ਲਾਂਗੇ, ਰਕਸ਼ੇ ਦੇਖ ਲਾਂਗੇ, ਆ ਜਾ ਨਹੀਂ ਪੈਦਾ ਸਾਈਕਲ ਤੇ। ਮੈਂ ਕੀ ਆਨਰ ਦਿੱਤਾ ਉਹਨੂੰ, ਕਾਇਨਾਤ ਦੀ ਖੂਬਸੂਰਤ ਚੀਜ਼ ਮੈਂ ਆਨਰ ਦਿੱਤਾ। ਮੇਲ ਇੱਕ ਵਾਰੀ ਸਾਡੇ ਨਾਲ ਰੱਖ ਨਹੀਂ, ਮੇਲ ਇੱਕ ਵਾਰੀ ਸਾਡੇ ਨਾਲ ਰੱਖ ਨਹੀਂ ਤਾਂ ਲੈ ਜਾ 50 ਲੱਖ ਦੀ ਨਹੀਂ ਟੰਗ ਵਿੱਚ ਬਹਿਣ ਵਾਲੀ। ਦੇਖੋ ਜਿਨ੍ਹਾਂ ਕੋਲ ਵਿਚਾਰਿਆਂ ਕੋਲ 50 ਨਹੀਂ 5 ਲੱਖ ਦੀ ਮੁਹੱਬਤ ਤੇ ਉਹਨਾਂ ਦਾ ਵੀ ਹੱਕ ਹੈ। ਹੁਣ ਮਾਤੜ ਜੀ ਦੇ ਕੋਲ ਸਾਈਕਲ ਹੈ, ਉਹ ਕੀ ਕਰੇ? ਨਹੀਂ ਸਾਈਕਲ ਉਹ ਕਿੱਥੇ ਤੁਸੀਂ ਆਪਣੇ ਐਨੀ 30-35 ਸਾਲ ਤੁਹਾਡੀ ਉਮਰ ਕੇ ਦੇਖੇ ਜਾ ਦੁਲਹਨ ਸਾਈਕਲ ਤੇ ਬੈਠੀ ਹੋ। ਨਹੀਂ ਦੁਲਹਨ ਨੂੰ ਨਹੀਂ ਉਹਨੇ ਬਿਠਾਇਆ, ਚਲੋ ਚਲੋ ਆ ਜਾ ਨਹੀਂ ਪੈਦਾ ਖੈਰ ਸਾਈਕਲ ਤੇ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ। ਬਿਠਾਇਆ ਉਹਨੇ, ਗਲਤ ਕੀਤਾ ਜੀ। ਲੇਕਿਨ ਤੁਸੀਂ ਬਹੁਤ ਵਧੀਆ ਲਿਖਿਆ ਔਰ ਲਫ਼ਜ਼ ਇੰਨੀ ਰਵਾਨੀ ਦੇ ਨਾਲ ਤੁਸੀਂ ਜੋੜੇ ਨੇ। ਛੇਤੀ ਨਾਲ ਨਿੱਕੀ ਜੀ ਹਾਂ ਨਹੀਂ
ਚੈੱਕ ਲੱਖਾਂ ਦਾ ਮੈਂ ਤੁਹਾਨੂੰ ਕੱਟਦਾ ਨਹੀਂ, ਭਾਵੇਂ ਸਾਡੇ ਪੱਲੇ ਰਵੇ ਨਾ ਕੱਖ ਨਹੀਂ ਚੱਲਿਆ ਜਾ 50 ਰੁਪਏ ਨਹੀਂ ਲੱਖ। ਚਲੋ ਇਹ ਲੱਖਾਂ ਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ। ਫਿਲਹਾਲ ਅਸੀਂ ਸਿਹਤ ਵੱਲ ਵਾਪਸ ਆਉਂਦੇ ਹਾਂ। ਡਾਕਟਰ ਸਾਹਿਬ, ਤੁਸੀਂ ਦੁੱਧ ਦੇ ਬਾਰੇ ਦੱਸਿਆ ਕਿ ਅਗਰ ਬੱਚਾ ਰੋ ਰਿਹਾ ਹੈ ਔਰ ਦੁੱਧ ਨਹੀਂ ਪੀ ਰਿਹਾ ਤਾਂ ਉਹਨੂੰ ਭੁੱਖਾ ਰੱਖੋ ਅੰਟਿਲ ਅਨਲੈਸ ਕਿ ਉਹ ਜਿਹੜਾ ਹੈ ਉਹ ਦੁੱਧ ਵਾਲੀ ਜਾਏ ਔਰ ਬਿਹਤਰ ਉਹਦੀ ਸਿਹਤ ਹੋਵੇ। ਲੇਕਿਨ ਲੈਕਟੋ ਇੰਟੋਲਰੈਂਸ ਦੀ ਇੱਕ ਟਰਮ ਜਿਹੜੀ ਹੈ ਉਹ ਲੋਕੀ ਸੁਣਦੇ ਨੇ ਔਰ ਅਕਸਰ ਇਨਸਾਨਾਂ ਵਿੱਚ ਪਾਈ ਜਾਂਦੀ, ਬੱਚਿਆਂ 'ਚ ਵੀ ਵੱਡਿਆਂ ਦੇ ਵਿੱਚ ਵੀ। ਇਹਦਾ ਕੀ ਹੱਲ ਹੋ ਸਕਦਾ ਹੈ ਔਰ ਜਿਹੜਾ ਦੁੱਧ ਹੈ ਉਹਦਾ ਰੈਸੀਪ੍ਰੋਕਲ ਕੀ ਹੋ ਸਕਦਾ, ਉਹਦੇ ਇਲਾਵਾ ਇਹ ਤਾਂ ਨਿਆਣੇ ਰੋਂਦੇ ਹੀ ਰਹਿਣਗੇ, ਪੀਣਗੇ ਹੀ ਨਹੀਂ। ਲੈਕਟੋਜ਼ ਇੰਟੋਲਰੈਂਸ ਜਿਹੜਾ ਹੈ ਉਹ ਤੇ ਸਭ ਤੋਂ ਪਹਿਲੇ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਮਾਵਾਂ ਦੁੱਧ ਦਿੰਦੀਆਂ ਨੇ, ਦੁੱਧ ਪੀਂਦਾ ਹੈ ਤੇ ਬੱਚੇ ਨੂੰ ਅਗਰ ਦਸਤ ਲੱਗ ਗਏ ਨੇ ਤੇ ਉਹਦੀ ਵਜ੍ਹਾ ਕਦੀ ਵੀ ਮਾਂ ਦੇ ਦੁੱਧ ਦੇ ਨਾਲ ਨਹੀਂ ਹੋਈ, ਕਿਉਂਕਿ ਮਾਂ ਦੇ ਦੁੱਧ ਨਾਲ ਲੈਕਟੋਜ਼ ਇੰਟੋਲਰੈਂਸ ਨਹੀਂ ਹੁੰਦੀ। ਜਦੋਂ ਬੱਚਾ ਖੁੱਲਾ ਦੁੱਧ ਪੀਵੇਗਾ, ਗਾਂ ਦਾ, ਮੱਝ ਦਾ, ਉਹਦਾ ਦੁੱਧ ਪੀਵੇਗਾ ਤੇ ਉਹਦੇ ਵਿੱਚ ਉਹਨੂੰ ਲੈਕਟੋਜ਼, ਕਿਉਂਕਿ ਲੈਕਟੋਜ਼ ਉਹਦੇ ਵਿੱਚ ਬਣਿਆ ਹੁੰਦਾ ਹੈ। ਲੇਕਿਨ ਕੁਝ ਬੱਚਿਆਂ ਵਿੱਚ ਲੈਕਟੋਜ਼ ਜਿਹੜਾ ਵੇ ਇੱਕ ਇੰਜ਼ਾਈਮ ਹੁੰਦਾ ਵੇ ਜਿਹਨੇ ਕਿ ਅੱਗੇ ਨੂੰ ਕਨਵਰਟ ਕਰਨ ਦਾ ਲੈਕਟੇਜ਼ ਵਿੱਚ ਉਹ ਹਾਜ਼ਮਾ ਕਰਦਾ ਹੈ। ਉਹ ਬੱਚਿਆਂ ਨੂੰ ਜਦੋਂ ਦੁੱਧ ਪੀਣ ਦੇ ਦਸਤ ਲੱਗ ਜਾਂਦੇ ਨੇ ਤੇ ਉਹਦਾ ਹੱਲ ਇੱਕ ਇਹ ਹੁੰਦਾ ਹੈ ਕਿ ਅੱਜ ਕੱਲ੍ਹ ਮਾਰਕੀਟ ਵਿੱਚ ਸਾਡੇ ਕੋਲ ਪ੍ਰੋਬਾਇਓਟਿਕਸ ਪਏ ਹੋਏ ਨੇ। ਪ੍ਰੋਬਾਇਓਟਿਕ ਉਹ ਬੈਕਟੀਰੀਆ ਨੇ ਜਿਹੜੇ ਕਿ ਸਾਡੇ ਛੋਟੀ ਤੇ ਵੱਡੀ ਆਂਤ ਵਿੱਚ ਮੌਜੂਦ ਹੁੰਦੇ ਨੇ ਤੇ ਉਹ ਡਾਇਰੀਆ ਲੱਗਣ ਨਾਲ ਖਤਮ ਹੋ ਜਾਂਦੇ ਨੇ। ਪਹਿਲੇ ਤੇ ਇਹ ਹੈ ਕਿ ਉਹ ਪ੍ਰੋਬਾਇਓਟਿਕ ਦਿੱਤਾ ਜਾਏ ਬੱਚੇ ਨੂੰ, ਥੋੜੀ ਜਿਹੀ ਦਹੀਂ ਦੇ ਵਿੱਚ ਪਾ ਕੇ ਜਾਂ ਦੁੱਧ ਵਿੱਚ ਪਾ ਕੇ, ਤੇ ਨਾਲ ਲੈਕਟੋਜ਼ ਇੰਟੋਲਰੈਂਸ ਦੇ ਕੁਝ ਕਤਰੇ ਆਉਂਦੇ ਨੇ, ਬਾਜ਼ ਕਾ ਦੁੱਧ ਵੀ ਆਉਂਦਾ ਹੈ, ਉਹ ਕੁਝ ਦੇਰ ਵਾਸਤੇ ਬੱਚੇ ਨੂੰ ਦਿੱਤਾ ਜਾਂਦਾ ਹੈ। ਉਹ ਆਟੋਮੈਟਿਕਲੀ ਫਿਰ ਕੁਝ ਦੇਰ ਬਾਅਦ ਉਹਦਾ ਦੁੱਧ ਦਾ ਹਾਜ਼ਮਾ ਸ਼ੁਰੂ ਹੋ ਜਾਂਦਾ ਹੈ ਤੇ ਕਾਫੀ ਬਿਹਤਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਰੂਟੀਨ ਬਚ ਜਾਂਦੀ ਹੈ। ਅੱਛਾ, ਤੁਸੀਂ ਦੁੱਧ ਦੀ ਗੱਲ ਕੀਤੀ, ਦੁੱਧ ਤੋਂ ਗੱਲ ਦਹੀਂ ਤੱਕ ਪਹੁੰਚ ਗਈ। ਦਹੀਂ ਵੀ ਇਹੀ ਕੰਮ ਥੋੜਾ ਬਹੁਤ ਕਰਦਾ ਹੈ ਗਟ ਨੂੰ ਥੋੜਾ ਸਮੂਥ ਲਾਈਨ ਕਰਨ 'ਚ। ਤਾਂ ਮੈਂ ਤੁਹਾਡੇ ਤਵੱਸੁਤ ਨਾਲ ਆਪਣੇ ਨਾਜ਼ਰੀਨ ਤੱਕ ਪਹੁੰਚਾਉਣਾ ਚਾਹੂੰਗੀ ਕਿ ਛੋਟੇ ਬੱਚਿਆਂ ਵਾਸਤੇ ਦਹੀਂ ਕਿੰਨਾ ਜ਼ਰੂਰੀ ਹੈ। ਇਸ ਤਰ੍ਹਾਂ ਕਿ ਦਹੀਂ ਜਿਹੜਾ ਵੇ, ਕਿਉਂਕਿ ਉਹਦੇ ਵਿੱਚ ਕੁਝ ਐਸੇ ਬੈਕਟੀਰੀਆ ਨੇ ਜਿਹੜੇ ਕਿ ਸਾਡੇ ਮਿਹਦੇ ਵਾਸਤੇ ਬਹੁਤ ਅੱਛਾ ਹੁੰਦਾ ਹੈ। ਅਸੀਂ ਮਰੀਜ਼ਾਂ ਨੂੰ ਰੋਜ਼ਾਨਾ, ਮੇਰੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਸ਼ੂਗਰ, ਬਲੱਡ ਪ੍ਰੈਸ਼ਰ ਦੇ, ਡਾਕਟਰ ਸਾਹਿਬ ਦਵਾਈਆਂ ਬਹੁਤ ਜ਼ਿਆਦਾ ਖਾ ਰਹੇ ਹਾਂ, ਮਿਹਦੇ 'ਚ ਗਰਮੀ ਹੋ ਗਈ ਹੈ, ਡਾਕਟਰ ਸਾਹਿਬ ਦਵਾਈਆਂ ਖਾਈ ਗੈਸ ਹੋ ਗਈ ਹੈ। ਅਸੀਂ ਇੱਕ ਚੀਜ਼ ਰਿਕਮੈਂਡ ਕਰੀ ਦੀ ਉਹਨਾਂ ਨੂੰ ਕਿ ਸਵੇਰ ਉੱਠ ਕੇ ਖਾਲੀ ਪੇਟ ਦਹੀਂ ਦਾ ਇਸਤੇਮਾਲ ਜ਼ਰੂਰ ਕਰੋ। ਕਮ ਅਜ਼ ਕਮ ਇੱਕ ਪਾ ਤੋਂ ਅੱਧਾ ਕਿਲੋ ਦਹੀਂ, ਕਾਲੀ ਮਿਰਚ ਜਿਹੜੀ ਹੈ ਸਬੂਤੀ ਪਾਣੀ ਹੈ, ਪਿਸੀ ਹੋਈ ਨਹੀਂ ਪਾਣੀ, 5 ਤੋਂ 6 ਦਾਣੇ ਉਹਦੇ ਪਾਓ ਤੇ ਉਹ ਦਹੀਂ ਦਾ ਰੋਜ਼ਾਨਾ ਇਸਤੇਮਾਲ ਕਰੋ। ਉਹਦੇ ਨਾਲ ਭਾਵੇਂ ਤੁਸੀਂ ਚੋਕਰ ਵਾਲੀ ਬ੍ਰੈਡ ਲੈ ਲਵੋ, ਠੀਕ ਹੈ, ਉਹ ਤੁਹਾਡੇ ਵਾਸਤੇ ਇੱਕ ਤੇ ਕੋਲੇਸਟ੍ਰੋਲ ਨਹੀਂ ਬਣਾਏਗੀ। ਦਹੀਂ ਨੂੰ ਰਿੜਕਣਾ ਹੈ ਜਾਂ ਬਸ ਉਦਾਂ ਹੀ ਉਹਦੇ ਉਸ ਤਰ੍ਹਾਂ ਹੀ ਲੈਣਾ। ਤੇ ਬੱਚਿਆਂ ਵਾਸਤੇ ਸਭ ਤੋਂ ਬਿਹਤਰ ਹੈ ਵੇ ਕਿ ਪ੍ਰੋਬਾਇਓਟਿਕ ਦਾ ਇੱਕ ਸਾਸ਼ੇ 5 ਤੋਂ 6 ਚਮਚ ਦਹੀਂ ਵਿੱਚ ਡਾਲੋ। ਜਿਹੜੇ ਬੱਚੇ 8 ਮਾਹ ਤੋਂ 9 ਮਾਹ ਤੋਂ ਉੱਤੇ ਹੋ ਜਾਣ ਉਹਨਾਂ ਨੂੰ 3 ਤੋਂ 4 ਚਮਚ ਰੋਜ਼ਾਨਾ ਦੇਣੇ ਚਾਹੀਦੇ ਨੇ। ਉਹਦੇ ਵਿੱਚ ਇਹ ਹੋਏਗਾ ਕਿ ਬੱਚੇ ਨੂੰ ਦਸਤ ਵੱਜ ਜਾਂਦੇ ਤੇ ਬੜੀ ਜ਼ਿਆਦਾ ਨਮਕੀਆਤ ਦੀ ਕਮੀਆਂ ਤੋਂ ਬੱਚਾ ਪੂਰਾ ਕਰਨ ਲੱਗ ਪੈਂਦਾ ਹੈ। ਯਾਨੀ ਇਹ ਤੁਸੀਂ ਇਹ ਵੀ ਦੱਸ ਰਹੇ ਹੋ ਕਿ ਜਿਹੜੇ ਪਿੰਡਾਂ ਥਾਵਾਂ ਤੇ ਲੋਕ ਸਿਹਤਮੰਦ ਵੇਖੇ ਜਾਂਦੇ ਨੇ, ਉਹ ਸਾਡੀ ਜਿਹੜੀਆਂ ਪੁਰਾਣੀਆਂ ਪੀੜ੍ਹੀਆਂ ਸਨ ਉਹਨਾਂ ਦੀ ਡਾਈਟ ਪਲਾਨ ਨੂੰ ਵੇਖੋ ਤੇ ਸਭ ਤੋਂ ਪਹਿਲਾਂ ਸਵੇਰ ਉੱਠ ਕੇ ਲੱਸੀ ਪੀਤੀ ਜਾਂਦੀ ਸੀ ਔਰ ਮੱਖਣ ਔਰ ਦਹੀਂ, ਯਾਨੀ ਡੇਅਰੀ ਦੀਆਂ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ ਕੋਈ ਨਾਸ਼ਤਾ ਜਾਂ ਚਾਹ ਵੇਲਾ ਹੁੰਦਾ ਸੀ ਔਰ ਫਿਰ ਅੱਗੇ ਸਿਸਟਮ ਇਹਦੇ ਵਿੱਚ ਸਭ ਤੋਂ ਅਹਿਮ ਚੀਜ਼ ਇਹ ਵੇ ਕਿ ਸਾਡਾ ਅੱਜ ਕੱਲ੍ਹ ਜਿਹੜਾ ਵੇ ਨਾ ਖਾਣ ਪੀਣ ਦਾ ਰੋਜ਼ਮਰਾ ਲਾਈਫ ਸਟਾਈਲ ਉਹ ਬੜਾ ਖ਼ਰਾਬ ਹੋ ਚੁੱਕਿਆ ਹੈ। ਸਵੇਰ ਦੇ ਟਾਈਮ ਲੋਕ ਭਾਵੇਂ ਪਿੰਡਾਂ ਵਿੱਚ ਮੈਂ ਦੇਖਿਆ ਹੁਣ 10-12 ਵਜੇ ਨਾਸ਼ਤਾ ਕਰ ਰਹੇ ਹੁੰਦੇ ਨੇ, ਦੁਪਹਿਰ ਦਾ ਖਾਣਾ 4-5 ਵਜੇ ਖਾ ਰਹੇ ਹੁੰਦੇ ਨੇ, ਰਾਤ ਦਾ ਖਾਣਾ ਰਾਤ 10-11-1-12 ਵਜੇ ਤੱਕ ਖਾ ਰਹੇ ਹੁੰਦੇ ਨੇ, ਬਾਹਰ ਜਾਂਦੇ ਨੇ ਬਾਰਬੀਕਿਊ ਖਾਂਦੇ ਨੇ। ਸਵੇਰ ਸਾਡੇ ਕੋਲ ਪੇਸ਼ੈਂਟ ਆ ਜਾਂਦਾ ਹੁੰਦਾ ਇਸ ਤਰ੍ਹਾਂ ਹੈ ਕਿ ਤੁਸੀਂ ਜਿਸ ਟਾਈਮ ਆਪਣੀ ਡਾਈਟ ਨੂੰ ਟਾਈਮ ਤੋਂ ਹਟਾ ਕੇ ਲੈਣ ਲੱਗ ਪੈਂਦੇ ਹੋ ਨਾ, ਤੁਹਾਡੇ ਅੰਦਰ ਦੇ ਜਿੰਨੇ ਨਿਜ਼ਾਮ ਨੇ, ਜਿਸ ਤਰ੍ਹਾਂ ਕਿ ਸਾਡੇ ਅੰਦਰ ਮਿਹਦਾ ਹੈ, ਜਿਗਰ ਹੈ, ਉਹਨੇ ਸਭ ਨੇ ਆਪਣਾ ਕੰਮ ਹੀ ਕਰਨਾ ਹੁੰਦਾ ਹੈ। ਮਿਹਦੇ ਵਿੱਚ ਖੁਰਾਕ ਗਈ ਹੈ, ਜਿਗਰ ਤੋਂ ਕੁਝ ਇੰਜ਼ਾਈਮ ਆਣੇ ਨੇ, ਉਹਨੂੰ ਹਜ਼ਮ ਕਰਨਾ ਹੈ। ਰਾਤ ਨੂੰ 11 ਵਜੇ ਤੁਸੀਂ ਗੋਸ਼ਤ ਦੇ ਟਿੱਕੇ ਖਾ ਗਏ ਹੋ, ਤੁਸੀਂ ਸੋਵੋਗੇ ਤਾਂ ਅੰਦਰ ਜਿਹੜਾ ਤੁਹਾਡਾ ਡਾਈਜੈਸਟਿਵ ਸਿਸਟਮ ਹੈ, ਨਿਜ਼ਾਮ ਹੈ, ਉਹਨੇ ਚੱਲਣਾ ਹੀ ਬੰਦ ਕਰ ਜਾਣਾ ਹੈ, ਉਹਨੇ ਵੀ ਰੈਸਟ ਕਰਨਾ ਹੈ। ਅਸੀਂ ਜਿਸ ਟਾਈਮ ਸੋ ਰਹੇ ਹੁੰਦੇ ਹਾਂ ਤੇ ਇੱਕ ਐਕਟੀਵਿਟੀ ਹੁੰਦੀ ਹੈ ਕਿ ਉਹਨੇ ਪੈਰਾਸਿੰਪੈਥੈਟਿਕ ਐਕਟੀਵਿਟੀ ਇੱਕ ਹੁੰਦੀ ਕਿ ਆਪਣੇ ਆਪ ਵਰਕ ਕਰ ਰਹੇ ਹੁੰਦੇ ਨੇ, ਉਹਨਾਂ ਨੇ ਵੀ ਰੈਸਟ ਕਰਨਾ। ਰਾਤ ਨੂੰ ਅਗਰ ਖੁਰਾਕ ਜ਼ਿਆਦਾ ਹੈਵੀ ਖਾ ਲਈਏ ਉਹ ਤੇ ਬਿਲਕੁਲ ਇਸੇ ਤਰ੍ਹਾਂ ਹੀ ਮਿਹਦੇ ਨੂੰ ਰੈਸਟ ਚਾਹੀਦੀ। ਔਰ ਤੁਹਾਡੀ ਰੈਸਟ ਤੋਂ ਮੈਨੂੰ ਯਾਦ ਆਇਆ ਕਿ ਸਾਡੇ ਪ੍ਰੋਗਰਾਮ ਦਾ ਵੀ ਮੈਕੈਨਿਜ਼ਮ ਹੈ, ਜਿਵੇਂ ਮੈਟਾਬੋਲਿਜ਼ਮ ਹੁੰਦਾ ਇਸ ਤਰ੍ਹਾਂ ਸਾਡੇ ਪ੍ਰੋਗਰਾਮ 'ਚ ਵੀ ਛੋਟੇ ਛੋਟੇ ਰੈਸਟ ਆਉਂਦੇ ਨੇ। ਰੈਸਟ ਦਾ ਵੇਲਾ ਹੋ ਗਿਆ, ਯਾਨੀ ਨਿੱਕੀ ਜੀ ਬ੍ਰੇਕ ਦਾ ਵੇਲਾ ਹੋ ਗਿਆ ਨਾਜ਼ਰੀਨ, ਔਰ ਬ੍ਰੇਕ ਤੇ ਜਾਂਦੇ ਹਾਂ, ਮੁੜ ਕੇ ਵਾਪਸ ਆਵਾਂਗੇ। ਰਹਿਣਾ ਸਾਡੇ ਨਾਲ ਹੈ।
ਮੁੜ ਕੇ ਵਾਪਸ ਆ ਗਿਆ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ। ਪ੍ਰੋਗਰਾਮ ਅੱਜ ਦਾ ਮਹਿਮਾਨ ਚੱਲਦਾ ਪਿਆ। ਮੇਰਾ ਨਾਲ ਹੀ ਉਸਮਾਨ ਬਾਜਵਾ ਹੈ ਔਰ ਮੇਰੇ ਨਾਲ ਡਾਕਟਰ ਮੁਤਜੱਲਾ ਮੌਜੂਦ ਹੈਗੀਆਂ ਨੇ ਔਰ ਇਸੇ ਤਰ੍ਹਾਂ ਸਾਡੇ ਨਾਲ ਮੁਸ਼ਤਾਕ ਸ਼ਿਫਾਈ ਸਾਹਿਬ ਔਰ ਡਾਕਟਰ ਆਸਫ ਜ਼ਹੀਰ ਭੱਟ ਸਾਹਿਬ ਮੌਜੂਦ ਨੇ। ਬ੍ਰੇਕ ਤੋਂ ਪਹਿਲੇ ਲੈਕਟੋਜ਼ ਇੰਟੋਲਰੈਂਸ ਦੀ ਗੱਲ ਹੋ ਰਹੀ ਸੀ। ਲੈਕਟੋਜ਼ ਇੰਟੋਲਰੈਂਸ ਹੋਵੇ ਜਾਂ ਸੋਸਾਇਟੀ 'ਚ ਵੈਸੇ ਇੰਟੋਲਰੈਂਸ ਹੋਵੇ, ਦੋਵੇਂ ਚੀਜ਼ਾਂ ਬੜੀਆਂ ਬੁਰੀਆਂ ਨੇ। ਵੀ ਕੰਮ ਦੋਨਾਂ 'ਚ ਹੀ ਖਰਾਬ ਹੋ ਜਾਂਦਾ। ਬਿਲਕੁਲ ਖਰਾਬ ਹੁੰਦਾ ਹੈ। ਟੋਲਰੈਂਸ ਵੱਲ, ਅਮਨ ਪਸੰਦੀ ਵੱਲ ਸਾਨੂੰ ਵਾਪਸ ਆਉਣਾ ਪਏਗਾ ਤਾਂ ਕਿ ਅਸੀਂ ਇੱਕ ਬਿਹਤਰ ਮੁਆਸ਼ਰਾ ਤਸ਼ਕੀਲ ਦੇ ਸਕੀਏ। ਜੀ ਤੁਸੀਂ ਕੋਈ ਗੱਲ ਕਰ ਰਹੇ ਸੋ ਪਾਕਿਸਤਾਨ ਦੇ ਹਵਾਲੇ ਨਾਲ ਵੀ ਤੁਸੀਂ ਗੀਤ ਲਿਖਿਆ ਬੜਾ ਅੱਛਾ ਜੀ। ਤੇ ਅਮਨ ਔਰ ਆਸ਼ਤੀ ਔਰ ਇਸ ਹਵਾਲੇ ਨਾਲ ਦੇ ਵਿੱਚ ਜੀ ਬੜੀ ਵੱਡੀ ਨਿਮਤ ਅਦਾ ਸਾਨੂੰ ਦਿੱਤੀ ਜੀ ਚੰਦ ਧਰਤੀ ਨੂੰ ਚਾਨਣ ਵੰਡੇ ਲੋਰੀਆਂ ਦੇਣ ਹਵਾਵਾਂ। ਜੀ ਇਹ ਗੀਤ ਜ਼ਰੂਰ ਸਾਡੇ ਵੇਖਣ ਵਾਲਿਆਂ ਨਾਲ ਸਾਂਝਾ ਕਰੋ। ਚੰਦ ਧਰਤੀ ਨੂੰ ਚਾਨਣ ਵੰਡੇ ਲੋਰੀਆਂ ਦੇਣ ਹਵਾਵਾਂ, ਅੱਲਾ ਸੁਣਨ ਦੀ ਇਸ ਦੇਣ ਦਾ ਸੌ ਸ਼ੁਕਰ ਮਨਾ। ਵਾਹ ਵਾਹ ਵਾਹ। ਚੰਦ ਧਰਤੀ ਨੂੰ ਚਾਨਣ ਵੰਡੇ ਲੋਰੀਆਂ ਦੇਣ ਹਵਾਵਾਂ, ਅੱਲਾ ਸੁਣਨ ਦੀ ਇਸ ਦੇਣ ਦਾ ਸੌ ਸ਼ੁਕਰ ਮਨਾਵਾਂ। ਆਸ ਉਮੀਦ ਦੇ ਫੁੱਲ ਖਿੜਦੇ ਨੇ, ਮੀਂਹ ਖੁਸ਼ੀਆਂ ਦੇ ਵਸਣ, ਠਾਠਾ ਮਾਰਦੇ ਦਰਿਆਵਾਂ ਦੇ ਮੋਤੀ ਖਿੜਖਿੜਤ। ਆਸ ਉਮੀਦ ਦੇ ਫੁੱਲ ਖਿੜਦੇ ਨੇ, ਮੀਂਹ ਖੁਸ਼ੀਆਂ ਦੇ ਵਸਣ, ਠਾਠਾ ਮਾਰਦੇ ਦਰਿਆਵਾਂ ਦੇ ਮੋਤੀ ਖਿੜਖਿੜਤ। ਚੁੰਮਰ ਪਾਉਂਦੇ ਮਸਤ ਨਜ਼ਾਰੇ ਜਿੱਧਰ ਜਾਣ ਨਿਗਾਹਾਂ, ਅੱਲਾ ਸੁਣਨ ਦੀ ਇਸ ਦੇਣ ਦਾ ਸੌ ਸ਼ੁਕਰ ਮਨਾਵਾਂ। ਵਾਹ। ਤੇ ਉਹਦਾ ਸ਼ੇਰ ਹੈ ਕਿ ਇਹਦੇ ਮੁਖ ਦੇ ਚਾਨਣ ਨਾਲ ਹਰ ਸੂ ਚਾਨਣ ਹੋਇਆ। ਵਾਹ। ਇਹਦੇ ਮੁਖ ਦੇ ਚਾਨਣ ਦੇ ਨਾਲ ਹਰ ਸੂ ਚਾਨਣ ਹੋਇਆ। ਇਹਦੇ ਪਿਆਰ ਦਾ ਮੋਤੀ, ਮੈਂ ਇਹਦੇ ਪਿਆਰ ਦਾ ਇੱਕ ਮੋਤੀ ਸਾਵਾਂ ਵਿੱਚ ਪਰੋਇਆ। ਆਹਾ। ਇਹਦੇ ਦਿੱਤੇ ਹੋਏ ਸੁੱਖਾਂ ਨੂੰ ਮੈਂ ਕਿਵੇਂ ਭੁੱਲ ਜਾਵਾਂ। ਬਿਲਕੁਲ ਜੀ। ਅੱਲਾ ਸੁਣਨ ਦੀ ਇਸ ਦੇਣ ਦਾ ਸੌ ਸ਼ੁਕਰ। ਚੰਦ ਧਰਤੀ ਨੂੰ ਚਾਨਣ ਵੰਡੇ ਲੋਰੀਆਂ ਦੇਣ ਹਵਾ। ਬਿਲਕੁਲ ਜੀ, ਜਿੰਨਾ ਵੀ ਸ਼ੁਕਰ ਅਦਾ ਕਰੀਏ ਆਜ਼ਾਦੀ ਦੀ ਇਸ ਨੇਮਤ ਨੂੰ, ਸਾਡਿਆਂ ਵਡੇਰਿਆਂ ਜਿਵੇਂ ਕੁਰਬਾਨੀਆਂ ਦੇ ਕੇ ਉਹ ਇਹ ਸਾਰਾ ਮੁਲਕ ਸਾਡੇ ਲਈ ਲਿਆ, ਅਸੀਂ ਤਾਂ ਉੱਥੇ ਪਹੁੰਚ ਹੀ ਨਹੀਂ ਸਕਦੇ। ਬਹੁਤ ਖੂਬਸੂਰਤ ਅੰਦਾਜ਼ ਵਿੱਚ ਤੁਸੀਂ ਜਿਹੜੇ ਨਾ ਇਹ ਸਾਰੇ ਆਪਣੇ ਅਹਿਸਾਸਾਤ ਨੂੰ। ਮੈਂ ਇੱਕ ਖੂਬਸੂਰਤ ਗੀਤ ਤੁਹਾਨੂੰ ਸੁਣਾਉਣ ਲੱਗਾ। ਮੈਂ ਹੁਸਨ ਪਰ ਸ਼ਾਇਰ ਹਾਂ। ਸੋਹਣਿਆਂ ਚੋਂ ਸੋਹਣੀ ਹੈ ਤੂੰ, ਕੁਝ ਨਹੀਂ ਇਕੱਠੇ ਕੀਤੇ, ਸੋਹਣੀ ਦੀ ਲੈਣ ਲਾਈ। ਸੋਹਣਿਆਂ ਚੋਂ ਸੋਹਣੀ ਹੈ ਤੂੰ, ਸੋਹਣਾ ਤੇਰਾ ਸ਼ਹਿਰ ਨਹੀਂ, ਜਿੱਥੇ ਰੱਖੇ ਪੈਰ ਤੇਰੀ ਉੱਥੇ ਉੱਥੇ ਖੈਰ। ਵਾਹ। ਸੋਹਣਿਆਂ ਚੋਂ ਸੋਹਣੀ ਹੈ ਤੂੰ, ਸੋਹਣਾ ਤੇਰਾ ਸ਼ਹਿਰ ਨਹੀਂ, ਜਿੱਥੇ ਰੱਖੇ ਪੈਰ ਤੇਰੀ ਉੱਥੇ ਉੱਥੇ ਖੈਰ ਨਹੀਂ। ਫੁੱਲਾਂ ਨੇ ਚੁਰਾਏ ਤੇਰੀ ਬੁੱਲੀਆਂ ਤੋਂ ਰੰਗ ਨਹੀਂ, ਫੁੱਲਾਂ ਨੇ ਚੁਰਾਏ ਤੇਰੀ ਬੁੱਲੀਆਂ ਤੋਂ ਰੰਗ ਨਹੀਂ, ਸੰਗ ਮਰ ਜਾ ਤੇਰਾ ਅੰਗ ਨਹੀਂ। ਹੁਸਨ ਦੀ ਪਾ ਦੇ ਸਾਡੀ ਝੋਲੀ ਵਿੱਚ ਖੈਰ ਨਹੀਂ, ਜਿੱਥੇ ਰੱਖੇ ਪੈਰ ਤੇਰੀ ਉੱਥੇ ਉੱਥੇ। ਕਜਲੇ ਦੀ ਧਾਰ ਤੇਰੀ ਤਿੱਖੀ ਤਲਵਾਰ ਤੋਂ, ਕੋਇਲ ਦੀ ਕੂਕ ਸੀ ਤੇਰੀ ਛਨਕਾਰ ਤੋਂ, ਮੰਗਣ ਬਹਾਰ ਤੇਰੀ ਦਮ ਦਮ ਖੈਰ ਨਹੀਂ, ਜਿੱਥੇ ਰੱਖੇ ਪੈਰ ਤੇਰੀ ਉੱਥੇ ਉੱਥੇ ਖੈਰ। ਤੇ ਆਖਰੀ ਸ਼ੇਰ ਬੜਾ ਅੱਛਾ। ਇੱਕ ਬੁੱਤ ਦੋਵਾਂ ਨੂੰ ਕਵੇ ਜਗ ਸਾਰਾ ਨਹੀਂ, ਇੱਕ ਬੁੱਤ ਦੋਵਾਂ ਨੂੰ ਕਵੇ ਜਗ ਸਾਰਾ ਨਹੀਂ, ਇੰਜ ਬਣ ਜਾਈਏ ਇੱਕ ਦੂਜੇ ਦਾ ਸਹਾਰਾ ਨਹੀਂ, ਤੇ ਜੀਣਾ ਨਾ ਨਸੀਬ ਹੋਵੇ ਤੇਰੇ ਬਗੈਰ, ਜਿੱਥੇ ਰੱਖੇ ਪੈਰ ਤੇਰੀ ਉੱਥੇ ਉੱਥੇ। ਵਾਹ ਵਧੀਆ। ਬਿਲਕੁਲ ਸੋਹਣਿਆਂ ਚ ਸੋਹਣੀ ਹੈ, ਸੋਹਣਾ ਤੇਰਾ ਸ਼ਹਿਰ। ਇਸੇ ਤਰ੍ਹਾਂ ਹੀ ਹੈ ਔਰ ਸਾਰੀ ਦੁਨੀਆ ਰੱਬ ਦੀ ਬਣਾਈ ਹੋਈ ਸੋਹਣੀ ਹੈ ਔਰ ਉਹਦੇ ਬਾਰੇ ਤੁਸੀਂ ਲਿਖਦੇ ਹੋ ਔਰ ਚੰਗਾ ਲੱਗਦਾ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਵੀ। चौधरी का चांद हो या आफ्ताब किसी का, जो कुछ भी हो खुदा की कसम नाज हुआ। तारीफ तो हुई है जी बिल्कुल। 12 फूल बरसाओ मेरा महबूबा है, कितनी बड़ी गल है। जी 12 क्या का फूल सुटो मेरा महबूबा है। ਬਿਲਕੁਲ ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਤੁਸੀਂ ਵੀ ਗੀਤ ਸੁਣਦੇ ਹੋ ਜਾਂ ਨਹੀਂ ਸੁਣਦੇ, ਜਾਂ ਬਹਾਰਾਂ ਵਾਲੇ ਸੁਣਦੇ ਹੋ ਜਾਂ ਨਹੀਂ ਸੁਣਦੇ? ਹਾਂਜੀ, ਕਦੀ ਕਦੀ ਅਸੀਂ ਵੀ ਜਦੋਂ ਰਿਲੈਕਸ ਹੋਈਏ ਤੇ ਜ਼ਰੂਰ ਗੀਤ ਸੁਣਦੇ। ਪਾਕਿਸਤਾਨ ਦੀ ਜਿਹੜੀ ਫਿਲਮ ਇੰਡਸਟਰੀ ਹੈ ਉਹਦੇ ਵਿੱਚ ਕੋਈ ਪੰਜਾਬੀ ਗੀਤ ਤੁਹਾਡਾ ਫੇਵਰਿਟ ਰਿਹਾ ਹੋਵੇ ਜਾਂ ਮੈਡਮ ਦਾ ਕੋਈ ਗੀਤ? ਮੈਡਮ ਨੂਰ ਜਾਨ ਦਾ ਇੱਕ ਗੀਤ ਹੈ, ਇੱਕ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੋਂ ਹੋਰ ਕੀ ਮੰਗਾਂ। ਬੜਾ ਖੂਬਸੂਰਤ ਗੀਤ ਹੈ ਮੈਡਮ ਦਾ। ਬਿਲਕੁਲ। ਕੀ ਬਾਤ ਹੈ। ਅੱਛਾ ਡਾਕਟਰ ਸਾਹਿਬ ਗੀਤ ਜਿਹੜੇ ਨੇ ਉਹ ਸੁਣਨੇ ਚਾਹੀਦੇ ਨੇ, ਉਹ ਬੰਦੇ ਨੂੰ ਰਿਲੈਕਸ ਕਰਦੇ ਨੇ ਔਰ ਬੰਦਾ ਤਸ਼ੱਦਦ ਪਸੰਦੀ ਦੀ ਬਜਾਏ ਥੋੜਾ ਅਮਨ ਪਸੰਦੀ ਵੱਲ ਜ਼ਰੂਰ ਜਾਂਦਾ। ਅੱਛਾ ਅਸੀਂ ਲੈਕਟੋਜ਼ ਇੰਟੋਲਰੈਂਸ ਦੀ ਗੱਲ ਕੀਤੀ, ਮੈਲ ਨਿਊਟ੍ਰੀਸ਼ਨ ਦੀ ਗੱਲ ਕੀਤੀ। ਅੱਜ ਕੱਲ੍ਹ ਜਿਹੜਾ ਹੈ ਉਹ ਸਿੰਥੈਟਿਕ ਫੂਡ ਦੀ ਗੱਲ ਬਹੁਤ ਜ਼ਿਆਦਾ ਚੱਲਦੀ ਪਈ, ਲੇਕਿਨ ਦੁਨੀਆ ਦੀ ਆਬਾਦੀ ਚੂँਕਿ ਬਹੁਤ ਜ਼ਿਆਦਾ ਵੱਧ ਗਈ ਹੈ, ਉਹਦੀ ਖੁਰਾਕ ਪੂਰੀ ਕਰਨ ਵਾਸਤੇ ਸਾਨੂੰ ਫਾਰਮਸ ਦੇ ਵਿੱਚ ਗੋਸ਼ਤ ਪੈਦਾ ਕਰਨਾ ਪੈਂਦਾ, ਭਾਵੇਂ ਉਹ ਕੁਕੜੀਆਂ ਦਾ ਹੋਵੇ ਜਾਂ ਦੂਜਿਆਂ ਦਾ ਹੋਵੇ। ਹੁਣ ਉਹ ਕਿਹਾ ਜਾ ਰਿਹਾ ਕਿ ਉਹ ਬਹੁਤ ਜ਼ਿਆਦਾ ਠੀਕ ਨਹੀਂ ਸਿਹਤ ਵਾਸਤੇ, ਜਿਹਨੂੰ ਅਸੀਂ ਬਰਾਇਲਰ ਕੁਕੜੀ ਕਹਿ ਦਿੰਦੇ ਜਾਂ ਫਾਰਮੀ ਕੁਕੜੀ ਕਹਿ ਦਿੰਦੇ, ਉਸ ਤੋਂ ਬਗੈਰ ਚਾਰਾ ਵੀ ਨਹੀਂ, ਕਿਉਂਕਿ ਹੁਣ ਬਹੁਤ ਜ਼ਿਆਦਾ ਲੋਕ ਨੇ ਖਾਣ ਵਾਲੇ ਔਰ ਖੁਰਾਕ ਜਿਹੜੀ ਉਹਨੂੰ ਪੂਰਾ ਵੀ ਕਰਨਾ। ਇਹ ਗ੍ਰੈਜੂਅਲੀ ਜਿਵੇਂ ਤੁਸੀਂ ਕਿਹਾ ਕਿ ਅਗਰ ਦੁੱਧ ਪੀਣਾ ਇੱਕ ਵਾਰੀ ਸ਼ੁਰੂ ਕਰ ਦਿਓ ਔਰ ਉਹ ਹਜ਼ਮ ਹੋਣਾ ਸ਼ੁਰੂ ਹੋ ਜਾਏ, ਫਿਰ ਰੂਟੀਨ ਵੱਧ ਜਾਂਦੀ ਹੈ। ਇਹ ਗੋਸ਼ਤ ਵੀ ਕਿਆ ਬਾਅਦ ਦੇ ਵਿੱਚ ਜਿਸਮ ਲਈ ਬਿਹਤਰ ਹੋ ਸਕਦਾ ਹੈ ਜਾਂ ਇਹ ਨੁਕਸਾਨ ਹੀ ਦਿੰਦਾ ਹੈ ਤਾਹਿਆਤ? ਸਭ ਤੋਂ ਪਹਿਲੇ ਇਹ ਚੀਜ਼ ਹੈ ਕਿ ਜਿਹੜੇ ਬਰਾਇਲਰ ਮੁਰਗਾ ਹੈ ਤੁਹਾਡੇ ਫਾਰਮ ਵਿੱਚ ਇਹਨੂੰ ਜਿਸ ਟਾਈਮ ਡਾਈਟ ਦਿੱਤੀ ਜਾਂਦੀ ਹੈ, ਕਿਸੇ ਵੀ ਡਾਈਟ ਦੇਣ ਉਹਦੇ ਸਟੀਰਾਇਡ ਪਾ ਦਿੱਤੇ ਜਾਂਦੇ ਨੇ, ਕਿਉਂਕਿ ਇੱਕ ਚੂਚੇ ਨੂੰ ਉਹਨਾਂ ਨੇ ਰੈਡੀ ਕਰਨਾ ਹੁੰਦਾ ਹੈ,
ਤਕਰੀਬਨ ਮੇਰੇ ਖਿਆਲ ਨਾਲ 3 ਤੋਂ 4 ਮਹੀਨੇ 'ਚ ਇੱਕ ਮੁਕੰਮਲ ਰੈਡੀ ਹੋ ਜਾਂਦਾ ਇਹਨੂੰ ਫਾਰਮ ਹਫ਼ਤਿਆਂ ਦੇ ਗੱਲ ਹੋਣਾ 40 ਦਿਨਾਂ 'ਚ ਪੂਰਾ ਤਿਆਰ ਹੋ ਕਈ ਜਾਂਦਾ ਇਸ ਤਰ੍ਹਾਂ ਵੀ ਨੇ ਬਿਲਕੁਲ ਬਾਇਓਟੈਕਨੋਲੋਜੀ ਸਾਨੂੰ ਦੱਸਿਆ ਵੇ ਡਾਕਟਰ ਸਾਹਿਬਾਂ ਨੇ, ਤੇ ਉਹ ਬੜੀ ਜਲਦੀ ਮੁਰਗਾ ਤਿਆਰ ਹੋ ਜਾਂਦਾ ਹੈ। ਉਹਦੇ ਸਭ ਤੋਂ ਵੱਡਾ ਇਸ਼ੂ ਕੀ ਆਉਂਦਾ ਹੈ ਕਿ ਸਟੀਰੋਇਡ ਲੱਗੇ ਹੁੰਦੇ ਨੇ, ਅਸੀਂ ਉਹ ਖਾ ਲੈਂਦੇ ਆ, ਸਾਡੇ ਲੱਭੇ ਉੱਤੇ ਤੇ ਜਿਗਰ ਉੱਤੇ ਅਸਰਅੰਦਾਜ਼ ਹੋਣ ਲੱਗ ਪੈਂਦੇ ਆ। ਪਾਕਿਸਤਾਨ 2009 ਵਿੱਚ ਡਾਇਬੀਟੀਜ਼ ਸ਼ੂਗਰ ਦੇ ਉੱਤੇ ਜ਼ਿਆਬਤੀਸ ਤੇ 7ਵੇਂ ਨੰਬਰ ਤੇ ਸੀ। ਹੁਣ WHO ਦੇ ਜਿਹੜਾ 2020 ਕੋਵਿਡ ਤੋਂ ਬਾਅਦ ਇੱਕ ਸਰਵੇ ਹੋਇਆ ਹੈ, ਉਹਦੇ ਵਿੱਚ ਪਾਕਿਸਤਾਨ ਸ਼ੂਗਰ ਵਿੱਚ 3ਰੇ ਨੰਬਰ ਤੇ ਆ ਗਿਆ। ਸਾਡੇ ਹਸਪਤਾਲ ਵਿੱਚ ਸਰਵਿਸਿਜ਼ ਤੇ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੋਜੀ ਵਿੱਚ ਇੰਪੀਰੀਅਲ ਕਾਲਜ ਆਫ ਲੰਡਨ ਜਿਹੜਾ ਵੇ, ਉਹਨਾਂ ਦੇ ਤਵੱਸਤ ਨਾਲ ਸਾਡੀ ਗੌਰਮੈਂਟ ਵੱਲੋਂ ਇੱਕ ਕੰਪੇਨ ਚੱਲ ਰਹੀ ਹੈ ਪਾਕਿਸਤਾਨ ਵਿੱਚ ਜ਼ਿਆਬਤੀਸ ਦੇ ਉੱਤੇ, ਕਿ ਪਾਕਿਸਤਾਨ ਵਿੱਚ ਸ਼ੂਗਰ ਹੈ ਕਿੰਨੀ ਕਿ। ਤੇ ਮੈਂ ਇੱਕ ਇਲਾਕੇ ਜਿੱਥੇ ਮੇਰਾ ਕਲੀਨਿਕ ਹੈ, ਉੱਥੇ ਮੈਂ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਸ਼ੂਗਰ ਸੀ ਲੋਕਾਂ ਵਿੱਚ। ਮੈਂ ਆਪਣੇ ਉਹਨਾਂ ਨੂੰ ਅਰਜ਼ ਕੀਤੀ ਕਿ ਸਾਡੇ ਕੋਲ ਇੱਥੇ ਇੱਕ ਲਿਆਓ ਕੈਂਪ ਵੇਖੀਏ ਅਸੀਂ ਕੀ ਕਰਨੇ ਆ। ਅਸੀਂ ਤਕਰੀਬਨ 7 ਦਿਨ ਕੈਂਪ ਕੀਤਾ, ਸੁਬਾਹ 9 ਵਜੇ ਸ਼ੁਰੂ ਕਰਕੇ 12 ਵਜੇ ਖਤਮ ਕਰਨਾ ਸੀ ਅਸੀਂ। ਤੇ ਲੋਕਾਂ ਦੀ ਉਹਦੇ ਵਿੱਚ ਸਾਡੇ ਕੋਲ ਡਾਈਟੀਸ਼ੀਅਨ ਨਾਲ ਸਨ, ਅਸੀਂ ਡਾਇਬੀਟੀਜ਼ ਦੇ ਡਾਕਟਰ ਸਾਂ, ਸਾਡੇ ਕੋਲ ਨਿਊਟ੍ਰੀਸ਼ਨਿਸਟ ਸਨ, ਉਸ ਤੋਂ ਬਾਅਦ ਸਾਡੇ ਕੋਲ ਹੋਰ ਆਪਣੇ ਕਈ ਚੈੱਕ ਕਰਨ ਵਾਲੇ ਹਾਈਟ ਨੂੰ BMI ਸਭ ਕੁਝ ਇਹ ਚੀਜ਼ਾਂ ਹਨ। ਉਹ ਜਦੋਂ ਲੋਕਾਂ ਦੇ ਲਾਈਫ ਸਟਾਈਲ ਦੇਖਿਆ ਤਾਂ ਅਸੀਂ 1100 ਪੇਸ਼ੈਂਟ ਨੂੰ ਅਸੀਂ ਰਜਿਸਟਰਡ ਕੀਤਾ 7 ਦਿਨਾਂ 'ਚ। ਉਹਨਾਂ ਦੇ ਬਲੱਡ ਟੈਸਟ ਕੀਤੇ, ਉਹਨਾਂ 750 ਤਕਰੀਬਨ, ਫਿਗਰ ਮੈਨੂੰ ਪ੍ਰੋਪਰ ਯਾਦ ਨਹੀਂ ਲੇਕਿਨ 750 ਤੱਕ ਮੈਨੂੰ ਯਾਦ ਹੈ ਕਿ 700 ਦੇ ਉੱਤੇ ਲੋਕਾਂ 'ਚ ਸ਼ੂਗਰ ਪਾਈ ਗਈ। ਡਾਇਬੈਟਿਕਸ ਹਨ। ਉਹਨਾਂ ਵਿੱਚੋਂ ਜ਼ਿਆਦਾਤਰ 150 ਤੋਂ 200 ਫੀਮੇਲ ਔਰਤਾਂ ਤੇ ਮਰਦ ਜਿਹੜੇ ਨੇ 200-250 ਮਰਦ ਸਨ 20 ਤੋਂ 30 ਸਾਲ ਦੀ ਉਮਰ ਵਿੱਚ। ਯਾਨੀ ਕਿ ਨੌਜਵਾਨ ਪੀੜ੍ਹੀ ਜਿਹੜੀ, ਉਹਦੀ ਸਭ ਤੋਂ ਵੱਡੀ ਰੇਸ਼ੋ ਕੀ ਬਣੀ ਕਿ ਜਿਹੜੀ ਬ੍ਰਾਇਲਰ ਮੁਰਗਾ ਖਾਣਾ, ਹਰ ਜਗ੍ਹਾ ਬਾਹਰ ਲੋਕ ਟਿੱਕੇ ਇਹ ਚੀਜ਼ਾਂ ਖਾ ਰਹੇ ਨੇ, ਉਹਦਾ ਸਭ ਤੋਂ ਨੁਕਸਾਨ ਤੁਹਾਨੂੰ ਹੋ ਰਿਹਾ। ਡਾਕਟਰ ਸਾਹਿਬ, ਗੱਲ ਲਾਈਫ ਸਟਾਈਲ ਦੀ ਹੋ ਰਹੀ ਹੈ ਤੇ ਗੱਲ ਹੋ ਰਹੀ ਹੈ ਬ੍ਰਾਇਲਰ ਮੁਰਗੇ ਦੀ। ਅਸੀਂ ਥੋੜਾ ਜਿਹਾ ਇਸ ਗੱਲ ਨੂੰ ਬੱਚਿਆਂ ਦੇ ਹਵਾਲੇ ਨਾਲ ਕਰਾਂਗੇ ਕਿ ਬੱਚੇ ਜਿਹੜੇ ਨੇ ਉਹ ਹਰ ਕਿਸਮ ਦਾ ਖਾਣਾ ਖਾਣਾ ਪਸੰਦ ਨਹੀਂ ਕਰਦੇ, ਹਾਲੇ ਉਹਨਾਂ ਦੀ ਟੇਸਟ ਬਡਸ ਵੀ ਆਦੀ ਨਹੀਂ ਹੋਈਆਂ ਹੁੰਦੀਆਂ। ਉਹਨਾਂ ਨੂੰ ਕੀ ਦਿੱਤਾ ਜਾਏ, ਖਾਸ ਕਰ 3 ਸਾਲ ਤੋਂ ਲੈ ਕੇ 9-10 ਸਾਲ ਤੱਕ ਦੀ ਉਮਰ ਦੇ ਬੱਚੇ, ਕਿਉਂਕਿ ਉਹਨਾਂ ਨੇ ਮਾਵਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ। ਸਾਰੀਆਂ ਮਾਵਾਂ ਦੀ ਤੁਸੀਂ ਕਹਿ ਲਓ ਦਿਲ ਦੀ ਆਵਾਜ਼ ਹੈ ਕਿ ਉਹਨਾਂ ਨੂੰ ਕੀ ਖਾਣ ਨੂੰ ਦਿੱਤਾ ਜਾਏ ਹੈਲਦੀ ਵੀ ਹੋਣ। ਜਿਵੇਂ ਪਹਿਲਾ ਸਵਾਲਿਆ ਨਾ ਕੀਤਾ ਮੈਲ ਨਿਊਟ੍ਰੀਸ਼ਨ ਦੇ ਬਾਰੇ 'ਚ, ਕਿ ਬੱਚੇ ਉਸ ਪਾਸੇ ਵੀ ਪੈਰ ਨਾ ਰੱਖਣ ਤੇ ਹੈਲਦੀ ਵੀ ਹੋਣ। ਸਾਡੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਥੋੜੀ ਕਮੀ ਹੈ ਕਿ ਮਾਵਾਂ ਨੂੰ ਐਜੂਕੇਸ਼ਨ ਨਹੀਂ ਹੈ। ਸਾਡੇ ਕੋਲ ਘਰ 'ਚ ਚੀਜ਼ਾਂ ਪਈਆਂ ਨੇ ਜਿਹਨਾਂ ਨੂੰ ਅਸੀਂ ਇਸਤੇਮਾਲ ਕਰਾ ਕੇ ਬੱਚਿਆਂ ਨੂੰ ਉਹਨਾਂ ਦੇ ਟੇਸਟ ਬਡਸ ਡਿਵੈਲਪ ਕਰਾਉਂਦੇ ਹਾਂ। ਜਿਸ ਤਰ੍ਹਾਂ ਕਿ ਰਿਕਮੈਂਡ ਹੈ ਕਿ ਬੱਚਾ 4 ਮਾਹ ਤੱਕ ਉਹਨੂੰ ਦੁੱਧ ਹੀ ਪੀਣਾ ਚਾਹੀਦਾ ਹੈ। ਜਦੋਂ ਬੱਚਾ 6 ਮਾਹ ਦਾ ਹੋ ਜਾਂਦਾ ਹੈ, 6 ਮਾਹ ਵਿੱਚ ਉਹਨੂੰ ਫਿਰ ਅਸੀਂ ਆਹਿਸਤਾ ਜਿਹੜਾ ਕਿ ਉਬਲਿਆ ਘਰ 'ਚ ਆਲੂ ਪਏ, ਆਲੂ ਨੂੰ ਉਬਾਲੋ, ਉਹਨੂੰ ਚੰਗੀ ਤਰ੍ਹਾਂ ਫੇਹ ਲਵੋ, ਮੈਸ਼ ਹੋ ਜਾਏਗਾ। ਮੱਖਣ ਮਾਵਾਂ ਦੇ ਕੋਲ ਪਿੰਡਾਂ ਵਿੱਚ ਘਰ 'ਚ ਮੱਖਣ ਪਿਆ, ਥੋੜ੍ਹਾ ਜਿਹਾ ਮੱਖਣ ਰੱਖੋ, ਉਹਨੂੰ ਮਿਕਸ ਕਰੋ, ਬੱਚੇ ਨੂੰ 2-3 ਚਮਚ ਉਹਦੇ ਲਵਾਉਣੇ ਸ਼ੁਰੂ ਕਰੋ। ਬੱਚਾ ਉਹ ਖਾਏਗਾ, ਉਹਦਾ ਟੇਸਟ ਬਡ ਪਹਿਲੇ ਉਹਦੇ ਮੁਤਾਬਕ ਬਣੇਗਾ। ਤੁਹਾਡੇ ਕੋਲ ਘਰ ਸੇਬ ਹੈ, ਆੜੂ ਹੈ, ਇਹਨੂੰ ਚੰਗੀ ਤਰ੍ਹਾਂ ਉਸ ਤਰ੍ਹਾਂ ਹੀ ਮੈਸ਼ ਕਰੋ, ਫੇਹ ਲਵੋ, ਫੇਹਣ ਤੋਂ ਬਾਅਦ ਉਹਨੂੰ ਥੋੜ੍ਹੀ ਚਮਚ ਉਹਦੀ ਵੀ ਨਾਲ ਲਵਾਉਂਦੇ ਜਾਓ। ਬਾਹਰ ਦੇ ਮੁਲਕਾਂ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਨੂੰ ਮੈਸ਼ ਦੀਆਂ ਬੋਤਲਾਂ ਲੱਭਦੀਆਂ ਨੇ। ਪਾਕਿਸਤਾਨ 'ਚ ਚੂੰਕਿ ਸਾਡਾ ਮੁਲਕ ਐਸਾ ਹੈ ਕਿ ਇੱਥੇ ਉਹ ਚੀਜ਼ਾਂ ਅਵੇਲੇਬਲ ਨਹੀਂ ਹੈ ਪਿੰਡਾਂ ਥਾਵਾਂ 'ਤੇ, ਸ਼ਹਿਰਾਂ ਵਿੱਚ ਤਾਂ ਹੈ ਨੇ ਲੇਕਿਨ ਉਹ ਪਿੰਡਾਂ ਥਾਵਾਂ 'ਚ ਨਹੀਂ ਨੇ। ਉਹ ਉੱਥੇ ਇਸ ਤਰ੍ਹਾਂ ਹੀ 6 ਮਾਹ 9 ਮਾਹ ਜਦੋਂ ਬੱਚਾ 10 ਮਾਹ ਦਾ ਹੋ ਜਾਂਦਾ, ਇਹਨੂੰ ਬਰੀਕ ਕੀਮਾ ਕਿਸੇ ਵੀ ਗੋਸ਼ਤ ਦਾ ਬਿਲਕੁਲ ਬਰੀਕ ਕਰਕੇ ਤਾਂ ਕਿ ਉਹਦੀਆਂ ਅੰਤੀਆਂ 'ਚ ਫਸੇ ਨਾ, ਉਹ ਦੇਣਾ, ਕਾਲੀ ਮਿਰਚਾਂ ਸ਼ੁਰੂ ਕਰਦੇ ਨੇ। ਤੇ ਇਹ ਜਿਹੜੀ ਚੀਜ਼ਾਂ ਨੇ ਸਾਡੇ ਘਰਾਂ 'ਚ ਅਵੇਲੇਬਲ ਨੇ, ਹਰ ਬੰਦੇ ਕੋਲ ਦਸਤਿਆਬ ਪਈਆਂ ਨੇ, ਲੇਕਿਨ ਲੋਕਾਂ ਨੂੰ ਐਜੂਕੇਸ਼ਨ ਨਹੀਂ ਹੈ। ਲੇਕਿਨ ਉਸੇ ਵਜ੍ਹਾ ਤੋਂ ਮੈਂ ਦੇਸੀ ਘੀ ਔਰ ਮੱਖਣ ਦੀ ਗੱਲ ਕੀਤੀ, ਲੋਕੀ ਤੇ ਡਰਦੇ ਨੇ ਇਹਦੇ ਤੋਂ। ਤੁਸੀਂ ਕਿਹਾ ਮੱਖਣ 6 ਮਾਹ ਦੇ ਬੱਚੇ ਨੂੰ ਦੋ, ਲੋਕੀ ਤੇ 6 ਸਾਲ ਦੇ ਬੱਚੇ ਨੂੰ ਦੇਣ ਤੋਂ ਡਰਦੇ ਨੇ। ਉਹਦੇ ਵਿੱਚ ਕੋਈ ਹਰਜ ਨਹੀਂ ਹੈ। ਤੁਸੀਂ ਦੇਖੋ ਨਾ ਮੱਖਣ ਦੀ ਕੁਆਂਟੀਟੀ, ਤੁਸੀਂ ਅਗਰ ਇੱਕ ਆਲੂ ਪਿਆ ਦੇ ਵਿੱਚ 1 ਤੋਂ 2 ਚਮਚ ਮੱਖਣ ਮਿਕਸ ਕਰੋਗੇ, ਮਿਕਸ ਕਰਕੇ ਬੱਚੇ ਨੂੰ ਦਿਓ, ਉਹਦੇ ਕਈ ਅਜ਼ਾਬ ਬਣਦੇ ਨੇ। ਬੱਚੇ ਦੀ ਹੱਡੀਆਂ ਪੈਦਾ ਹੋਣ ਤੋਂ ਬਾਅਦ ਵੀ ਜਿਹੜੀਆਂ ਨੇ ਕਮਜ਼ੋਰ ਹੁੰਦੀਆਂ ਨੇ, ਜਦੋਂ ਤੱਕ ਉਹਦੇ 'ਚ ਕੈਲਸ਼ੀਅਮ ਨਹੀਂ ਜਾਏਗਾ। ਬਲਕਿ ਮੱਖਣ ਦਾ ਤੇ ਇਹ ਵੀ ਇਹ ਮਤਜੱਲਾ ਬਚਪਨ ਦੇ ਵਿੱਚ ਜਿਹੜੇ ਪਿੰਡਾਂ ਥਾਵਾਂ ਤੇ ਮਾਵਾਂ ਹੁੰਦੀਆਂ ਨੇ, ਜਦੋਂ ਦੁੱਧ ਰਿੜਕਦੀਆਂ ਨੇ ਤੇ ਨਿਆਣਾ ਅਗਰ ਆਲੇ ਦੁਆਲੇ ਖੇਡਦਾ ਪਿਆ ਤੇ ਇੰਜ ਉਂਗਲ ਲਾ ਕੇ ਉਹਨੂੰ ਖਿਲਾ ਦਿੰਦੀਆਂ ਨੇ। ਉਹ ਖਾਂਦਾ ਨਿਕਲ ਜਾਂਦਾ, ਫਿਰ ਘੜੀ ਕੋ ਆਉਂਦਾ, ਫਿਰ ਉਹ ਮੱਖਣ ਖਾ ਲੈਂਦਾ ਤੇ ਉਹ ਰਿੜਕਦੇ ਮਾਵਾਂ ਦੇ ਵਿੱਚ ਨਾ ਇੱਕ ਫੀਅਰ ਹੈ ਕਿ ਮੱਖਣ ਔਰ ਦੇਸੀ ਘੀ ਦੋਨੋਂ ਚੀਜ਼ਾਂ ਸਿਹਤ ਵਾਸਤੇ ਨੁਕਸਾਨਦੇਹ ਨੇ। ਇਹ ਬਹੁਤ ਇੱਕ ਆਮ ਸੋਚ ਹੈ ਔਰ ਲੋਕ ਖੁਦ ਵੀ ਦੇਸੀ ਘੀ ਪਸੰਦ ਨਹੀਂ ਕਰਦੇ। ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਵੇ ਕਿ ਤੁਸੀਂ ਅਗਰ ਬੱਚੇ ਨੂੰ ਦਿਓਗੇ 5 ਸਾਲ ਦੀ ਉਮਰ ਤੋਂ ਥੱਲੇ ਬੱਚਿਆਂ ਨੂੰ, ਉਹਦੀ ਨਿਊਟ੍ਰੀਸ਼ਨ ਪੂਰੀ ਹੁੰਦੀ ਜਾਏਗੀ।
ਕੈਲਸ਼ੀਅਮ ਦੀ ਕਮੀ ਨਹੀਂ ਆਏਗੀ, ਆਇਰਨ ਦੀ ਕਮੀ ਨਹੀਂ ਆਏਗੀ। ਸੇਬ ਨੂੰ ਫੇ ਕੇ ਰੋਜ਼ਾਨਾ ਦਿਓ, ਆਇਰਨ ਦੀ ਕਮੀ ਖਤਮ ਹੋ ਜਾਏਗੀ। ਵੱਡਿਆਂ ਵਿੱਚ ਦੇਖੋ, ਵੱਡਿਆਂ 'ਚ ਐਵੇਂ ਕਿ ਸਾਡੇ ਕੋਲ ਐਕਸਰਸਾਈਜ਼ ਵਰਦਿਸ਼ ਕਰਨਾ ਖਤਮ ਹੋ ਚੁੱਕੀ ਹੈ। ਪਿੰਡਾਂ ਥਾਵਾਂ 'ਤੇ ਕੀ ਹੈ, ਅਗਰ ਅਸੀਂ ਦੇਸੀ ਘਿਓ ਖਾਂਦੇ ਪਏ ਹਾਂ, ਦੁੱਧ ਪੀਂਦੇ ਪਏ ਹਾਂ, ਜਾ ਕੇ ਉਹ ਵਾਹੀ ਵਾਣੀ ਕਰਦੇ ਨੇ, ਉਹ ਸਾਰੀ ਐਕਸਰਸਾਈਜ਼ ਦੁੱਧ 'ਚ ਲੱਗ ਜਾਂਦੀ ਹੈ ਤੇ ਉਹ ਹਾਜ਼ਮਾ ਵੀ ਅੱਛਾ ਹੁੰਦਾ ਹੈ ਤੇ ਤੁਹਾਡੇ ਜਿਸਮ ਦੇ ਵਿੱਚ ਬਲੱਡ ਦੀ ਸਰਕੂਲੇਸ਼ਨ ਨਾਰਮਲ ਹੁੰਦੀ ਹੈ। ਯਾਨੀ ਬੁਨਿਆਦੀ ਤੌਰ ਤੇ ਡਾਕਟਰ ਸਾਹਿਬ ਮੱਖਣ ਤੇ ਬੁਰਾ ਨਹੀਂ ਹੈ, ਲੇਕਿਨ ਬੱਚਾ ਅਗਰ ਮੱਖਣ ਖਾ ਕੇ ਟੈਬ ਦੇ ਉੱਤੇ ਬਹਿ ਗਿਆ ਔਰ ਹਿੱਲਿਆ ਜੁਲਿਆ ਨਹੀਂ, ਲਾਈਫ ਸਟਾਈਲ ਤੇ ਗੱਲ ਆ ਕੇ ਮੁੱਕ ਤੇ ਫਿਰ ਮੱਖਣ ਦਾ ਕਸੂਰ ਨਹੀਂ ਬੱਚੇ ਦਾ ਜਾਂ ਉਹਨਾਂ ਦੀਆਂ ਮਾਡਰਨ ਜਦੀਦ ਮਾਵਾਂ ਦਾ ਸਭ ਕਸੂਰ ਤੋਂ ਹੈ। ਵੱਡੀ ਚੀਜ਼ ਹੈ ਵੇ, ਦੇਖੋ ਤੁਸੀਂ ਸਾਡੇ ਕੋਲ ਹੁਣ ਸਕੂਲਾਂ ਵਿੱਚ ਜਿਹੜੇ ਸਕੂਲ ਨੇ ਜੀ, ਉਹਨਾਂ 'ਚ ਪਲੇਗਰਾਉਂਡ ਖਤਮ ਹੈ। ਇੱਕ ਬਿਲਡਿੰਗ ਲਈ ਉਹਦੇ 'ਚ ਸਕੂਲ ਬਣਾ ਦਿੱਤਾ ਹੈ। ਹੁਣ ਬੱਚੇ ਵਾਸਤੇ ਪਲੇਗਰਾਉਂਡ ਸਭ ਤੋਂ ਅਹਿਮ ਚੀਜ਼ ਹੈ। ਅਗਰ ਉਹ ਪਲੇਗਰਾਉਂਡ ਹੈ ਹੀ ਨਹੀਂ ਹੈ, ਬੱਚੇ ਨਾ ਦੌੜ ਸਕਦਾ ਹੈ, ਨਾ ਖੇਲ ਸਕਦਾ ਹੈ, ਨਾ ਐਕਸਰਸਾਈਜ਼ ਕਰ ਸਕਦਾ ਹੈ, ਪੀਟੀ ਦਾ ਟਾਈਮ ਖਤਮ ਕਰ ਦਿੱਤਾ ਬੱਚੇ ਦੇ ਉੱਤੇ। ਉਹ ਤੇ ਤੁਸੀਂ ਫਿਰ ਅਗਲਾ ਸਟੈਪ ਡਾਕਟਰ ਸਾਹਿਬ ਕਹਿ ਗਏ ਹੋ, ਕਲਾਸਰੂਮ ਇਸ ਤਰ੍ਹਾਂ ਦੇ ਨੇ ਕਿ ਬੱਚਾ ਸਾਹ ਨਹੀਂ ਲੈ ਸਕਦਾ। ਇੱਕ ਬੈਂਚ ਤੇ 5-5 ਬੱਚੇ ਬੈਠੇ ਨੇ ਔਰ ਉਹ ਕੋਈ ਡਿੱਗਦਾ ਪਿਆ, ਕੋਈ ਫਸਿਆ ਹੋਇਆ, ਉਹਨਾਂ ਦਾ ਸਾਹ ਹੀ ਨਹੀਂ ਨਿਕਲ ਰਿਹਾ। ਇਹ ਦੇਖੋ ਕਿ ਜਿਹੜੇ ਵੱਡੇ ਬੰਦੇ ਨੇ ਸਾਡੇ ਲਾਹੌਰ ਵਿੱਚ ਹੁਣ ਬਾਗਾਤ ਖਤਮ ਹੋ ਚੁੱਕੇ ਨੇ, ਉਹ ਜ਼ਮੀਨਾਂ ਖਤਮ ਕਰਕੇ ਸੁਸਾਇਟੀਆਂ ਬਣਾ ਦਿੱਤੀਆਂ ਗਈਆਂ ਨੇ। ਬਾਗ ਬੜੇ ਥੋੜੇ ਹੋ ਗਏ ਨੇ, ਪਹਿਲੇ ਬਾਗਾਂ ਦਾ ਸ਼ਹਿਰ ਸੀ ਲੇਕਿਨ ਬਾਗ ਥੋੜੇ ਹੋ ਗਏ ਨੇ। ਮੇਰੇ ਕੋਲ ਜਿਹੜੇ ਸ਼ੂਗਰ ਦੇ ਮਰੀਜ਼ ਆਉਂਦੇ, ਮੈਂ ਉਹਨਾਂ ਨੂੰ ਰੋਜ਼ਾਨਾ ਕਹਿੰਦਾ ਕਿ ਕਮ ਅਜ਼ ਕਮ ਰੋਜ਼ ਦੀ 90 ਮਿੰਟ ਦੀ ਵਾਕ ਤੁਹਾਡੇ ਵਾਸਤੇ ਜ਼ਰੂਰੀ ਹੈ। ਵਾਕ ਵਿੱਚ ਜਿਹੜੀ ਜੌਗ ਕਰੋ। ਉਹ ਵਿਚਾਰੇ ਫਿਰ ਕੀ ਕਰਦੇ ਨੇ, ਮੈਨੂੰ ਅਕਸਰ ਆਖਦੇ ਸਨ, ਡਾਕਟਰ ਸਾਹਿਬ ਅਸੀਂ ਘਰ ਦੀ ਛੱਤ 'ਤੇ ਵਾਕ ਕਰਨੇ ਆ, ਅਸੀਂ ਬਾਹਰ ਵਾਕ ਕਰਨ ਜਾਂਦੇ ਹਾਂ। ਤੇ ਮੈਂ ਫਿਰ ਉਹਨੂੰ ਇੱਕ ਚੀਜ਼ ਕਹਿਣਾ ਕਿ ਕੋਸ਼ਿਸ਼ ਕਰੋ ਕਿਸੇ ਐਸੀ ਜਗ੍ਹਾ 'ਤੇ ਜਾਓ ਜਿੱਥੇ ਖੁੱਲੇ ਦਰਖਤ ਲੱਗੇ ਹੋਣ। ਤੁਹਾਨੂੰ ਸਵੇਰ ਫਜਰ ਤੋਂ ਬਾਅਦ ਇੱਕ 45 ਮਿੰਟ ਦੀ ਵਾਕ ਕਰ ਲਓ। ਅਸਰ ਤੋਂ ਮਗਰਬ ਦੇ ਅਸਰ ਤੋਂ ਮਗਰਬ ਦੇ ਦਰਮਿਆਨ ਇੱਕ ਵਾਕ ਕਰ ਲਵੋ ਤੇ ਉਹਦੇ ਵਿੱਚ ਇਹ ਹੈ ਕਿ ਤੁਹਾਡੀ ਇੱਕ ਤੇ ਵਰਜ਼ਿਸ਼ ਪੂਰੀ ਹੋ ਜਾਂਦੀ ਹੈ ਤੇ ਇੱਕ ਤੁਹਾਡਾ ਜਿਹੜਾ ਅੰਦਰ ਕੋਲੇਸਟ੍ਰੋਲ ਹੈ ਸਭ ਤੋਂ ਜ਼ਿਆਦਾ ਨੁਕਸਾਨਦੇਹ ਚੀਜ਼ ਜਾਂ ਬੋਡੀ ਡੀਟੌਕਸੀਫਾਈ ਹੋ ਜਾਂਦੀ। ਸਾਨੂੰ ਨਾ ਫਿਰ ਡਾਕਟਰ ਸਾਹਿਬ ਕੋਲੋਂ ਕੁਝ ਐਸੀ ਵਰਜ਼ਿਸ਼ਾਂ ਵੀ ਪੁੱਛਣੀਆਂ ਚਾਹੀਦੀਆਂ ਨੇ ਜੋ ਘਰ ਦੇ ਵਿੱਚ ਵੀ ਰਹਿ ਕੇ ਕੀਤੀਆਂ ਜਾ ਸਕਦੀਆਂ। ਹੁਣ ਹਰ ਬੰਦਾ ਬਾਗ ਤੱਕ ਜਾਂ ਪਾਰਕ ਤੱਕ ਤੇ ਨਹੀਂ ਅੱਪੜ ਸਕਦਾ, ਕਿਤੇ ਤੇ ਦੂਰ ਦੂਰ ਤੱਕ ਕੋਈ ਵੀ ਇਹੋ ਜਿਹੀ ਸ਼ੈ ਨਹੀਂ ਹੈਗੀ। ਤੇ ਮੇਰੇ ਖਿਆਲ 'ਚ ਇਹ ਜ਼ਰੂਰ ਸਵਾਲ ਕਰਨਾ ਚਾਹੀਦਾ। ਸਭ ਤੋਂ ਅਹਿਮ ਚੀਜ਼ ਹੈ ਕਿ ਦੇਖੋ ਤੁਸੀਂ ਅਗਰ ਤੁਹਾਡੇ ਕੋਲ ਘਰ ਵਿੱਚ ਤੁਸੀਂ ਬਾਹਰ ਨਹੀਂ ਜਾ ਸਕਦੇ, ਕਈ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਬਾਹਰ ਜਾਣ ਤੋਂ ਹੀ ਹਿਚਕ ਵੀ ਹੁੰਦੀ ਹੈ ਕਿਸੇ ਚੀਜ਼ ਦੀ। ਤੇ ਘਰਾਂ ਵਿੱਚ ਅਗਰ ਤੁਸੀਂ ਵਰਜ਼ਿਸ਼ ਕਰਨਾ ਚਾਹੋ, ਜਿਸ ਤਰ੍ਹਾਂ ਦੇਖੋ ਸਾਡੇ ਕੋਲ ਕੁਰਸੀ ਪਈ ਹੋਈ ਹੈ, ਅਸੀਂ ਉਠਕ ਬੈਠਕ ਕੁਰਸੀ ਦੇ ਉੱਤੇ ਕਰ ਸਕਨੇ ਆ। ਉਠਕ ਬੈਠਕ ਦਿਨ ਦੀ ਦੇਖੋ 5 ਮਿੰਟ ਅਗਰ ਇਹ ਕਰ ਲੋਗੇ ਨਾ ਰੋਜ਼ਾਨਾ ਦੀ, ਲੇਕਿਨ ਇਹ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਥਕਾਣਾ ਨਹੀਂ ਹੈ। ਕਿ ਇਹ ਨਹੀਂ ਕਿ ਅਗਰ ਮੈਂ ਕਰਨੀ ਤੇ ਮੈਂ ਘੰਟਾ ਹੀ ਕਰਾਂ ਤਾਂ ਕਿ ਮੇਰਾ ਸਭ ਕੁਝ ਅਗਲਾ ਪੂਰਾ ਹਫਤਾ ਅਗਲਾ ਤੇ ਉਹਨੂੰ 2-3 ਮਿੰਟ ਕਰੋ। ਉਹ ਉਠਕ ਬੈਠਕ ਤੁਹਾਡੀ ਕਰਨ ਨਾਲ ਤੁਹਾਡਾ ਜਿਸਮ ਦੇ ਵਿੱਚ ਜਿਹੜੀ ਜਿੰਨਾ ਬਲੱਡ ਸਰਕੂਲੇਟ ਕਰੇਗਾ, ਤੁਹਾਡੇ ਅਜ਼ਾਦ ਨਾਰਮਲ ਚੱਲਣ ਲੱਗ ਪੈਂਦੇ। ਸਾਡੇ ਸਭ ਤੋਂ ਜ਼ਮੀਨ ਜਿਹਦੇ ਆਪਣੇ ਗੋਡੇ, ਹਰ ਮਰੀਜ਼ ਨੂੰ ਇੱਥੇ ਗੋਡਿਆਂ ਦਾ ਮਸਲਾ ਹੈ, ਜੋੜਾਂ ਦਾ ਮਸਲਾ ਹੈ ਤੇ ਹਰ ਘਰੋਂ ਆਵਾਜ਼ ਆਉਂਦੀ ਮੇਰੇ ਤੇ ਗੋਡੇ ਰਹਿ ਗਏ ਨੇ। ਸਭ ਤੋਂ ਅਹਿਮ ਚੀਜ਼ ਮੈਂ ਜਿਹੜੀ ਤੁਹਾਨੂੰ ਦੱਸਾਂਗਾ, ਸਾਡੇ ਕੋਲ ਪਾਕਿਸਤਾਨ ਦੇ ਵਿੱਚ ਸਪੈਸ਼ਲੀ ਪੰਜਾਬ ਵਿੱਚ ਲੋਕਾਂ ਵਿੱਚ ਵਿਟਾਮਿਨ ਡੀ ਹੈ ਹੀ ਨਹੀਂ ਹੈ। ਤੁਸੀਂ ਦੇਖੋਗੇ ਕਿ ਸਾਡੇ ਇੱਕ ਸਰਵੇ ਸੀ ਅਸੀਂ ਕੀਤਾ, ਡਾਕਟਰਾਂ ਨੇ ਸਰਵੇ ਕੀਤਾ, ਤਕਰੀਬਨ 70 ਤੋਂ 80% ਲਾਹੌਰ ਦੀ ਆਬਾਦੀ ਵਿੱਚ 2,5-3 ਹਜ਼ਾਰ ਲੋਕਾਂ ਨੇ ਵੋਲੰਟੀਅਰਲੀ ਵਰਕ ਤੁਹਾਨੂੰ ਦੱਸਿਆ ਕਿ ਅਸੀਂ ਆ ਕੇ ਆਪਣਾ ਖੁਦ ਵਿਟਾਮਿਨ ਡੀ ਦਿੰਦੇ ਹਾਂ, ਬਲੱਡ ਦਿੰਦੇ ਹਾਂ, ਵਿਟਾਮਿਨ ਡੀ ਚੈੱਕ ਕਰੋ। ਚੈੱਕ ਕੀਤਾ ਗਿਆ 80% ਲੋਕਾਂ 'ਚ ਵਿਟਾਮਿਨ ਡੀ ਘੱਟ ਸੀ। ਫਿਰ ਹੁਣ ਕੀ ਕਰੀਏ ਅਸੀਂ? ਉਹਦੀ ਜ਼ਿਆਦਾਤਰ ਰੀਜ਼ਨ ਕੀ? ਉਹਦੀ ਰੀਜ਼ਨ ਹੈ ਕਿ ਸਾਡੀ ਜ਼ਮੀਨ ਜਿਹੜੀ ਸਾਨੂੰ ਪਹਿਲੇ ਸੇ ਵਾਈ ਬਾਣੀ, ਉਸ ਜ਼ਮੀਨ ਵਿੱਚ ਕੋਈ ਨਮਕਿਆਤ ਹੀ ਨਹੀਂ ਰਹਿ ਗਏ। ਅੱਛਾ, ਉਹ ਨਮਕਿਆਤ ਖਤਮ ਦੀ ਬੜੀ ਵੱਡੀ ਪਿੱਛੇ ਰਿਸਰਚ ਹੈ, ਹਿਸਟਰੀ ਹੈ, ਕਿਸ ਤਰ੍ਹਾਂ ਇੱਕ ਵਾਰੀ ਕਹਿਤ ਆਇਆ ਅਸੀਂ ਬੀਜ ਬਾਹਰੋਂ ਇੰਪੋਰਟ ਕੀਤਾ, ਉਸ ਬੀਜ ਨੇ ਸਾਰੀ ਪੂਰੇ ਪੰਜਾਬ ਦੀ ਜ਼ਮੀਨ ਬਿਲਕੁਲ ਖਤਮ ਕਰ ਦਿੱਤਾ। ਉਹਨੂੰ ਵਿਟਾਮਿਨ ਜਿਹੜਾ ਉਹੀ ਘਾਹ ਜਾਨਵਰ ਵੀ ਖਾਏਗਾ, ਉਹ ਦੁੱਧ ਬਣੇਗਾ। ਵਿਟਾਮਿਨ ਡੀ ਸਾਡੇ ਇੱਕ ਅਹਿਮ ਚੀਜ਼ ਹੈ, ਉਹ ਬਣ ਹੀ ਨਹੀਂ ਪਾ ਰਹੀ। ਸੂਰਜ ਵਿੱਚ ਵੀ ਜਾਵਾਂਗੇ, ਸਾਡੇ ਜਿਸਮ ਵਿੱਚ ਨਾ ਇੱਕ ਵਿਟਾਮਿਨ ਡੀ ਦਾ ਇੱਕ ਅੰਸਰ ਹੁੰਦਾ ਹੈ ਇਨਐਕਟਿਵ ਫਾਰਮ 'ਚ, ਯਾਨੀ ਕਿ ਉਹ ਐਕਟਿਵ ਨਹੀਂ ਹੋਇਆ ਹੁੰਦਾ, ਕੋਲੀਕੈਲਸੀਫਰੋਲ ਹੁੰਦਾ ਹੈ। ਜਿਹਦੇ ਉੱਤੇ ਯੂਵੀ ਲਾਈਟ ਪੈਂਦੀਆਂ ਨੇ ਉਹ ਜਾਂਦਾ ਸਾਡੇ ਜਿਗਰ ਵਿੱਚ, ਜਿਗਰ ਤੋਂ ਗੁਰਦਿਆਂ 'ਚ, ਗੁਰਦੇ ਤੋਂ ਬਾਅਦ ਉਹ ਐਕਟਿਵ ਹੁੰਦਾ ਤੇ ਬਲੱਡ ਵਿੱਚ ਜਾ ਕੇ ਸਾਡੀ ਸਰਕੂਲੇਸ਼ਨ ਜਾਂਦਾ ਹੈ, ਜਿਹਦੇ ਵਿੱਚ ਸਾਡੇ ਉਹ ਹੱਡੀਆਂ ਵਿੱਚ ਜਾਂਦਾ ਹੈ, ਸਾਡੇ ਮਿਹਦੇ ਵਿੱਚ ਜਾਂਦਾ ਹੈ, ਸਾਡੇ ਕੋਲੇਸਟ੍ਰੋਲ ਨੂੰ ਨਾਰਮਲ ਕਰਦਾ ਹੈ। ਬਾਅਦ ਔਰਤਾਂ ਸਾਨੂੰ ਇਹ ਕਹਿੰਦੀਆਂ ਨੇ ਕਿ ਡਾਕਟਰ ਸਾਹਿਬ ਅਸੀਂ ਵਰਜ਼ਿਸ਼ ਵੀ ਕੀਤੀ ਹੈ, ਡਾਈਟ ਵੀ ਕੀਤੀ ਹੈ, ਵਜ਼ਨ ਨਹੀਂ ਘੱਟ ਹੋਇਆ। ਸਭ ਤੋਂ ਅਹਿਮ ਚੀਜ਼ ਵਿਟਾਮਿਨ ਡੀ ਘੱਟ ਹੈ ਉਹਨਾਂ ਵਿੱਚ। ਔਰ ਇਹ ਕਿਹੜੀ ਖੁਰਾਕ ਅਸੀਂ ਪੂਰਾ ਕਰੀਏ ਹੁਣ? ਇਹਦੇ ਵਿੱਚ ਅੱਜ ਕੱਲ ਤੁਹਾਨੂੰ ਸਹੀ ਦੱਸਾਂ ਤੇ ਖੁਰਾਕ ਤੇ ਐਸੀ ਕੋਈ ਹੈ ਹੀ ਨਹੀਂ ਜਿਹਦੀ ਵਿਟਾਮਿਨ ਡੀ ਪ੍ਰੋਪਰ ਮਿਲੇ। ਅੱਛਾ, ਕੋਈ ਐਸੀ ਚੀਜ਼ ਹੀ ਨਹੀਂ ਹੈ। ਮਤਜੱਲਾ ਕੀ ਕਰਨਾ ਫਿਰ ਚਾਹੀਦਾ? ਆ ਜਾ ਕੇ ਮੈਨੂੰ ਲੱਗਦਾ ਹੈ ਕਿ ਫਿਰ ਮਸਨੂਈ ਤੌਰ ਤੇ ਜਿਹੜੀ ਇਹ ਚੀਜ਼ਾਂ ਸਪਲੀਮੈਂਟਸ ਨਾਲ ਦੱਸਿਆ ਇਹ ਚੀਜ਼ਾਂ ਸਭ ਤੋਂ ਮਲਟੀਵਿਟਾਮਿਨ ਸਪਲੀਮੈਂਟਸ ਤੇ ਜਾਣਾ ਪਏਗਾ ਉਹਦੇ ਉੱਤੇ, ਕਿਉਂਕਿ ਉਹ ਇੱਕ ਐਸੀ ਚੀਜ਼ ਹੈ ਕਿ ਅਸੀਂ ਨਾ ਸਬਜ਼ੀਆਂ 'ਚ ਪੂਰਾ ਕਰ ਸਕਨੇ ਆ,
ਅੱਜ ਕੱਲ੍ਹ ਬੱਚੇ ਦੇਖੋ ਨਾ, ਮਾਵਾਂ ਆਉਂਦੀਆਂ ਨੇ ਮੇਰੇ ਕੋਲ, ਡਾਕਟਰ ਸਾਹਿਬ ਇਹ ਕੱਦੂ ਨਹੀਂ ਖਾਂਦਾ, ਡਾਕਟਰ ਸਾਹਿਬ ਇਹ ਕਰੇਲੇ ਨਹੀਂ ਖਾਂਦਾ, ਡਾਕਟਰ ਸਾਹਿਬ ਇਹ ਚੀਜ਼ ਨਹੀਂ ਖਾਂਦਾ। ਹੁਣ ਬੱਚੇ ਨੇ ਉਹ ਚੀਜ਼ਾਂ ਖਾਣੀਆਂ ਹੀ ਨਹੀਂ ਹੈ। ਅਸੀਂ ਮਾਵਾਂ ਨੂੰ ਕਹਿੰਦੇ ਤੁਸੀਂ ਉਹਨਾਂ ਦੇ, ਜਿਸ ਤਰ੍ਹਾਂ ਬੱਚਾ ਹੁੰਦਾ ਨਾ, ਬੱਚੇ ਦੇ ਪਿੱਛੇ ਪੈ ਜਾਇਆ ਕਰੋ, ਜਦੋਂ ਤੱਕ ਉਹਨੂੰ ਉਸ ਚੀਜ਼ ਨੂੰ ਥੋੜਾ ਜਿਹਾ ਫਲੇਵਰਫੁਲ ਬਣਾਓ। ਬੱਚਾ ਬਾਹਰ ਦੇ ਮੁਲਕਾਂ ਦੇ ਵਿੱਚ ਇੱਕ ਗੱਲ, ਸੌਰੀ ਮੈਂ ਤੁਹਾਡੀ ਗੱਲ ਕੱਟੀ ਹੈ, ਕੱਦੂ ਦੀ ਗੱਲ ਹੋਈ ਤੇ ਮੈਨੂੰ ਯਾਦ ਆਇਆ ਕਿ ਇੱਥੇ ਅਸੀਂ ਸਬਜ਼ੀਆਂ ਖਾ ਵੀ ਲਈਏ ਤੇ ਫਾਇਦਾ ਤਾਂ ਫੇਰ ਨਹੀਂ ਦਿੰਦੀਆਂ, ਪਕਾ ਪਕਾ ਕੇ ਤੇ ਅਸੀਂ ਉਹਨਾਂ ਦੀ ਮੱਤ ਮਾਰ ਛੱਡਦੇ ਹਾਂ, ਕੁਝ ਬਚਦਾ ਹੋਏਗਾ ਵਿੱਚ? ਇਸ ਤਰ੍ਹਾਂ ਹੀ ਹੈ, ਬਿਲਕੁਲ ਇਸ ਤਰ੍ਹਾਂ ਹੈ। ਸਭ ਤੋਂ ਅਹਿਮ ਚੀਜ਼ ਹੈ ਕਿ ਅਸੀਂ ਜਿੰਨੀ ਦੇਰ ਤੱਕ ਸਬਜ਼ੀ ਤੜਕਾ ਨਾ ਲਾ ਲਈਏ ਉਹ ਹਜ਼ਮ ਨਹੀਂ ਹੁੰਦਾ। ਐਨੀ ਹੀਟ 'ਚ ਜਿਹੜੀ ਸਬਜ਼ੀ ਪੱਕਦੀ ਉਹਦੇ ਵਿੱਚ ਤੇ ਵਿਟਾਮਿਨਸ ਅਗਰ ਥੋੜੇ ਬਹੁਤ ਹੈ ਵੀ ਨੇ ਤਾਂ ਖਤਮ ਹੋ ਜਾਂਦੇ ਨੇ। ਔਰ ਅਗਰ ਕਿਸੇ ਨੂੰ ਅਸੀਂ ਕਹੀਏ ਕਿ ਬੋਇਲ ਸਬਜ਼ੀ ਖਾਣੀ ਹੈ ਤੇ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਹੁਣ ਬਿਮਾਰਾਂ ਅਸੀਂ ਤਾਂ ਨਹੀਂ ਖਾ ਸਕਦੇ। ਪਰ ਉਹਦਾ ਅਸੀਂ ਆਲਟਰਨੇਟ ਮਰੀਜ਼ ਨੂੰ ਇਹੀ ਕਰਦਾ, ਅਸੀਂ ਕਹਿੰਦਾ ਕੋਸ਼ਿਸ਼ ਕਰੀਏ ਕਿ ਮਲਟੀ ਵਿਟਾਮਿਨ ਕੋਈ ਦੇ ਦਿੱਤਾ ਜਾਏ ਤਾਂ ਕਿ ਉਹ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਉਹਦੇ 'ਚ ਉਹਨੂੰ ਜਿਹੜੇ ਕੰਮ ਨੇ, ਜਿਸ ਤਰ੍ਹਾਂ ਕਿ ਜੋੜਾਂ ਦੀ ਦਰਦ ਹੋ ਗਈ, ਪੱਠਿਆਂ ਦੀ ਦਰਦ ਹੋ ਗਈ, ਸੀਜ਼ਨਲ ਫਲੂ ਆ ਗਿਆ, ਇਮਿਊਨਿਟੀ ਲੋ, ਜਦੋਂ ਤੁਹਾਡੀ ਇਮਿਊਨਿਟੀ ਘੱਟ ਹੋਏਗੀ ਤੁਹਾਨੂੰ ਫਲੂ ਲੱਗ ਜਾਏਗਾ, ਸਭ ਤੋਂ ਪਹਿਲੇ ਬੁਖਾਰ ਆ ਜਾਏਗਾ। ਮੌਸਮ ਤਬਦੀਲ ਹੋਇਆ, ਅੱਜ ਕੱਲ੍ਹ ਦੇਖੋ ਬਾਰਿਸ਼ਾਂ ਹੋ ਰਹੀਆਂ ਨੇ, ਲੋਕਾਂ ਦੀ ਇਮਿਊਨਿਟੀਆਂ ਅੱਗੇ ਥੋੜ੍ਹੀਆਂ ਨੇ, ਨਾ ਖੁਰਾਕ ਚੰਗੀ ਖਾ ਰਹੇ ਨੇ, ਤੇ ਉਹ ਵਿਟਾਮਿਨ ਜਿਹੜੇ ਅਸੀਂ ਦਿੰਦੇ ਹਾਂ ਫਿਰ ਉਹ ਥੋੜੀ ਇਮਿਊਨਿਟੀ ਵਧਾਉਂਦੇ ਨੇ। ਡੈਂਗੀ ਆਮ ਫੈਲਦਾ ਪਿਆ, ਮਲੇਰੀਆ ਆਮ ਫੈਲਦਾ ਪਿਆ, ਦੀ ਕਰੋਨਾ ਨੇ ਕੱਢ ਛੱਡੀ। ਉਹੀ ਚੀਜ਼ ਹੈ ਨਾ, ਦੇਖੋ ਇੰਨੀ ਸਖਤ ਇੱਕ ਬਿਮਾਰੀ ਆਈ ਹੈ, ਉਹਦੇ ਵਿੱਚ ਇਹ ਚੀਜ਼ ਸੀ ਕਿ ਇਮਿਊਨਿਟੀ ਤੁਹਾਡੀ ਸਪਰੈਸ ਹੁੰਦੀ ਗਈ ਹੈ। ਇਮਿਊਨਿਟੀ ਸਪਰੈਸ ਹੋਈ ਹੈ, ਤੁਹਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗੀਆਂ ਨੇ। ਤੇ ਉਹ ਡਿਵੈਲਪਡ ਕੰਟਰੀਜ਼ ਦੇ ਵਿੱਚ ਡਾਕਟਰ ਸਾਹਿਬ ਪੂਰਾ ਇੱਕ ਕੈਂਪੇਨ ਚਲਾਈ ਜਾਂਦੀ ਹੈ ਬੱਚਿਆਂ ਨੂੰ ਸਬਜ਼ੀ ਵੱਲ ਲਿਆਉਣ ਵਾਸਤੇ। ਕਾਮਿਕ ਬੁੱਕਸ ਲਿਖੀਆਂ ਜਾਂਦੀਆਂ ਨੇ, ਟੀਵੀ ਦੇ ਪ੍ਰੋਗਰਾਮਸ ਬਣਾਏ ਜਾਂਦੇ ਨੇ, ਔਰ ਫਿਰ ਘਰਾਂ 'ਚ ਮਾਵਾਂ ਕਹਿੰਦੀਆਂ ਨੇ ਜੇ ਤੁਸੀਂ ਫਲਾਣਾ ਕੰਮ ਕਰੋਗੇ ਤਾਂ ਫਿਰ ਤੁਹਾਨੂੰ ਫਲਾਣੀ ਸਬਜ਼ੀ ਮਿਲੇਗੀ। ਉਹ ਇੱਕ ਇਨੀਸ਼ੀਏਟਿਵ ਲੱਗਦਾ ਬੱਚਿਆਂ ਨੂੰ ਕਿ ਮੈਂ ਕੋਈ ਚੀਜ਼ ਅਚੀਵ ਕਰ ਰਿਹਾ ਵਾਂ, ਤੇ ਉਹ ਗ੍ਰੈਜੂਅਲੀ ਟੇਸਟ ਬਰਡਸ ਵੀ ਡਿਵੈਲਪ ਹੁੰਦੇ ਨੇ, ਔਰ ਕਰਦੇ ਕਰਦੇ ਫਿਰ ਉਹ ਜਦੋਂ ਵੱਡੀ ਉਮਰ ਤੱਕ ਜਾਂਦੇ ਨੇ ਤੇ ਫਿਰ ਉਹ ਫੈਮੀਲੀਅਰ ਹੋ ਚੁੱਕੇ ਹੁੰਦੇ ਨੇ ਕੱਦੂ ਨਾਲ ਵੀ ਔਰ ਟਿੰਡੇ ਨਾਲ ਵੀ। ਇੱਥੇ ਤੇ ਜਦੋਂ ਟਿੰਡੇ ਪੱਕੇ ਨੇ ਤੇ ਅੱਧਾ ਘਰ ਨਹੀਂ ਖਾ ਰਿਹਾ, ਉਹਨਾਂ ਰੋਟੀ ਪਕੌੜੇ ਮੰਗਾ ਲਏ ਨੇ, ਬਾਕੀ ਅੱਧੇ ਨੇ ਖਾ ਲਏ ਨੇ, ਟਿੱਕੇ ਮੰਗਾ ਲੈਣੇ, ਹਾਂ ਜਾਂ ਟਿੱਕੇ ਮੰਗਾ ਲੈਣੇ ਨੇ, ਉਹ ਇਕਲੀ ਬੈਡ। ਤੇ ਉਹ ਸਿਸਟਮ ਜਿਹੜਾ ਹੈ ਉਹ ਡਿਵੈਲਪਡ ਨੇਸ਼ਨਸ 'ਚ ਹੋ ਰਿਹਾ। ਪਾਕਿਸਤਾਨ 'ਚ ਮੇਰਾ ਖਿਆਲ ਹੈ ਮਾਵਾਂ ਨੂੰ ਘਰਾਂ ਦੇ ਵਿੱਚ ਥੋੜਾ ਕੁਝ ਨਾ ਕੁਝ ਕਰਨਾ ਪਏਗਾ, ਮੁਖਤਲਿਫ ਅੰਦਾਜ਼ ਨਾਲ ਪਕਾ ਕੇ ਜਾਂ ਗਾਰਨਿਸ਼ਿੰਗ ਕਰਕੇ ਜਾਂ ਉਹਨਾਂ ਦੇ ਡਿਜ਼ਾਈਨ ਬਣਾ ਕੇ ਕੁਝ ਵੀ ਕੀਤਾ ਜਾ ਸਕਦਾ। ਛੋਟਾ ਜਿਹਾ ਮੈਸੇਜ ਤੁਹਾਡੀ ਤਵੱਸਤ ਨਾਲ ਮੈਂ ਲੋਕਾਂ ਨੂੰ ਦਿਆਂਗਾ, ਉਹਦੇ ਵਿੱਚ ਇਹ ਵੀ ਕਿ ਸਾਡੇ ਕੋਲ ਹਾਈਜੀਨ ਲੈਵਲ ਜਿਹੜਾ ਨਾ ਉਹ ਥੋੜਾ ਬੜਾ ਪੂਵਰ, ਯਾਨੀ ਕਿ ਸਫਾਈ ਦਾ ਨਿਜ਼ਾਮ ਬੜਾ ਪੂਵਰ ਹੈ ਸਾਡੇ ਕੋਲ। ਉਹਦੇ ਪੂਵਰ ਦੇ ਵਿੱਚ ਸਭ ਤੋਂ ਅਹਿਮ ਚੀਜ਼ ਹੈ ਕਿ ਅਸੀਂ ਫਾਰ ਐਗਜ਼ਾਮਪਲ ਇੱਕ ਗੋਸ਼ਤ ਲੈ ਕੇ ਆਏ ਹਾਂ ਕਸਾਈ ਕੋਲੋਂ, ਭਾਵੇਂ ਮੁਰਗੀ ਦਾ ਹੈ, ਭਾਵੇਂ ਵੱਡਾ ਹੈ, ਭਾਵੇਂ ਛੋਟਾ, ਗੋਸ਼ਤ ਅਸੀਂ ਲੈ ਕੇ ਘਰ ਆਏ ਹਾਂ। ਉਹਨੂੰ ਮਾਂ ਜਾਂ ਜਿਹੜੀ ਧੋ ਰਹੀ ਹੈ ਉਹਨੇ ਗੋਸ਼ਤ ਨੂੰ ਧੋਇਆ, ਬੱਚਾ ਰੋਣ ਲੱਗ ਪਿਆ, ਮੈਂ ਅਕਸਰ ਇਸ ਚੀਜ਼ ਨੂੰ ਕਹਿਣਾ ਵਾ, ਉਹਨੇ ਉਸ ਤਰ੍ਹਾਂ ਹੀ ਹੱਥ ਸਾਫ਼ ਕੀਤੇ ਨੇ, ਕਿਉਂਕਿ ਗੋਸ਼ਤ ਵਿੱਚ ਆਪਣਾ ਇੱਕ ਬੈਕਟੀਰੀਆ ਹੁੰਦਾ ਹੈ ਜੀ। ਬੱਚਾ ਰੋ ਰਿਹਾ, ਫਾਰ ਐਗਜ਼ਾਮਪਲ ਦੁੱਧ ਦੇਣਾ, ਕੁਝ ਦੇਣਾ, ਉਸੇ ਤਰ੍ਹਾਂ ਹੀ ਬੱਚੇ ਨੂੰ ਦੁੱਧ ਦੇ ਦਿੱਤਾ, ਉਹ ਬੈਕਟੀਰੀਆ ਉਹਦੇ ਵਿੱਚ ਆਹਿਸਤਾ ਆਹਿਸਤਾ ਡਿਵੈਲਪ ਕਰ ਗਿਆ। ਉਸੇ ਗੋਸ਼ਤ ਨੂੰ ਉਹਨੇ ਚੁੱਕ ਕੇ ਹਾਂਡੀ 'ਚ ਪਾਇਆ, ਹਾਂਡੀ ਨਾਲ ਧੋਇਆ, ਉਹ ਹਾਂਡੀ ਦੇ ਵਿੱਚ ਵੀ ਜਿਸ ਟਾਈਮ ਤੁਸੀਂ ਡੋਈ ਫੜੀ ਉਹ ਬੈਕਟੀਰੀਆ ਉੱਥੇ ਲੱਗਦੇ ਜਾਂਦੇ, ਜਦੋਂ ਤੱਕ ਉਹ ਪੱਕਦੀ ਰਹੇਗੀ, ਪੱਕ ਕੇ ਠੀਕ ਹੋ ਗਈ ਹੈ। ਲੇਕਿਨ ਜਿਹੜਾ ਮੇਨ ਚੀਜ਼ ਹੈ ਕਿ ਤੁਸੀਂ ਉਹਦੇ ਵਿੱਚ ਫਿਰ ਮਾਵਾਂ ਹਰ ਕੋਂਦੀਆਂ, ਡਾਕਟਰ ਸਾਹਿਬ ਉਹ ਬੱਚਾ ਇਸ ਤਰ੍ਹਾਂ ਹੋ ਗਿਆ, ਬੱਚੇ ਨੂੰ ਡਾਇਰੀਆ ਹੋ ਗਿਆ, ਬੱਚੇ ਨੂੰ ਉਲਟੀਆਂ ਲੱਗ ਗਈਆਂ, ਬੱਚੇ ਨੂੰ ਇਹ ਲੱਗ ਗਿਆ, ਬੱਚੇ ਨੇ ਕੁਝ ਖਾਧਾ ਪੀਤਾ ਵੀ ਐਸਾ ਨਹੀਂ ਹੈ, ਸਿਰਫ ਬੱਚਾ ਦੁੱਧ ਪੀਂਦਾ ਹੈ, ਕਿਸ ਤਰ੍ਹਾਂ ਇਹ ਹੋ ਗਿਆ, ਉਹਨੂੰ ਡਾਇਰੀਆ ਕਿਸ ਤਰ੍ਹਾਂ ਲੱਗ ਗਿਆ? ਤੇ ਉਹਦੀ ਮੇਨ ਰੀਜ਼ਨ ਇਹ ਹੁੰਦੀਆਂ ਨੇ ਕਿ ਉਹ ਇhtiyਾਤ, ਸਫਾਈ ਦਾ ਇhtiyਾਤ ਨਹੀਂ ਹੈ। ਮਾਵਾਂ ਨੂੰ ਚਾਹੀਦਾ ਕਿ ਜਿਸ ਟਾਈਮ ਤੁਸੀਂ ਗੋਸ਼ਤ ਧੋਵੋ, ਕੁਛ ਵੀ ਕਰੋ, ਆਪਣੇ ਹੱਥਾਂ ਨੂੰ ਉਸੇ ਵਕਤ ਹੀ ਸਾਬੁਨ ਕੋਲ ਰੱਖਿਆ ਅੱਛੀ ਤਰ੍ਹਾਂ ਸਾਫ਼ ਕਰ ਲਵੋ, ਭਾਵੇਂ 10 ਵਾਰੀ ਕਰਨਾ ਪਵੇ, ਉਹਨੂੰ ਜ਼ਰੂਰ ਕਰੋ, ਕਿਉਂਕਿ ਉਹ ਨਾ ਜਾਣਦੇ ਹੋਣ ਵੀ ਬੈਕਟੀਰੀਆ ਲੋਕਾਂ ਦਾ, ਯਾਨੀ ਕੱਚੇ ਗੋਸ਼ਤ ਦਾ ਬੈਕਟੀਰੀਆ ਬੱਚੇ ਦੇ ਕੋਲ ਬਿਲਕੁਲ ਨਾ ਜਾਏ। ਅੱਛਾ ਮੁਸ਼ਤਾਕ ਸ਼ਫਾਈ ਸਾਹਿਬ, ਤੁਸੀਂ ਆਪਣੀ ਜਰਨੀ ਵੀ ਦੱਸੀ ਔਰ ਇਹ ਵੀ ਦੱਸਿਆ ਕਿ ਕੌਮ ਦੇ ਹਵਾਲੇ ਨਾਲ ਵੀ ਤੁਸੀਂ ਗੀਤ ਲਿਖਿਆ। ਗੀਤ ਦੀ ਸਿਚੁਏਸ਼ਨ ਦਿੱਤੀ ਜਾਂਦੀ ਹੈ ਫਿਲਮ ਦੇ ਵਿੱਚ ਕਿ ਸਿਚੁਏਸ਼ਨ ਐਵੇਂ ਤੇ ਇਸ ਤਰ੍ਹਾਂ ਕਰਨਾ ਹੈ, ਉਹ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ। ਤੁਸੀਂ ਕਿਸ ਤਰ੍ਹਾਂ ਡਿਵੈਲਪ ਕਰਦੇ ਹੋ ਗੀਤ ਨੂੰ? ਰੱਬੋਂ ਹੀ ਸ਼ੇਰ ਡਿੱਗਦੇ ਨੇ ਜਾਂ ਕਿੰਨੀ ਦੇਰ ਸੋਚਦੇ ਹੋ ਜਾਂ ਕਿਸ ਤਰ੍ਹਾਂ ਪ੍ਰੋਸੈਸ ਕੀ ਹੈ ਤੁਹਾਡਾ? ਫਿਲਮੀ ਗਾਣੇ ਲਿਖਣ ਵਾਲੇ ਸਾਨੂੰ ਸਿਚੁਏਸ਼ਨ ਦਿੱਤੀ ਜਾਂਦੀ ਹੈ। ਹੁਣ ਇੱਕ ਮੈਂ ਉਰਦੂ ਗੀਤ ਕਮਾਲ ਦਾ ਲਿਖਿਆ, ਉਹ ਵਾਕਈ ਆਸਾਨ ਲਫ਼ਜ਼ਾਂ 'ਚ ਬੜੀ ਵੱਡੀ ਗੱਲ ਕਹਿ। ਤੁਹਾਡਾ ਪ੍ਰੋਸੈਸ ਕੀ ਹੈ ਲਿਖਣ ਦਾ? ਤੁਸੀਂ ਰਾਤ ਨੂੰ ਬਹਿੰਦੇ ਹੋ, ਕਿਤੇ ਸੋਚਦੇ ਰਹਿੰਦੇ ਹੋ ਬਾਰ-ਬਾਰ, ਜਾਂ ਕੋਈ ਟਿਊਨ ਜ਼ੇਨ 'ਚ ਆਉਂਦੀ ਹੈ ਜਾਂ ਕੀ ਹੈ? 1-2 ਵਜੇ ਤੋਂ ਬਾਅਦ ਅੱਛਾ, ਸਾਡਾ ਸਕੂਨ ਹੁੰਦਾ। 1-2 ਵਜੇ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕਾਫੀ ਚੀਜ਼ਾਂ ਆਉਂਦੀਆਂ। ਜਦੋਂ ਜ਼ਰਾ ਖੁਦਾਈ ਸੋ ਜਾਂਦੀ ਹੈ, ਲੋਕੀ ਸੋ ਜਾਂਦੇ ਨੇ, ਤਾਂ ਫਿਰ ਇਹਨਾਂ ਥਾਟ ਪ੍ਰੋਸੈਸ तो फिर वो बड़ा हसीन लम्हा होता है, कोई शोर नहीं, कोई शराबा नहीं, तो क्या मज़ा आता है फिर तख्लीक का। ਔਰ ਇਹਨਾਂ ਦੇ ਗਾਣਿਆਂ, ਇਹਨਾਂ ਦੇ ਗੀਤਾਂ ਤੋਂ ਪਤਾ ਚੱਲਦਾ ਹੈ ਇਹਨਾਂ ਦਾ ਕੁਦਰਤ ਬਾਰੇ ਮੁਸ਼ਾਹਿਦਾ ਬਹੁਤ ਹੈ। ਔਰ ਇਹ ਕੁਦਰਤ ਹੀ ਹੈ ਜਿਹੜੀ ਕੁਦਰਤ ਵੱਲੋਂ ਹੀ ਆਉਂਦੇ ਨੇ ਸ਼ੇਰ ਰਾਤ ਨੂੰ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ। ਮੇਰੇ ਤੇ ਇਹਸਾਨ ਕੀਤਾ ਮੇਰੀ ਭਾਬੀ ਨੇ, ਮੈਂ ਤੇ ਆਮ ਬੰਦਾ ਸਾਂ,
ਉਹਨੇ ਮੈਨੂੰ ਖਾਸ ਬਣਾਤਾ, ਇੱਥੇ ਬਹਿਣਾ ਕੋਈ ਆਸਾਨ ਹੈ ਜਿੱਥੇ ਤੁਸੀਂ ਬਿਠਾਇਆ ਮੈਨੂੰ। ਯਾਨੀ ਕਿ ਆਮਦ ਹੁੰਦੀ ਹੈ ਤੁਹਾਨੂੰ। ਉਹਨੇ ਮੈਨੂੰ ਕਹਿਤਾ ਕਿ ਜਾ ਸ਼ਾਇਰ ਬਣ ਕੇ ਦਾ ਚੈਲੰਜ ਅੱਛਾ, ਸੀ ਨਾ। ਗੀਤ ਲਿਖਦੇ ਆ ਕਦੀ ਆਪਣੀ ਅੱਖ 'ਚ ਹੰਝੂ ਆਇਆ ਤੁਹਾਡੇ? ਹਾਂ ਬੇਟੀ ਮੇਰੀ ਆਇਆ ਸੀ ਕਿ ਬੜੀ ਪਿਆਰੀ ਬੇਟੀ ਸੀ, ਮੈਂ ਜਾਣਾ ਤੇ ਉਹਨਾਂ ਸਾਰਾ ਕੁਝ ਮੇਰੀ ਬੇਗਮ 100 ਵੀ ਜਾਏ, मैं 11-12 बजे के रात को जाना होता सर्दियों सारा काम ज़्यादा होना, तो बेटी मेरी अलर्ट होती थी कि अबू आने थके होने, बूट लाने, खाना तैयार करना, तौलिया रखना जाना। वो मेरी बेटी का बड़ा एहसान सी मेरे, बड़ी खुदा की अनायत है बेटी, इन्नी एक अनायत कि तुम सोच नहीं सकते एड्डी बड़ी। जी कहते हजूर दा फरमान की बेटी और फरिश्ते की रहमत है। ਰੱਬ ਦੀ ਰਹਿਮਤ ਹੈਗੀ। क्या बात है। ਤੇ ਉਹ ਗੀਤ ਜਦੋਂ ਤੁਸੀਂ ਬੇਟੀਆਂ ਦੇ ਹਵਾਲੇ ਨਾਲ ਲਿਖਿਆ ਉਦੋਂ ਤੁਸੀਂ ਇਮੋਸ਼ਨਲ ਹੋਏ ਹੋ? ਮੇਰੀ ਬੇਟੀ ਦਾ ਵਿਆਹ ਸੀ ਨਾ, ਮੈਂ ਡੋਲੀ 'ਚ ਪਾ ਕੇ ਤੇ ਘਰ ਆ ਕੇ ਤੇ ਰੋਣਾ ਸ਼ੁਰੂ ਕਰ ਦਿੱਤਾ। ਪੁਲੀਨਾ ਵਿੱਚ ਬਾਬਲਾ ਸੱਤ ਕੇ ਮੈਂ ਵਾਜ ਹੁਣ ਸਮਝ ਜਾਣੇ ਮਾਰ ਕੇ ਉਹਦਾ ਤੇ ਅਸਲ ਤਾਂ ਧੀਆਂ ਪਰਦੇ ਸੜਾਣੇ ਬਾਬਲਾ, ਫੇਰ ਪਿੱਛੇ ਮੁੜ ਕੇ ਕੀ ਵੇਖਣਾ ਤੇ ਤਾਂ ਦੂਰ ਜਾਣ ਦੀ ਮੈਂ ਕਰ ਲਈ ਤਿਆਰ। ਕਿਹਦੇ ਨਾਲ ਬਾਬਲਾ ਤੂੰ ਲਾਡੋ ਨਾਲ ਲਾਵੇਂਗਾ? ਲਾਡੋ ਨਾਲ ਕਹਿ ਕੇ ਕਿਹਨੂੰ ਸੀਨੇ ਨਾਲ ਲਾਵੇਂਗਾ? ਤੇਰੇ ਘਰ 'ਚ ਤਾਂ ਮੈਂ ਰਹੀ ਨਹੀਂ। ਕਿਹਦੇ ਨਾਲ ਬਾਬਲਾ ਤੂੰ ਲਾਡੋ ਲਡਾਵੇਂਗਾ? ਲਾਡੋ ਨਾਲ ਕਹਿ ਕੇ ਕਿਹਨੂੰ ਸੀਨੇ ਨਾਲ ਲਾਵੇਂਗਾ? ਦਿਲ ਵਾਲੀ ਗੱਲ ਤਾਂ ਕਹਿ ਦਿੱਤੀ ਸਾਰੀ, ਹੁਣ ਸਮਝ ਜਾਣਾ ਹੀ ਮਾਰ ਕੇ। ਚਿਹਰੇ ਦੀ ਕਿਤਾਬ ਸਾਡੀ ਪੜ੍ਹ ਲਵੀ ਬਾਬਲਾ, ਕਦੀ ਕਦੀ ਸਾਨੂੰ ਯਾਦ ਕਰ ਲਵੀ ਬਾਬਲਾ, ਤੇਰੀ ਕਿਸੇ ਗੱਲ ਤੋਂ ਨਾ ਹੋਏ ਇਨਕਾਰੀ, ਜਿੱਥੇ ਭੇਜਿਆ ਚਲੇ ਗਏ। ਵਾਹ, ਬਹੁਤ ਖੂਬਸੂਰਤ, ਬਹੁਤ ਹੀ ਵਧੀਆ। ਬਹੁਤ ਸ਼ੁਕਰੀਆ ਤੁਸੀਂ ਆਏ ਔਰ ਆਪਣੀ ਜ਼ਾਤੀ ਜ਼ਿੰਦਗੀ ਦੇ ਬਾਰੇ ਦੱਸਿਆ ਔਰ ਇਸ ਇਮੋਸ਼ਨਲ ਇਹ ਗੀਤ ਦੇ ਨਾਲ ਤੁਹਾਡਾ ਆਪਣਾ ਵੀ ਇਮੋਸ਼ਨ ਜੁੜਿਆ, ਉਹਦੇ ਲਈ ਵੀ ਤੁਸੀਂ ਦੱਸਿਆ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬੜੇ ਲੋਕਾਂ ਦੇ ਦਿਲ ਤੇ ਗੀਤ ਲੱਗਾ ਹੈ ਔਰ ਅੱਜ ਵੀ ਉਹ ਸੁਣਦੇ ਨੇ, ਹਮੇਸ਼ਾ ਹੀ ਇਹ ਜ਼ਿੰਦਾ ਰਹੇਗਾ। ਜੀ ਬਿਲਕੁਲ, ਲਫ਼ਜ਼ਾਂ 'ਚ ਨਹੀਂ ਹੈ ਨਾ ਮਸਜਿਦ, ਉਹਦੀ ਤਰਜ਼ ਬਣਦੀ ਹੈ ਨਾ, ਫਿਰ ਉਹਦੀ ਜਾਨ ਪੈਂਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ। ਔਰ ਇਹ ਐਸਾ ਪੜ੍ਹ ਲਓ ਤੇ ਐਸਾ ਪੜ੍ਹ ਕੇ ਜਿਹੜਾ ਮਜ਼ਾ ਹੈ ਬਣ ਕੇ ਕੀ ਬਣਾ। ਬਿਲਕੁਲ ਇਸੇ ਅੱਛੀ ਪੋਟਰੀ ਹੋਵੇ ਤੇ ਸ਼ਾਇਦ ਮੌਸੀਕਾਰ ਦਾ ਦਿਲ ਕਰਦਾ ਅੱਛੀ ਤੋਂ ਅੱਛੀ ਬਣਾਉਣੀ। ਜੀ ਬਿਲकुल, ਅੱਛੀ ਪੋਟਰੀ। ਜੀ ਜੀ, ਜਦੋਂ ਹੌਲੀ ਜੀ ਲੈ ਮੇਰਾ ਨਾਮ ਹੈ ਥਾ ਮਰ ਜਾਣੀ है। टीम वर्क है ना, टीम वर्क के सारे काम मिलकर लफ्ज़ अच्छे हों, बॉस की कपड़ा दोगे जल्दी सीने से आराम आराम से सिएगा। खतर दे दोगे तो फटाफट लगा के चल जाएगा, या चाबी तो टूट जाएगी। बॉस की तैयार ना आराम ना सोए। ਜੀ ਥੈਂਕ ਯੂ ਸੋ ਮਚ ਮੁਸ਼ਤਾਕ ਸਾਹਿਬ, ਤੁਸੀਂ ਆਏ ਔਰ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਬੜੀ ਡਿਟੇਲ ਨਾਲ ਅਸੀਂ ਗੱਲ ਕੀਤੀ ਔਰ ਕਾਫੀ ਕੁਝ ਮਾਵਾਂ ਨੂੰ ਵੀ, ਔਰ ਮਾਵਾਂ ਸਿਰਫ ਕਿਉਂ ਪਿਓਵਾਂ ਨੂੰ ਵੀ ਸਿੱਖਣ ਦੀ ਲੋੜ ਹੈ। ਉਹ ਵੀ ਬੱਚੇ ਨੂੰ ਜਦੋਂ ਕੁਝ ਖਾਣ ਤੋਂ ਪਹਿਲੇ ਹੱਥ ਧੋ ਲੈਣ ਔਰ ਬੱਚੇ ਨੂੰ ਵੀ ਸਬਜ਼ੀ ਖਵਾ ਸਕਦੇ ਨੇ ਔਰ ਬੱਚੇ ਨੂੰ ਉਹ ਵੀ ਖਿਡਾ ਸਕਦੇ ਨੇ। ਜ਼ਰੂਰੀ ਨਹੀਂ ਮਾਵਾਂ ਦੇ ਉੱਤੇ ਹਰ ਸ਼ੈ ਲੱਗ ਜੇ। ਥੈਂਕ ਯੂ ਸੋ ਮਚ, ਤੁਸੀਂ ਆਏ, ਟਾਈਮ ਕੱਢਿਆ। ਤੇ ਜਿਹੜੀਆਂ ਗੱਲਾਂ ਰਹਿ ਗਈਆਂ ਅਗਲੇ ਪ੍ਰੋਗਰਾਮ ਵਿੱਚ ਕਰ ਲਵਾਂਗੇ। ਔਰ ਇਸੇ ਤਰ੍ਹਾਂ ਜਿਵੇਂ ਇਹ ਸ਼ਫਾਈ ਸਾਹਿਬ ਕਹਿ ਰਹੇ ਸਨ ਕਿ ਜਿਹੜੀਆਂ ਧੀਆਂ ਨੇ, ਧੀਆਂ ਰਾਣੀਆਂ ਪੰਜਾਬ ਵਿੱਚ ਤੇ ਕਿਹਾ ਜਾਂਦਾ ਉਹ ਰਹਿਮਤ ਹੁੰਦੀਆਂ ਨੇ, ਉਹਨਾਂ ਨੂੰ ਜ਼ਹਿਮਤ ਕਦੇ ਵੀ ਨਾ ਸੋਚਣਾ। ਨਾ ਤੁਹਾਡਾ ਧਰਮ ਜਿਹੜਾ ਇਸ ਗੱਲ ਦੀ ਇਜਾਜ਼ਤ ਦਿੰਦਾ, ਨਾ ਤੁਹਾਡਾ ਮੁਆਸ਼ਰਾ ਔਰ ਨਾ ਤੁਹਾਡਾ ਪਿਛੋਕੜ। ਤੇ ਧੀਆਂ ਨਾਲ ਬਹੁਤ ਜ਼ਿਆਦਾ ਪਿਆਰ ਕੀਤਾ ਕਰੋ, ਪਰਾਇਆ ਧਨ ਹੁੰਦੀਆਂ ਨੇ। ਤੁਹਾਨੂੰ ਸੁਣਾਉਣਾ ਚਾਹੁੰਦਾ, खूबसूरत से भी खूबसूरत है तू, खूबसूरत से भी खूबसूरत है तू, इसलिए ज़िंदगी की ज़रूरत है। इस हकीकत से कब किसको इनकार है, तू तो कुदरत के हाथों का शाहकार है। जिसको रब ने बनाया वो मूर्त है तू, खूबसूरत से भी खूबसूरत है तू, इसलिए ज़िंदगी की ज़रूरत है तू। तेरे चर्चे हवाओं फिजाओं में है, हर नई बात तेरी अदाओं में है, मुझ पर रब ने जो की वो इनायत है तू, इसलिए ज़िंदगी की ज़रूरत है तू, खूबसूरत से भी खूबसूरत है। ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਇੱਕ ਬ੍ਰੇਕ ਵੱਲ ਵਧਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ ਤੇ ਕੁਝ ਹੋਰ ਪ੍ਰੋਗਰਾਮ ਸਾਡੇ ਨਾਲ ਹੋਣਗੇ। ਰਹਿਣਾ ਸਾਡੇ ਨਾਲ। जी एक दफ़ा वापस आ गए हैं पाकिस्तान टेलीविजन लाहौर सेंटर तो। मेरा नाल ही उस्मान बाजवा है, डॉक्टर मुतजल्ला मेरे नाल मौजूद ने। और ब्रेक तो पहले असी टेरा टेर गल्लां कीतियां गीत निगारी दियां और हैल्थ दियां। हैल्थ ठीक होए तो फिर ही गीत सोहने लगते हैं, जो बंदा बीमार होए तो गीत भी चंगे नहीं लगते। इसलिए एक गीत निगार और एक डॉक्टर साढ़े नाल मौजूद सन। इस वक्त भी स्टूडियो के विच दो परौने मौजूद ने और मुख्तलिफ शोबे नाल उन्हां दा ताल्लुक है। ਵੇਖਦੇ ਹਾਂ ਕਿ ਉਹਨਾਂ ਦੀ ਕੀ ਜਰਨੀ ਰਹੀ ਔਰ ਹੁਣ ਅੱਜ ਕੱਲ੍ਹ ਕੀ ਹੋ ਰਿਹਾ ਔਰ ਮੁਸਤਕਬਲ ਵਿੱਚ ਕੀ ਹੋਏਗਾ। ਸਭ ਤੋਂ ਪਹਿਲੇ ਤੇ ਸਾਡਾ ਤੇ ਪੁਰਾਣਾ ਸਾਥ ਹੈ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਔਰ ਹਮੇਸ਼ਾ ਹੀ ਉਹ ਇੱਕ ਸੈਗਮੈਂਟ ਲੈ ਕੇ ਸਾਡਾ ਹਿੱਸਾ ਬਣਦੀਆਂ ਨੇ। ਪਾਕਿਸਤਾਨ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ ਦੀ ਰੂਹ ਰਵਾਂ ਡਾਕਟਰ ਸੁਗਰਾ ਸਦਫ ਸਾਹਿਬਾ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਜੀ ਆਇਆਂ ਕਹਾਂਗੇ। ਅਸਲਾਮ ਵਾਲੇਕੁਮ ਡਾਕਟਰ ਸਾਹਿਬਾ। ਉਮੀਦ ਹੈ ਕਿ ਸਫ਼ਰ ਬਖੈਰ ਰਿਹਾ ਔਰ ਤੁਸੀਂ ਬਿਲਕੁਲ ਖੂਬਸੂਰਤ ਸਫ਼ਰ ਤੋਂ ਵਾਪਸ ਆਏ ਹੋ, ਉਸ ਬਾਰੇ ਵੀ ਅਸੀਂ ਅੱਜ ਗੱਲਾਂ ਕਰਨੀਆਂ। ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਇਹਨਾਂ ਦੇ ਨਾਲ ਜਿਹੜੇ ਸਾਡੇ ਪ੍ਰਾਹੁਣੇ ਨੇ ਉਹਨਾਂ ਤਕਰੀਬਨ 1985 ਤੋਂ ਆਪਣੇ ਕਰੀਅਰ ਦਾ ਆਗਾਜ਼ ਕੀਤਾ
ਲੇਕਿਨ ਉਹ ਸਿਰਫ ਅਦਾਕਾਰ ਨਹੀਂ, ਉਹ ਲਾਅ ਦੇ ਨਾਲ ਵੀ ਮੁੰਸਲਿਕ ਨੇ ਔਰ ਕਈ ਥਾਵਾਂ ਤੇ ਉਹਨਾਂ ਨੇ ਆਪਣੀ ਖਿਦਮਤ ਸਰ ਅੰਜਾਮ ਦਿੱਤੀਆਂ। ਲੇਕਿਨ ਪੀਟੀਵੀ ਨਾਲ ਉਹਨਾਂ ਦਾ ਇੱਕ ਪੁਰਾਣਾ ਤਾਲੁਕ ਹੈ ਔਰ ਅਦਾਕਾਰੀ ਦੇ ਵਿੱਚ ਉਹਨਾਂ ਨੇ ਆਪਣੇ ਜੋਹਰ ਵਿਖਾਏ। ਵੇਖਣ 'ਚ ਉਹ ਥੋੜ੍ਹੇ ਯੂਰਪੀਅਨ ਲੱਗਦੇ ਨੇ ਲੇਕਿਨ ਢਿੱਡੋਂ ਬਹੁਤ ਜ਼ਿਆਦਾ ਪੰਜਾਬੀ ਨੇ, ਕਿਉਂਕਿ ਬੁਰੇ ਵਾਲਾ ਉਹਨਾਂ ਦੀ ਪੈਦਾਇਸ਼ ਹੋਈ ਹੈ। ਕੁਝ ਉਹਨਾਂ ਦੇ ਡਰਾਮਾ ਜਿਹੜੇ ਨੇ ਉਹ ਉਹਨਾਂ ਦਾ ਜ਼ਿਕਰ ਮੈਂ ਕਰਦਾ ਚੱਲਾਂ। ਉਰਦੂ ਦੇ ਡਰਾਮੇ ਗਰਦਿਸ਼ ਵਿੱਚ ਤੁਸੀਂ ਉਹਨਾਂ ਨੂੰ ਵੇਖਿਆ ਹੋਏਗਾ। ਇਸੇ ਤਰ੍ਹਾਂ ਸਾਰੰਗ, ਰੇਜ਼ਾ ਰੇਜ਼ਾ ਔਰ ਗ੍ਰੀਨ ਕਾਰਡ ਵਰਗਾ ਡਰਾਮਾ ਤੁਸੀਂ ਵੇਖਿਆ ਹੋਏਗਾ। ਪੜਾਓ, ਜਨੂਨ, ਆਜ਼ਾਦੀ, ਇਹ ਸਾਰੇ ਡਰਾਮਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਖਿਆ। ਪੰਜਾਬੀ ਦੇ ਵਿੱਚ ਖੋਜੀ ਨਾਂ ਦਾ ਡਰਾਮਾ ਤੁਸੀਂ ਵੇਖਿਆ ਹੋਣਾ। ਫਿਰ ਤਰਾਠ ਔਰ ਅੱਜ ਦੀ ਕਹਾਣੀ ਦੇ ਬਹੁਤ ਜ਼ਿਆਦਾ ਐਪੀਸੋਡਸ ਦੇ ਵਿੱਚ ਔਰ ਕਸ਼ਮੀਰ ਦੇ ਹਵਾਲੇ ਔਰ ਮੁਖਤਲਿਫ ਮੌਜ਼ੂਆਤ ਦੇ ਹਵਾਲੇ ਨਾਲ ਜਿਹੜੇ ਡਰਾਮੇ ਬਣੇ ਉਹਦੇ ਵਿੱਚ ਵੀ ਮੁਖਤਲਿਫ ਕਿਰਦਾਰਾਂ 'ਚ ਤੁਸੀਂ ਇਹਨਾਂ ਨੂੰ ਵੇਖਿਆ। जनाब ना है इन्हों का बासित खान साहब, इन्होंने भी जी आनू कहांगे अस्सलाम वालेकुम जी। जी वालेकुम सलाम। कैसी तबीयत है सर? अल्हम्दुलिल्लाह ठीक ठाक है अपने जनाब। घर वापस आके कैसा लगता है? बड़ा अच्छा लगे है और आगे स्टूडियो के विच आके बड़ा अच्छा लगे है क्योंकि मैं स्टूडियो में आई रिमेंबर आई थिंक 20-25 साल बाद आया है। अच्छा, हाँ और बड़ी याद है वाबस्ता तो बंदा नॉस्टैल्जिया का भी शिकार होता है। नेचुरल बड़े लोग याद आते हैं और बड़ियां चीज़ां बड़े इत्थे साडे रूम च पता सी इत्थे फलाना प्रोड्यूसर सी, इत्थे कंबरली शाह साहब थे, इत्थे अरशद तबस्सुम सी, इत्थे मुश्ताक चौधरी सी, इत्थे अजीज साहब होंदे सन, मतलब सो मैनी शौकत ज़ैनुल आबदीन साहब का पता नहीं, मेरे सो मैनी प्रोड्यूसर्स, दूसरे ठाकर साहब ਤੇ ਬੜੀਆਂ ਯਾਦਾਂ ਨੇ। ਵਾਹ ਵਧੀਆ। ਅੱਛਾ ਡਾਕਟਰ ਸਾਹਿਬ, ਕਿਹਾ ਜਾਂਦਾ ਕਿ ਅਗਰ ਤੁਸੀਂ ਕੁਝ ਸਿੱਖਣਾ ਤੇ ਤੁਹਾਨੂੰ ਸਫ਼ਰ ਕਰਨਾ ਚਾਹੀਦਾ ਔਰ ਗਲੀ ਗਲੀ ਕੂਚਾ ਕੂਚਾ ਕਰੀਆ ਫਿਰ ਕੇ ਲੋਕਾਂ ਨੂੰ ਮਿਲਣਾ ਚਾਹੀਦਾ। ਫਿਰ ਲੋਕਾਂ ਦੇ ਬਾਰੇ ਵੀ ਪਤਾ ਚੱਲਦਾ ਹੈ, ਰੱਬ ਦੀ ਲੁਕਾਈ ਬਾਰੇ ਪਤਾ ਚੱਲਦਾ। ਇੱਕ ਤੇ ਮੁਖਤਸਰ ਜਿਹਾ ਸਾਨੂੰ ਇਹ ਦੱਸੋ ਕਿ ਤੁਹਾਡੀ ਅਕਸਰ ਤੁਸੀਂ ਮੁਲਕ ਤੋਂ ਬਾਹਰ ਜਾਂਦੇ ਹੋ ਲੇਕਿਨ ਇਸ ਦਫਾ ਦੀ ਜਿਹੜੀ ਜਰਨੀ ਸੀ ਉਹ ਜ਼ਿਆਦਾ ਸਪੈਸ਼ਲ ਕਿਉਂ ਸੀ ਔਰ ਵਾਇਆ ਮਿਡਲ ਈਸਟ ਔਰ ਬਾਕੀ ਏਰੀਆ ਚੋਂ ਗਏ ਉਹਦੇ ਬਾਰੇ ਥੋੜਾ ਦੱਸੋ ਪਹਿਲੇ। ਜੀ ਬਹੁਤ ਸ਼ੁਕਰੀਆ, ਤੁਸੀਂ ਬੜੀ ਚੰਗੀ ਗੱਲ ਕੀਤੀ ਕਿ ਸਫ਼ਰ ਜਿਹੜਾ ਨਾ ਇਹ ਇਨਸਾਨ ਨੂੰ ਜਿਹੜੀਆਂ ਮਾਲੂਮਾਤ ਦਿੰਦਾ ਹੈ ਉਹ ਸ਼ਾਇਦ ਕਿਤਾਬਾਂ 'ਚੋਂ ਸਾਨੂੰ ਨਹੀਂ ਲੱਭਦੀਆਂ, ਕਿਉਂਕਿ ਤੁਸੀਂ ਇੱਕ ਕਿਸੇ ਇਮਾਰਤ ਦੇ ਬਾਰੇ, ਕਿਸੇ ਬਾਜ਼ਾਰ ਦੇ ਬਾਰੇ, ਕਿਸੇ ਵੀ ਮੰਜ਼ਰ ਦੇ ਬਾਰੇ 'ਚ ਬੱਚਿਆਂ ਨੂੰ ਜਾਂ ਆਪ ਹੀ ਬੜਾ ਪੜ੍ਹ ਲਓ, ਲੇਕਿਨ ਉੱਥੇ ਜਾ ਕੇ ਜੋ ਕੁਝ ਦੇਖਣਾ ਔਰ ਮਹਿਸੂਸ ਕਰਨਾ ਹੈ ਉਹਦਾ ਜਵਾਬ ਨਹੀਂ ਹੁੰਦਾ ਕਿ ਆਪਣੀਆਂ ਅੱਖਾਂ ਨਾਲ ਦੇਖਣਾ ਔਰ ਲੋਕਾਂ ਦੇ ਰਵੱਈਏ। ਔਰ ਮੈਨੂੰ ਹਮੇਸ਼ਾ ਤੋਂ ਸਫ਼ਰ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਕਿ ਮੈਂ ਦੇਖਣੀ ਆ ਕਿ ਰੱਬ ਦੀ ਲੁਕਾਈ ਹੈ, ਇੱਕੋ ਜਿਹੇ ਅਸੀਂ ਔਰ ਰਵੱਈਆਂ 'ਚ ਕੀ ਫ਼ਰਕ ਹੈ, ਫ਼ਰਕ ਕੀ ਆ ਹਰ ਸਾਡੇ 'ਚ। ਅਸੀਂ ਜਿਹੜੇ ਪਾਕਿਸਤਾਨ ਰਹਿੰਦੇ ਆ ਜਾਂ ਬਾਕੀ ਮੁਲਕਾਂ 'ਚ ਰਹਿੰਦੇ ਆ, ਯੂਰਪ 'ਚ ਰਹਿੰਦੇ ਆ ਜਾਂ ਇੱਧਰ ਅਰਬ ਮਮਾਲਕ 'ਚ ਰਹਿੰਦੇ ਆ, ਤੇ ਉਹ ਬੜਾ ਮੌਕਾ ਮਿਲਦਾ ਹੈ ਲੋਕਾਂ ਨੂੰ ਦੇਖਣ ਦਾ, ਪਰਖਣ ਦਾ ਔਰ ਇੱਕ ਇਲਮ ਵਸੀ ਹੁੰਦਾ। ਦੂਸਰੀ ਗੱਲ ਮਾਲੂਮਾਤ 'ਚ ਇਜ਼ਾਫਾ ਹੁੰਦਾ ਔਰ ਦੂਸਰੀ ਗੱਲ ਇਹ ਹੈ ਕਿ ਕਲਚਰ ਦੇ ਹਵਾਲੇ ਨਾਲ ਵੀ ਬੜਾ ਮੁਤਾਲਿਆ ਕਰਨ ਦਾ ਮੌਕਾ ਮਿਲਦਾ ਕਿ ਆਖਰ ਇਹ ਲੋਕ ਆਪਣੇ ਕਲਚਰ ਨਾਲ ਕਿਤਨਾ ਕੀ ਜੁੜਤ ਰੱਖਦੇ ਨੇ ਔਰ ਇਹਨੂੰ ਕਿਤਨਾ ਕੁ ਅੱਗੇ ਲੈ ਕੇ ਟੁਰਦੇ ਨੇ ਔਰ ਆਪਣੀ ਜ਼ੁਬਾਨ ਨਾਲ। ਤੇ ਫਿਰ ਉਹ ਮੈਂ ਇੱਕ ਨਤੀਜੇ ਤੇ ਪਹੁੰਚੀ ਹਾਂ ਕਿ ਸਾਰੀ ਦੁਨੀਆ ਦੇ ਲੋਕ ਇੱਕੋ ਜਿਹੇ ਨੇ। ਯਾਨੀ ਪਹਿਲੇ ਜਦੋਂ ਅਸੀਂ ਮੁਲਕੋਂ ਬਾਹਰ ਨਹੀਂ ਸੀ ਗਏ ਤੇ ਸਮਝਦੇ ਸ਼ਾਇਦ ਬੜਾ ਫਰਕ ਹੁੰਦਾ ਸਾਡੇ ਵਿੱਚ ਤੇ ਅੰਗਰੇਜ਼ਾਂ 'ਚ, ਲੇਕਿਨ ਜਿਹੜੇ ਤਬਕੇ ਨੇ ਨਾ ਉਹ ਬਾਜਵਾ ਸਾਹਿਬ ਸਾਰੇ ਇੱਕੋ ਜਿਹੇ ਨੇ ਕਿ ਇੱਕ ਲੋਅਰ ਤਬਕਾ ਹੈ, ਇੱਕ ਫਿਰ ਜਿਹੜਾ ਅਸੀਂ ਕਹਿੰਦੇ ਆ ਕਿ ਸਫੇਦ ਪੋਸ਼ ਤਬਕਾ ਹੈ, ਇੱਕ ਵੱਡਾ ਤਬਕਾ ਹੈ, ਤੇ ਉੱਥੇ ਉਹਨਾਂ ਲੋਕਾਂ ਦੇ ਰਵੱਈਏ ਉਂਝੇ ਦੇ ਨੇ। ਸਹੀ। ਔਰ ਉਸੇ ਤਰ੍ਹਾਂ ਹੀ ਮਤਲਬ ਔਰਤਾਂ ਦੇ ਵਾਲਾਂ ਤੁਸੀਂ ਗੱਲ ਕਰੋ ਤੇ ਔਰਤਾਂ ਦੇ ਵੀ ਰਵੱਈਏ ਉਂਝੇ ਦੇ ਨੇ, ਮਰਦਾਂ ਦੇ ਵੀ ਨੇ, ਤੇ ਥੋੜ੍ਹਾ ਬਹੁਤ ਫਰਕ ਹੁੰਦਾ ਹੈ ਕਿਉਂਕਿ ਬਾਜ਼ ਔਕਾਤ ਹੁੰਦਾ ਹੈ ਕਿ ਜਿਹੜੇ ਲੋਕ ਜ਼ਿਆਦਾ ਪੜ੍ਹੇ ਲਿਖੇ ਨੇ ਜਾਂ ਬੜੀ ਦੇਰ ਤੋਂ ਤਹਿਜ਼ੀਬ ਤਮੱਦਨ ਦੇ ਵਾਲੇ ਨਾਲ ਆ ਰਹੇ ਨੇ ਉਹਨਾਂ 'ਚ ਥੋੜ੍ਹਾ ਇੱਕ ਸਾਨੂੰ ਉਜਲਾਪਨ ਜ਼ਿਆਦਾ ਦਿਸਦਾ ਹੈ। ਬਾਕੀ ਇਨਸਾਨਾਂ 'ਚ ਰਵੱਈਏ ਜਿਹੜੇ ਨੇ ਨਾ ਉਹ ਮਿਲਦੇ ਜੁਲਦੇ ਕੁੱਲ ਖੁਦਾਈ ਤੇ ਇੱਕੋ ਜਿਹੀ ਬੀਤ ਰਹੀ ਹੈ ਔਰ ਦੁਖੀ ਜਿਹੜਾ ਹੈ ਉਹ ਕਿਤੇ ਵੀ ਦੁਖੀ ਹੈ ਔਰ ਜਿੱਦਾਂ ਇਸਤਿਹਸਾਲ ਹੋ ਰਿਹਾ ਉਹ ਦੁਨੀਆ ਦੇ ਕਿਸੇ ਵੀ ਉੱਥੇ ਵੀ ਸੜਕ ਤੇ ਬੈਠੇ ਤੁਹਾਨੂੰ ਲੋਕ ਰੋਂਦੇ ਨਜ਼ਰ ਆ ਜਾਂਦੇ ਨੇ ਬੜੇ ਬੜੇ ਤਰੱਕੀ ਯਾਫਤਾ ਮੁਲਕਾਂ 'ਚ। ਦੇਖੋ ਜੀ, ਮਿੱਟੀ ਨਾਲ ਆਦਮ ਬਣਿਆ, ਆਦਮ ਦੀ ਗਾਂ ਔਲਾਦ, ਉਸੇ ਮਿੱਟੀ ਨਾਲ ਗੁੰਨੀ, ਸਾਰੇ ਇੱਕੋ ਵਰਗੀ। ਵਾਹ ਜੀ ਵਾਹ। ਅੱਛਾ ਬਾਸਿਤ ਖਾਨ ਸਾਹਿਬ, ਤੁਸੀਂ ਮਤਲਬ ਪਾਰਟ ਟਾਈਮ ਅਦਾਕਾਰੀ ਕਰਦੇ ਰਹੇ ਔਰ ਪਾਰਟ ਟਾਈਮ ਬਾਕੀ ਆਪਣੀ ਸਰਵਿਸਿਜ਼ ਦਿੰਦੇ ਰਹੇ ਆਮ ਆਵਾਮ ਵਾਸਤੇ, ਲੇਕਿਨ ਜਦੋਂ ਅਸੀਂ ਗਰਦਿਸ਼, ਸਾਰੰਗ, ਰੇਜ਼ਾ ਰੇਜ਼ਾ ਵਰਗੇ ਡਰਾਮਿਆਂ ਦਾ ਨਾਂ ਲੈਂਦੇ ਹਾਂ, ਇਹ ਵੱਡੇ ਡਰਾਮੇ, ਬਿਹਤਰੀਨ ਖੂਬਸੂਰਤ ਡਰਾਮੇ ਸੀ। ਪੀਟੀਵੀ ਨੂੰ ਇਹ ਵੀ ਇਜਾਜ਼ ਹਾਸਲ ਹੈ ਕਿ ਪੰਜਾਬੀ ਜ਼ੁਬਾਨ ਦੇ ਡਰਾਮੇ ਜਾਂ ਰੀਜਨਲ ਲੈਂਗੁਏਜਸ ਜਿਹਨੂੰ ਤੁਸੀਂ ਕਹਿੰਦੇ ਹੋ, ਸਿੰਧੀ 'ਚ ਵੀ ਡਰਾਮੇ ਬਣਾਏ, ਬਾਕੀ ਜ਼ੁਬਾਨਾਂ, ਉਹਨਾਂ ਦਾ ਵੀ ਮਿਆਰ ਘੱਟ ਨਹੀਂ ਸੀ ਉਰਦੂ ਵਾਲਿਆਂ ਨਾਲ। ਬਾਕੀ ਚੈਨਲ ਤੇ ਸਾਨੂੰ ਪੰਜਾਬੀ ਦਾ ਵੈਸੇ ਡਰਾਮਾ ਕਿਤੇ ਨਾ ਨਜ਼ਰ ਹੀ ਨਹੀਂ ਆਉਂਦਾ। ਖੋਜੀ ਔਰ ਤਰਾਠ ਔਰ ਅੱਜ ਦੀ ਕਹਾਣੀ ਜਿਹੜਾ ਮੁਖਤਲਿਫ ਐਪੀਸੋਡਸ ਆਉਂਦੇ ਸਨ, ਇਹਦੇ ਹਵਾਲੇ ਨਾਲ ਪਹਿਲੇ ਅਸੀਂ ਸ਼ੁਰੂ ਕਰਨੇ ਆ ਕਿ ਇਹਨਾਂ 'ਚ ਕੰਮ ਕਰਨਾ ਕੈਸਾ ਲੱਗਾ ਔਰ ਜਦੋਂ ਤੁਸੀਂ ਪੰਜਾਬੀ 'ਚ ਐਕਟਿੰਗ ਕਰਦੇ ਹੋ ਉਦੋਂ ਕਿਆ ਜ਼ਿਆਦਾ ਜਜ਼ਬਾਤ ਆਉਂਦੇ ਨੇ ਕਿਉਂਕਿ ਆਪਣੀ ਬੋਲੀ 'ਚ ਕਰ ਰਹੇ ਹੋ ਜਾਂ ਕੀ ਸਿਲਸਿਲਾ? ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤੇ ਇਹ ਕਿ ਬੁਨਿਆਦੀ ਤੌਰ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਇੱਕ ਪਾਰਟ ਟਾਈਮ ਟੀਵੀ ਐਕਟਰ ਵੀ ਸੀ, ਨਾਲ ਇੱਕ ਸਰਕਾਰੀ ਅਫਸਰ ਵੀ ਸੀ, ਤੇ ਸਰਕਾਰੀ ਅਫਸਰ ਤੇ ਪਾਰਟ ਟਾਈਮ ਟੀਵੀ ਐਕਟਰ ਦੀ ਜੰਗ ਹੁੰਦੀ ਰਹੀ ਕਾਫੀ ਦੇਰ ਤੱਕ।
और मैं अपना काम करता रहा। उसके बाद फिर सरकारी अफसर छा गया और टीवी में छड़ता आ गया। बुनियादी वजह ये रही है कि जो पंजाबी सी गल की है, पंजाबी जंपल पंजाब दे गए। जिस तरह तुम क्या फेस ना मैं की लगता है, शक्ल तो कुछ महसूस होता है लगता है कोई मैंने कहते रशियन लगता है शक्ल तो मकसद ये है कि पंजाब ਦੇ ਵਿੱਚ पैदा हो के ਜਦੋਂ मैं पंजाबी बोलता ਸੀ ਨਾ अक्सर लोग मेरे दफ्तर 'ਚ ਕਹਿੰਦੇ ਖਾਨ ਸਾਹਿਬ ਤੁਸੀਂ ਪਠਾਨ ਹੋ ਬੜੇ ਫਲੂਐਂਟਲੀ ਪੰਜਾਬੀ ਬੋਲਦੇ ਹੋ। ਉਹ ਮੈਂ ਕਿਹਾ ਭਾਈ ਮੈਂ ਜੰਪਲ ਹੀ ਪੰਜਾਬ ਦਾ। ਪੰਜਾਬ ਦੇ ਅਸੀਂ ਸਾਰੇ ਪੀਟੂ ਕਰਮ ਖੇਲਿਆ, ਇੱਥੇ ਬਹਾਦਰ ਕਿਲਾ ਖੇਲਿਆ, ਇੱਥੇ ਡੱਬੀਆਂ ਖੇਲੀਆਂ, ਇੱਥੇ ਅਖਰੋਟ ਖੇਲੇ, ਬੈਂਟੇ ਖੇਲੇ ਬਚਪਨ 'ਚ ਸਕੂਲਾਂ 'ਚ ਸਾਰੀ ਗੇਮਾਂ ਕ੍ਰਿਕਟ ਸ਼੍ਰਿਕਟ ਇਹ ਉਹ। ਤੇ ਸਕਾਫਤ ਕਲਚਰ ਦੀ ਜਿਹੜੀ ਹੈ ਨਾ ਉਹ ਛਾਪ ਹੁੰਦੀ ਇਨਸਾਨ ਦੀ ਜ਼ਿੰਦਗੀ ਤੇ। ਉਹ ਤੁਸੀਂ ਭਾਵੇਂ ਕਿੰਨੇ ਸੂਟ ਸ਼ੂਟ ਪਾ ਲਓ ਤੇ ਕਿੰਨੇ ਆਪਣੇ ਬਾਲ ਸ਼ਲ ਸੰਵਾਰ ਲਓ ਤੇ ਟਾਈਆਂ ਬੰਨ੍ਹ ਲਓ, ਲੇਕਿਨ ਰਹਿੰਦੇ ਫਿਰ ਤੁਸੀਂ ਪੰਜਾਬ ਦੇ ਪੰਜਾਬੀ ਹੈਗੇ ਹੋ। ਵਾਹ ਵਾਹ। ਤੇ ਬੜਾ ਮਜ਼ਾ ਆਉਂਦਾ ਔਰ ਬੜਾ ਅੱਛਾ ਰਿਹਾ ਮੈਨੂੰ ਉਹ ਵੀ ਪਲੇ ਕਰਨ ਦਾ, ਕਿਉਂਕਿ ਮੈਨੂੰ ਕੰਟਰਾਸਟ ਮਿਲਦਾ ਸੀ ਨਾਰਮਲੀ। ਤੁਸੀਂ ਸਫ਼ਰ ਦੀ ਗੱਲ ਕੀਤੀ ਔਰ ਕਿਹਾ ਕਿ ਲੁਕਾਈ ਤੇ ਇੱਕੋ ਜਿਹੀ ਹੈ, ਤੇ ਸੂਫੀਜ਼ਮ ਦੀ ਅਸੀਂ ਹਮੇਸ਼ਾ ਹੀ ਗੱਲ ਕਰਨੇ ਆਪਣੇ ਪ੍ਰੋਗਰਾਮ 'ਚ, ਤੇ ਕਿਹਾ ਜਾਂਦਾ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਕੋਈ ਨਾ ਕੋਈ ਤੰਦ ਤੇ ਹੈ ਵੇ ਸੂਫੀਜ਼ਮ ਦੀ, ਜਿਹੜੀ ਵੱਖਰੇ ਵੱਖਰੇ ਰੰਗ ਨਾਲ ਵੱਖਰੇ ਵੱਖਰੇ ਮੁਲਕਾਂ 'ਚ ਨਜ਼ਰ ਆਈ ਹੈ, ਲੇਕਿਨ ਉਹਦੀ ਬੁਨਿਆਦ ਜ਼ਾਹਿਰ ਹੈ ਇਨਸਾਨੀਅਤ ਹੈ ਔਰ ਕੁੱਲ ਖੁਦਾਈ ਨੂੰ ਇੱਕ ਮੰਨਣਾ। ਤੇ ਬਾਕੀ ਜਗ੍ਹਾ ਤੇ ਤੁਸੀਂ ਕਿਵੇਂ ਦਾ ਰੰਗ ਵੇਖਿਆ ਸੂਫੀਜ਼ਮ ਦਾ? ਤੁਸੀਂ ਜਿਹੜੀ ਗੱਲ ਕੀਤੀ ਨਾ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਤੇ ਉਹ ਮੈਂ ਕਹਿ ਰਹੀ ਸੀ ਕਿ ਇਹ ਵੀ ਅਸੀਂ ਗੱਲ ਕਹਿੰਦੇ ਹਾਂ ਕਿ ਪੂਰੀ ਖਲਕਤ ਜਿਹੜੀ ਹੈ ਰੱਬ ਦਾ ਕੁੰਭਾ ਹੈ। ਔਰ ਜਿਸ ਤਰ੍ਹਾਂ ਇੱਕ ਘਰ 'ਚ ਭੈਣਾਂ ਭਰਾਵਾਂ ਦੀਆਂ ਸ਼ਕਲਾਂ ਮੁਖਤਲਿਫ ਹੁੰਦੀਆਂ ਨੇ, ਇਸੇ ਤਰ੍ਹਾਂ ਮੁਖਤਲਿਫ ਨਸਲਾਂ ਦੇ ਹਵਾਲੇ ਨਾਲ ਵੀ ਨੇ। ਵਰਨਾ ਤੇ ਤੁਸੀਂ ਦੇਖੋ ਸਾਡੇ ਜਿਹੜੇ ਨੈਣ ਨਕਸ਼ ਨੇ ਉਹ ਹੈ ਤੇ ਉਹ ਹੀ ਨੇ। ਕੋਈ ਇਹ ਤਾਂ ਨਹੀਂ ਹੋ ਸਕਦਾ ਕਿ ਬਾਸਤ ਖਾਨ ਵਰਗੇ ਜਿਹੜੇ ਅੰਗਰੇਜ਼ ਨੇ ਉਹਨਾਂ ਦੀ ਕੋਈ ਚਿਹਰੇ ਤੇ ਨੱਕ ਦੀ ਥਾਵੇਂ ਕੋਈ ਹੋਰ ਸ਼ੈ ਲੱਗੀ ਹੈ ਔਰ ਕੰਨ ਦੀ ਤਾਂ ਮਤਲਬ ਹੈ ਕਿ ਇੱਕ ਜਿਹੜਾ ਢਾਂਚਾ ਉਹ ਤਾਂ ਇੱਕੋ ਜਿਹਾ ਨਾ। ਤੇ ਇਸ ਤਰ੍ਹਾਂ ਮੇਰੇ ਖਿਆਲ ਹੈ ਕਿ ਜਿਹੜੀ ਵੁਸਅਤ ਹੈ ਤੁਹਾਡੀ ਨਜ਼ਰ 'ਚ ਆਉਂਦੀ ਹੈ, ਤੁਹਾਡੇ ਜ਼ਿਹਨ 'ਚ ਆਉਂਦੀ, ਜਦੋਂ ਤੱਕ ਤੁਸੀਂ ਆਪਣੇ ਉਸ ਜਿਸ ਜ਼ਮੀਨ 'ਤੇ ਤੁਸੀਂ ਪੈਦਾ ਹੋਏ ਉੱਥੋਂ ਨਹੀਂ ਨਿਕਲਦੇ, ਤੁਸੀਂ ਦੁਨੀਆ ਨਾਲ ਆਪਣੀ ਜੁੜਤ ਨਹੀਂ ਪੈਦਾ ਕਰਦੇ, ਤੁਸੀਂ ਆਪਣਾ ਮੁਕਾਮ ਵੀ ਨਹੀਂ ਸਮਝ ਸਕਦੇ, ਆਪਣੇ ਮੁਲਕ ਦੀ ਕਦਰ ਵੀ ਨਹੀਂ ਕਰ ਸਕਦੇ, ਆਪਣੀਆਂ ਰਸਮਾਂ ਕਲਚਰ ਜ਼ਬਾਨ ਉਹਦੀ ਵੀ ਤੁਹਾਨੂੰ ਕਦਰ ਤਾਂ ਹੀ ਆਉਂਦੀ ਜਦੋਂ ਤੁਸੀਂ ਬਾਹਰ ਜਾਂਦੇ ਹੋ, ਜਦੋਂ ਤੁਹਾਡੇ ਨਾਲ ਕੋਈ ਤੁਹਾਡੀ ਜ਼ਬਾਨ ਬੋਲਣ ਵਾਲਾ ਨਹੀਂ ਹੁੰਦਾ, ਤੁਹਾਨੂੰ ਇੱਕ ਓਪਰੀ ਜ਼ਬਾਨ ਬੋਲਣੀ ਪੈਂਦੀ ਹੈ ਔਰ ਓਪਰੇ ਲੋਕਾਂ ਵਿੱਚ ਜਾ ਕੇ ਇੱਕ ਫ਼ਰਕ ਵੀ ਤੁਸੀਂ ਦੇਖਦੇ ਹੋ। ਤੇ ਫਿਰ ਇੱਕ ਜੁੜਤ ਵੀ ਪੈਦਾ ਹੁੰਦੀ ਹੈ ਔਰ ਉਹ ਜੁੜਤ ਹੁੰਦੀ ਹੈ ਅਹਿਸਾਸ ਦੀ ਕਿ ਕਿਸੇ ਵੇਲੇ ਤੁਸੀਂ ਲਫ਼ਜ਼ਾਂ ਦੇ ਮੁਤਾਜ ਨਹੀਂ ਰਹਿੰਦੇ, ਕਿ ਤੁਸੀਂ ਇੱਕ ਜਿਹੜਾ ਤੁਹਾਡਾ ਇੱਕ ਤਾਸੁਰ ਹੈ ਖੁਸ਼ੀ ਦਾ, ਗਮੀ ਦਾ, ਨਾਰਾਜ਼ਗੀ ਦਾ, ਉਹ ਤੁਸੀਂ ਆਪਣੇ ਮੇਰੇ ਖਿਆਲ ਹੈ ਕਿ ਉਸ ਵੇਲੇ ਅਸੀਂ ਸਾਰੇ ਹੀ ਅਦਾਕਾਰ ਹੀ ਬਣ ਜਾਂਦੇ ਹਾਂ। ਕਿ ਮੈਂ ਵੈਸੇ ਤਾਂ ਅਦਾਕਾਰੀ ਨਹੀਂ ਕੀਤੀ ਬਾਸਤ ਸਾਹਿਬ ਬਾਹਰ, ਲੇਕਿਨ ਉਸ ਵੇਲੇ ਜਦੋਂ ਜ਼ੁਬਾਨ ਨਹੀਂ ਆ ਰਹੀ ਹੁੰਦੀ ਤੇ ਫਿਰ ਆਪਣੇ ਐਕਸਪ੍ਰੈਸ਼ਨ ਨਾਲ ਹੀ ਦੱਸਣਾ ਪੈਂਦਾ, ਉਹ 에ਅਰਪੋਰਟ ਹੋਵੇ ਜਾਂ ਕਿਹੜੀ ਈਵਨ ਮੇਲ ਮਿਲਾਪ ਵਿੱਚ ਵੀ ਜਦੋਂ ਮੇਲ ਮਿਲਾਪ 'ਚ ਵੀ ਕਿ ਮਤਲਬ ਕਿਸੇ ਨੇ ਬੜੇ ਚੰਗੇ ਕੱਪੜੇ ਪਾਏ ਨੇ ਸਾਡੀ ਪਿਆਰੀ ਬੱਚੀ ਦਾ, ਤਾਂ ਅਸੀਂ ਕਹਿੰਦੇ ਮਾਸ਼ਾ ਠੀਕ ਹੈ ਨੂੰ ਜ਼ੁਬਾਨ ਨਹੀਂ ਆ ਰਹੀ, ਚਾਈਨੀਜ਼ ਨੂੰ ਅਸੀਂ ਮਿਲ ਰਹੇ ਹਾਂ, ਤੇ ਉਹ ਵੀ ਇੱਕ ਜ਼ੁਬਾਨ ਹੈ ਉਹ ਵੀ। ਤੇ ਬਾਕੀ ਮੈਂ ਹੁਣ ਥੋੜ੍ਹੀ ਕੱਲ੍ਹ ਮੈਂ ਵਾਪਸ ਆਈ ਹਾਂ ਓਮਾਨ ਮੈਂ ਗਈ ਸਾਂ, ਤੇ ਮੇਰਾ ਇੱਕ ਵੱਖਰਾ ਤਜਰਬਾ ਸੀ ਕਿਉਂਕਿ ਵੈਸੇ ਤਾਂ ਮੈਂ ਦੂਸਰੀ ਵਾਰੀ ਗਈ ਹਾਂ, ਲੇਕਿਨ ਇਸ ਵਾਰੀ ਮੈਂ ਮੁਖਤਲਿਫ ਥਾਵਾਂ 'ਤੇ ਗਈ ਔਰ ਲੋਕਾਂ ਨੂੰ ਮਿਲੀ ਹਾਂ, ਤੇ ਉੱਥੇ ਮੈਨੂੰ ਇੱਕ ਬੜੀ ਚੰਗੀ ਗੱਲ ਲੱਗੀ। ਇੱਕ ਤੇ ਬੜੀ ਵੁਸਅਤ ਦਾ ਅਹਿਸਾਸ ਹੋਇਆ ਕਿ ਓਮਾਨ ਦਾ ਜਿਹੜਾ ਰਕਬਾ ਹੈ ਉਹ ਪਾਕਿਸਤਾਨ ਦੇ ਰਕਬੇ ਜਿਤਨਾ ਹੈ ਤਕਰੀਬਨ, ਲੇਕਿਨ ਉਹਨਾਂ ਦੀ ਆਬਾਦੀ ਹੈ 45 ਲੱਖ। ਮੈਂ ਜਦੋਂ 8-10 ਸਾਲ ਪਹਿਲਾਂ ਗਈ ਸੀ ਤੇ 35 ਲੱਖ ਆਬਾਦੀ ਸੀ, ਤੇ ਹੁਣ ਉਹ 45 ਲੱਖ ਹੈ। ਤੇ ਇੱਕ ਅਜੀਬ ਤਰ੍ਹਾਂ ਦੀ ਕੁਸ਼ਾਦਗੀ ਸਕੂਨ ਦਾ ਅਹਿਸਾਸ ਹੁੰਦਾ, ਯਾਨੀ ਉਹਦੀ ਸੜਕਾਂ ਦੇ ਰੇਲ ਪੇਲ ਰੋਲਾ ਹਾਰਨ ਖਿੱਚਤਰੂ, ਕੋਈ ਰਕਸ਼ਾ ਨਹੀਂ, ਕੋਈ ਮੋਟਰਸਾਈਕਲ ਨਹੀਂ, ਕੋਈ ਚੀਜ਼ ਨਹੀਂ। ਹਾਲਾਂਕਿ ਗਰਮ ਮੁਲਕ ਹੈ ਬਹੁਤ ਉਹ ਵੀ, ਤੇ ਉਹ ਇੱਕ ਬੜੀ ਸਕੂਨ ਦੀ ਉਹ ਗੱਲ ਹੈ। ਦੂਸਰੀ ਗੱਲ ਹੈ ਕਿ ਮੈਨੂੰ ਉਹਨਾਂ ਦੀ ਜਿਹੜੀ ਚੰਗੀ ਗੱਲ ਲੱਗੀ ਨਾ ਉਹ ਇਹ ਹੈ ਕਿ ਆਪਣੇ ਕਲਚਰ ਨਾਲ ਬੜੇ ਜੁੜੇ ਹੋਏ ਨੇ। ਜਿਸ ਤਰ੍ਹਾਂ ਅਸੀਂ ਬਾਕੀ ਮੁਲਕ ਦੇਖਦੇ ਹਾਂ, ਦੁਬਈ ਹੈ ਤੇ ਉਹ ਬਿਲਕੁਲ ਇੱਕ ਵੈਸਟਰਨ ਅੰਦਾਜ਼ ਚਲਾ ਗਿਆ ਦੁਬਈ, ਲੇਕਿਨ ਓਮਾਨ ਨੇ ਆਪਣੇ ਕਲਚਰ ਨੂੰ ਨਹੀਂ ਛੱਡਿਆ ਔਰ ਉੱਥੇ ਕੋਈ ਉਹ ਸਮਝੌਤਾ ਨਹੀਂ ਕਰਨਾ ਚਾਹੁੰਦੇ। ਤਰੱਕੀ ਦੀ ਦੌੜ 'ਚ ਉਹ ਵੀ ਸ਼ਾਮਲ ਨੇ ਔਰ ਅੱਗੇ ਵਧ ਰਹੇ ਨੇ, ਲੇਕਿਨ ਆਪਣੇ ਕਲਚਰ ਨਾਲ। ਉਹਨਾਂ ਦਾ ਲਿਬਾਸ ਤੁਸੀਂ ਦੇਖੋ, ਸਿਰ 'ਤੇ ਪਾਉਣ ਵਾਲੀ ਟੋਪੀ, ਔਰ ਫਿਰ ਇਸੇ ਤਰ੍ਹਾਂ ਹੀ ਸ਼ਾਮ ਨੂੰ ਉਹ ਸਾਰੀ ਫੈਮਿਲੀ ਦੇ ਨਾਲ ਸੜਕ ਦੇ ਕਿਨਾਰੇ ਜਾ ਕੇ, ਜ਼ਮੀਨਾਂ ਖੁੱਲੀਆਂ ਨੇ ਉੱਥੇ ਜਾ ਕੇ, ਤੇ ਉਹ ਖੈਮਾ ਜਿਹਾ ਲਾ ਕੇ ਉੱਥੇ ਬੈਠੇ ਨੇ, ਪੂਰੀ ਰਾਤ ਬਾਹਰ ਗੁਜ਼ਾਰੇ ਨੇ ਜਿਹੜੇ ਵੀਕਐਂਡਸ ਨੇ ਉਹਨਾਂ ਦੇ। ਤੇ ਉਹ ਇੱਕ ਬੜਾ ਅੱਛਾ ਉਹਨਾਂ ਦਾ ਮੈਨੂੰ ਲੱਗਾ। ਔਰ ਫਿਰ ਸ਼ਾਦੀਆਂ ਵਿਆਹਾਂ ਤੇ ਆਪਣੇ ਕਲਚਰ ਨੂੰ ਅਹਿਮੀਅਤ ਦੇਣੀ। ਫਿਰ ਇਸ ਤੋਂ ਇਲਾਵਾ ਮੈਂ ਸੌਰੀ ਤੁਹਾਨੂੰ ਕੱਢਦਾ, ਈਰਾਨ 'ਚ ਮੈਂ ਗਿਆ ਸੀ, ਤੇ ਈਰਾਨ 'ਚ ਗਿਆ ਤੇ ਉੱਥੇ ਈਰਾਨ ਦੇ ਵਿੱਚ ਬਕਾਇਦਾ ਤੂੰ ਲੋਕੀ ਪੂਰੀ ਫੈਮਿਲੀਜ਼ ਦੇ ਨਾਲ ਆ ਕੇ ਨਾ ਉੱਥੇ, ਜਿਸ ਤਰ੍ਹਾਂ ਸਾਡੇ ਬਾਗੇ ਜਨਾ ਸਮਝ ਲੈ, ਇਸ ਤਰ੍ਹਾਂ ਦਾ ਬਾਹਰ ਗੱਡੀਆਂ ਖੜੀਆਂ ਨੇ, ਅੰਦਰ ਆ ਕੇ ਸਾਰੇ ਲੋਕ ਆਪਣੇ ਖਾਣਾ ਖਾ ਰਹੇ ਨੇ, ਔਰ ਖਾਣਾ ਖਾ ਕੇ ਇੱਕ ਤਿਨਕਾ ਕਾਗਜ਼ ਦਾ ਟੁਕੜਾ ਤੱਕ ਉੱਥੇ ਨਜ਼ਰ ਨਹੀਂ ਆਉਂਦਾ ਸੀ। ਇਤਨੇ ਸਫਾਈ ਪਸੰਦ ਸੀ ਲੋਕ। ਔਰ ਨੇਚਰ ਦੇਖੋ ਸਾਡੇ ਪਾਰਕਾਂ 'ਚ ਜਾਓ ਕੀ ਹਾਲ ਹੁੰਦਾ ਹੈ, ਔਰ ਕੋਈ ਤੁਹਾਨੂੰ ਸੜਕ ਤੇ ਗੰਦਗੀ ਨਜ਼ਰ ਆਏ। ਦੂਸਰੀ ਕਿ ਨੇਚਰ ਨਾਲ ਜੁੜਤ ਜਿਹੜੀ ਹੈ, ਅਸੀਂ ਸੂਫੀਜ਼ਮ ਤੇ ਵੀ ਗੱਲ ਹਮੇਸ਼ਾ ਕਰਨੇ ਆ ਕਿ ਸਾਡੇ ਸੂਫੀਆਂ ਨੇ ਜਿਹੜੀ ਰਿਆਜ਼ਤ ਕੀਤੀ, ਚਿੱਲੇ ਕੱਟੇ ਉਹ ਜਾ ਕੇ ਪਹਾੜਾਂ ਵਿੱਚ, ਔਰ
ਬਹੁਤ ਐਸੀਆਂ ਔਖੀਆਂ ਥਾਵਾਂ ਜਾ ਕੇ ਕੱਟੇ ਔਰ ਨੇਚਰ ਦੇ ਕਰੀਬ ਰਹਿ ਕੇ ਕੱਟੇ, ਕਿਉਂਕਿ ਉਹਨਾਂ ਨੂੰ ਨੇਚਰ ਵਿੱਚ ਰੱਬ ਦਾ ਜਲਵਾ ਨਜ਼ਰ ਆਉਂਦਾ ਸੀ। ਇਸੇ ਤਰ੍ਹਾਂ ਹੀ ਮੈਂ ਦੇਖਿਆ ਕਿ ਇਹ ਵੀ ਲੋਕ ਆਪਣੀ ਜਿਹੜੀ ਕੁਦਰਤੀ ਮਾਹੌਲ ਤੋਂ ਬੜੇ ਨੇੜੇ ਰਹਿੰਦੇ ਨੇ। ਇਹਨਾਂ ਲੋਕਾਂ ਤੋਂ ਅਸੀਂ ਇਹ ਵੀ ਸਿੱਖ ਸਕਨੇ ਆ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ। ਜੀਵਣੀ ਸਾਰੀ ਰਾਤ ਤੁਸੀਂ ਬਾਹਰ ਬੈ ਕੇ ਅੱਗ ਬਾਲ ਕੇ ਆਪਣੇ ਬੱਚਿਆਂ ਨਾਲ ਖੇਡ ਵੀ ਸਕਦੇ ਖੇਡ ਵੀ ਸਕਦੇ ਬਜਾਏ ਇਸ ਦੇ ਕਿ ਬਾਹਰੋਂ ਸੜਕ ਤੋਂ ਲੜ ਕੇ ਆਓ, ਉਹੀ ਗੁੱਸਾ ਘਰਦਿਆਂ ਤੇ ਕੱਢੋ, ਫਿਰ ਘਰ ਦੇ ਔਖੇ ਹੋ ਕੇ ਸੌਣ, ਫਿਰ ਅਗਲਾ ਦਿਹਾੜਾ ਚੜ ਅੱਛਾ, ਉਹਦੇ ਨਾਲ ਫਿਰ ਇਹ ਬਾਜਵਾ ਸਾਹਿਬ ਕਿ ਲੋਕਾਂ ਦੇ ਮਿਜ਼ਾਜ ਵਿੱਚ ਬੜਾ ਠਹਿਰਾਓ ਆ ਜਾਂਦਾ ਹੈ, ਕਿਉਂਕਿ ਬੱਚੇ ਵੀ ਬਾਹਰ ਖੇਡ ਰਹੇ ਨੇ, ਹੱਸ ਰਹੇ ਨੇ, ਔਰਤਾਂ ਮਰਦ ਸਾਰੇ ਕੋਈ ਗੇਮ ਖੇਡ ਰਹੇ ਆ, ਊਂਠਾਂ ਦੀਆਂ ਕਤਾਰਾਂ ਹੀ ਕਤਾਰਾਂ ਨੇ, ਊਂਠ ਵੀ ਬੰਨੇ ਹੋਏ ਨੇ, ਔਰ ਉਹ ਪੂਰਾ ਇੱਕ ਮਾਹੌਲ ਅਗਰ ਚ ਉਹ ਨਾਲ ਉਹ ਇੱਕ ਉਹਨਾਂ ਦਾ ਇੱਕ ਤਰੱਕੀ ਦਾ ਸਫ਼ਰ ਵੀ ਜਾਰੀ ਹੈ, ਲੇਕਿਨ ਆਪਣੇ ਉਹ ਸਾਰੇ ਕਲਚਰ ਨੂੰ ਵੀ ਨਾਲ ਰੱਖਿਆ ਹੋਇਆ ਕਿ ਉਹ ਪਹਾੜੀ ਸਿਲਸਿਲਾ ਵੀ ਹੈ, ਊਂਟ ਵੀ ਚੱਲ ਰਹੇ ਨੇ, ਔਰ ਬਾਕੀ ਖਾਣ ਪੀਣ ਦਾ ਵੀ ਉਹੀ ਰਿਵਾਜ ਹੈ ਸਾਰਾ। ਤੇ ਇਹ ਮੇਰੇ ਖਿਆਲ ਹੈ ਕਿ ਇੱਕ ਜ਼ਮੀਨ ਦੇ ਨਾਲ ਜੁੜਤ ਰੱਖਣਾ, ਮਾਹੌਲ ਦੇ ਨਾਲ ਔਰ ਫਿਤਰਤ ਨਾਲ ਜੁੜਤ ਰੱਖਣਾ, ਇਹ ਬੜੀ ਇੱਕ ਗਹਿਰੀ ਮੈਨੂੰ ਨਜ਼ਰ ਆਈ ਉੱਥੇ। ਮੈਂ ਤੇ ਇਹ ਸਮਝਿਆ ਕਿ ਡਾਕਟਰ ਸਾਹਿਬਾ ਜੋ ਵੇਖ ਕੇ ਆਏ ਨੇ ਨਾ, ਉਹਨਾਂ ਦੇ ਮੁਤਾਬਿਕ ਤਰੱਕੀ ਯਾਫਤਾ ਕਹਿਲਾਉਣ ਵਾਸਤੇ ਕਲਚਰ ਤੋਂ ਦੂਰੀ ਜ਼ਰੂਰੀ ਨਹੀਂ, ਬਿਲਕੁਲ ਜੜ੍ਹਾਂ ਤੋਂ ਆਪਣੀਆਂ ਜੜ੍ਹਾਂ ਨੂੰ ਕੱਟਣਾ ਜ਼ਰੂਰੀ ਨਹੀਂ, ਤੁਸੀਂ ਉਹਨਾਂ ਦੇ ਨਾਲ ਤਾਲੁਕ ਰੱਖ ਕੇ ਵੀ ਆਪਣੇ ਆਪ ਨੂੰ ਤਰੱਕੀ ਯਾਫਤਾ ਬਣਾ ਸਕਦੇ ਹੋ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਔਰ ਦੂਸਰੀ ਗੱਲ ਹੈ ਆਪਣੀ ਜ਼ਬਾਨ ਦੇ ਵੱਲ ਨਾਲ ਜਿਹੜੀ ਮੈਂ ਗੱਲ ਕਰੀ ਸੀ ਕਿ ਜ਼ਾਹਿਰ ਹੈ ਉਹ ਆਪਣੀ ਜ਼ਬਾਨ ਬੋਲਦੇ ਨੇ ਔਰ ਉਹ ਕੋਈ ਉਹਨਾਂ ਨੂੰ ਮਸਲਾ ਨਹੀਂ ਹੈ ਕਿ ਉਹ ਅੰਗਰੇਜ਼ੀ ਬੋਲਣ ਜਾਂ ਬਾਕੀ ਵੀ ਜ਼ਬਾਨਾਂ, ਅਸੀਂ ਸਾਰੀਆਂ ਜ਼ਬਾਨਾਂ ਦੀ ਕਦਰ ਕਰਨੇ ਆ, ਲੇਕਿਨ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ, ਉਹ ਆਪਣੀ ਜ਼ਬਾਨ ਬੋਲਦੇ ਨੇ ਔਰ ਆਪਣਾ ਹੀ ਲਿਬਾਸ ਪਾਉਂਦੇ ਨੇ ਔਰ ਉਹ ਪੁਰਾਣੇ ਦੌਰ ਦਾ ਜਿਹੜਾ ਲਿਬਾਸ ਹੈ ਉਹਨਾਂ ਨੇ ਉਹਨੂੰ ਤਬਦੀਲ ਨਹੀਂ ਕੀਤਾ, ਉਹ ਹੀ ਲਿਬਾਸ ਪਾਉਂਦੇ ਨੇ ਤੇ ਆਪਣੀ ਜ਼ਬਾਨ ਨਾਲ ਜੁੜੀ ਹੋਈਆਂ ਕੌਮਾਂ ਹੀ ਤਰੱਕੀ ਕਰਦੀਆਂ ਨੇ ਔਰ ਇਨਸ਼ਾਅੱਲਾ ਇਹਦਾ ਅਸਰ ਜਿਹੜਾ ਉਹ ਸਾਡੇ ਤੇ ਵੀ ਜ਼ਰੂਰ ਬਿਲਕੁਲ ਹੋਣਾ ਚਾਹੀਦਾ, ਪੈਣਾ ਵੀ ਚਾਹੀਦਾ ਹੈ। ਹਾਂਜੀ ਬਿਲਕੁਲ। ਔਰ ਸਰ ਜਦੋਂ ਤੁਸੀਂ ਕਿਹਾ ਕਿ ਇੱਕ ਦੋ ਜ਼ਿੰਦਗੀ ਦੇ ਰੰਗ ਤੁਹਾਡੇ ਚੱਲਦੇ ਰਹੇ ਨਾਲੋਂ ਨਾਲ, ਇੱਕ ਪਾਸੇ ਅਫਸਰੀ ਸੀ ਤੇ ਇੱਕ ਪਾਸੇ ਉਸੇ ਲੁਕਾਈ ਦਾ ਕਰੈਕਟਰ ਕਰਨਾ ਸੀ ਜਿੱਦਾਂ ਹੀ ਅਫਸਰੀ ਪਿੱਛੇ ਕਰਕੇ ਆਏ ਸੋ ਤੁਸੀਂ। ਸਹੀ ਕਹਿ ਤੇ ਐਕਟਰ ਦਾ ਤੇ ਇਹ ਹੁੰਦਾ ਕਿ ਉਹਨੇ ਅਬਜ਼ਰਵ ਕਰਨਾ ਹੁੰਦਾ, ਉਹ ਕੋਈ ਵੀ ਕਰੈਕਟਰ ਉਹਨੇ ਕਰਨਾ, ਅਫਸਰ ਦਾ ਵੀ ਕਰਨਾ ਪੈਂਦਾ ਔਰ ਲੁਕਾਈ ਦਾ, ਆਵਾਮ ਦਾ ਵੀ ਔਰ ਕੋਈ ਵੀ। ਤੇ ਤੁਹਾਡੇ ਕੋਲ ਤੇ ਬੜੇ ਸਾਇਲ ਵੀ ਆਉਂਦੇ ਨੇ ਔਰ ਆਲੇ ਦੁਆਲੇ ਦੇ ਲੋਕ ਵੀ ਤੁਸੀਂ ਵੇਖੇ, ਉਹਨਾਂ ਦੀ ਜ਼ਾਤੀ ਜ਼ਿੰਦਗੀ ਵੀ ਵੇਖੀ, ਕਿਸੇ ਨੂੰ ਕੀ ਪਰੇਸ਼ਾਨੀ ਹੈ, ਬਹੁਤ ਜ਼ਿਆਦਾ ਕੁਝ ਤੁਸੀਂ ਉਹਨਾਂ ਕੋਲੋਂ ਲੈਂਦੇ ਸੀ ਔਰ ਬਾਅਦ ਵਿੱਚ ਸਕਰੀਨ ਉੱਤੇ ਕਿਤੇ ਨਾ ਕਿਤੇ ਉਹਦਾ ਰੰਗ ਆਉਂਦਾ ਸੀ। ਦੇਖਿਏ ਸਾਡੇ ਨਾਲ ਜਦੋਂ ਅਸੀਂ ਜਦੋਂ ਕੰਮ ਕਰਦੇ ਸੀ ਤਾਂ ਬੜੇ ਬੜੇ ਅੱਛੇ ਡਰਾਮਾ ਰਾਈਟਰ ਸੀ, ਮਰਹੂਮ ਇਸ਼ਫਾਕ ਸਾਹਿਬ, ਬਾਨੋ ਕੁਦਸੀਆ ਸਾਹਿਬਾ, ਉਹ ਡਰਾਮਾ ਰਾਈਟਰ ਸਨ। ਮੈਂ ਸਮਝਦਾ ਕਿ ਪਾਕਿਸਤਾਨ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਦੀ ਜਾਣਦੇ ਹੋਏ। ਅਸਗਰ ਅਦੀਬ ਸਈਦ ਸਾਹਿਬ ਵੀ ਕੰਮ ਕਰਦੇ ਲੇਕਿਨ ਹੁਣ ਡਰਾਮੇ ਮੈਂ ਨਹੀਂ ਦੇਖਦਾ, ਜ਼ਿਆਦਾ ਲਿਖਦੇ ਨੇ ਆ ਕੇ। ਮੈਂ ਸਮਝਦਾ ਹਾਂ ਕਿ ਪਾਕਿਸਤਾਨੀ ਕਲਚਰ ਨੂੰ ਉਜਾਗਰ ਕਰਨਾ, ਪਾਕਿਸਤਾਨ ਦੀ ਸਕਾਫਤ ਨੂੰ ਉਜਾਗਰ ਕਰਨਾ, ਪਾਕਿਸਤਾਨ ਦੇ ਆਮ ਆਦਮੀ ਦੀ ਮਿਡਲ ਕਲਾਸ ਦੀ ਗੱਲ ਕਰਨਾ, ਲੋਅਰ ਮਿਡਲ ਕਲਾਸ ਦੀ ਗੱਲ ਕਰਨਾ, ਜਿਪਸੀਜ਼ ਦੀ ਗੱਲ ਕਰਨਾ, ਇਹ ਬੜਾ ਜ਼ਰੂਰੀ ਹੈ ਕਿ ਡਰਾਮਾ ਰਾਈਟਰ ਉਸ 'ਤੇ ਗੱਲ ਕਰੇ। ਅੱਜ ਜਿਹੜਾ ਗਲੈਮਰ ਨੇ ਸਾਰਾ ਕੁਝ ਪਾਕਿਸਤਾਨ ਟੀਵੀ ਨੂੰ ਬੰਜਰ ਬਿਰਾਨ ਕਰਤਾ। ਜਿਪਸੀ ਦਾ ਤੁਸੀਂ ਨਾਂ ਲਿਆ ਤੇ ਫਿਰ ਐਨ ਇਸ਼ਕ ਜ਼ੇਨ ਦੇ ਵਿੱਚ ਇੱਕਦਮ ਆਇਆ ਔਰ ਅੱਛੇ ਸੇ ਡਰਾਮੇ ਸ਼ਗੁਫਤਾ ਦੀ ਪਰਫਾਰਮੈਂਸ ਕਿ ਕੋਈ ਫੇਰੀ ਵਾਲੇ ਜਾਂ ਜਿਨ੍ਹਾਂ ਨੂੰ ਪੰਜਾਬੀ 'ਚ ਬੜਾ ਸਖਤ ਜਿਹਾ ਲਫ਼ਜ਼ ਹੈ ਚੰਗੜ ਕਹਿ ਦਿੰਦੇ ਨੇ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਤੁਸੀਂ ਜਿਪਸੀ ਕਹਿੰਦੇ ਹੋ, ਉਹਨਾਂ ਦੀ ਇਸ਼ਕ ਦੀ ਕਹਾਣੀ, ਕਿਉਂਕਿ ਇਸ਼ਕ ਤੇ ਉਹ ਵੀ ਕਰਦੇ ਨੇ ਔਰ ਬਾਕੀ ਪ੍ਰੋਬਲਮ ਜੋ ਉਹਨਾਂ ਦੀ ਜ਼ਿੰਦਗੀ ਘੱਟ ਹੁੰਦਾ ਸੀ ਕਿ ਐਸੇ ਲੋਕਾਂ ਨੂੰ ਸਕਰੀਨ ਤੇ ਲੈ ਕੇ ਆਣਾ ਔਰ ਬੜੇ ਬੜੇ ਅੱਛੇ ਪਰਫਾਰਮਰ ਐਕਟਰ ਹੁੰਦੇ ਸੀ, ਉੱਥੇ ਕੰਮ ਕਰਦੇ ਸੀ, ਪਰਫਾਰਮ ਕਰਦੇ ਸੀ ਆ ਕੇ। ਤੇ ਠੀਕ ਹੈ ਕਿ ਜਿਹੜਾ ਇਹ ਮੈਂ ਸਮਝਦਾ ਕਿ ਪਾਕਿਸਤਾਨ ਦਾ ਬਹੁਤ ਵੱਡਾ ਲਾਸ ਹੈ ਇਸ ਲਈ ਕਿ ਸਾਡੇ ਕੋਲੇ ਜਿਹੜੇ ਡਰਾਮਾਜ਼ ਨਹੀਂ ਨੇ ਇੱਥੇ ਸਾਰੇ ਸੈਂਟਰਾਂ ਦੇ ਵਿੱਚ। ਡਰਾਮਾਜ਼ ਹੋਣੇ ਚਾਹੀਦੇ ਨੇ ਹਰ ਪੀਟੀਵੀ ਕੋਲੇ, ਕਿਉਂਕਿ ਨਾਨ ਕਮਰਸ਼ੀਅਲ ਡਰਾਮਾਜ਼ ਉਹ ਨੇ ਜਿਹੜੇ ਕਿ ਅਸਲਾਹੀ ਡਰਾਮੇ ਹੁੰਦੇ, ਇਸ਼ੂਜ਼ ਤੇ ਹੁੰਦੇ ਨੇ, ਜਿਹੜੇ ਰਿਫਾਰਮ ਕਰਦੇ ਨੇ, ਕਲਚਰ ਨੂੰ ਠੀਕ ਕਰਦੇ ਨੇ, ਸੋਸ਼ਲ ਫੈਬਰਿਕ ਨੂੰ ਸਾਡੇ ਬਿਹਤਰ ਕਰਦੇ ਨੇ ਆ ਕੇ, ਰਿਐਲਿਟੀ ਦੇ ਕੋਲ ਹੁੰਦੇ ਨੇ। ਐਗਜ਼ੈਕਟਲੀ। ਹੁਣ ਅੱਜ ਹਰ ਆਦਮੀ ਮੈਨੂੰ ਮਿਲਦਾ, ਮੈਂ ਤੁਹਾਨੂੰ ਦੱਸਿਆ ਮੈਂ ਕਿਉਂਕਿ ਐਜ਼ ਅ ਡਰਾਮਾ ਆਰਟਿਸਟ ਸੀ, ਪਾਰਟ ਟਾਈਮ ਸੀ, ਤੇ ਮੈਨੂੰ ਜਿੱਥੇ ਕਿਤੇ ਮਿਲਦਾ ਜੀ ਤੁਸੀਂ ਉਹ ਪੁਰਾਣੇ ਆਰਟਿਸਟ ਹੈਗੇ ਹੋ, ਅਸੀਂ ਉਹਨੂੰ ਪਛਾਣ ਲਿਆ, ਇਹ ਕਰ ਲਿਆ, ਉਹ ਗੱਲ। फिर कहते खान साहब आज के ड्रामे बड़े ख़राब आ रहे हैं, क्या हर वक्त मोहब्बत शोहब्बत चलती है, इश्यूज़ पे बात नहीं होती आके। ड्रामे आर्टिस्ट के बड़े अच्छे आर्टिस्ट आए ने, बड़े बड़े अच्छे यंग आर्टिस्ट ने बहुत, लेकिन प्रॉब्लम ये है कि पैसा है, कमर्शलिज्म है, दे नेवर टॉक अबाउट दी बेसिक इश्यूज़। और यह वो लोग सन जिन्होंने मैं महरूम हो गया सी, इशफाक साहब, बानो कुसी, यानी एक ड्रामा मैडम सी जिस एजुकेशन का कंपैटिबिलिटी अपने मियाँ बीवी की नहीं हैगी सी। मैं मैट्रिक पास, मैं सुराग जिंदगी सी, मेरा अगर 15-16 सफ़े का एक सीन सी जिहड़ा मैं कीता मैनूं याद है अज तक। अच्छा। और उहदे विच ओह सी कि जी एक बंदा जिहड़ा कि दुकानां ने दुबई च, मस्कत च, कतर च, इधर उधर बेशुमार अमीर आदमी, लेकिन अनपढ़, पर एक उत्थों दी यूनिवर्सिटी दी, हार्वर्ड यूनिवर्सिटी दी पढ़ी लड़की ਸਕੀਨਾ ਸਮੂ ने रोल किया सी ਉਹਦੇ में। ਹੁਣ ਦੇਖੋ ਕਿ ਇਹ ਇਸ਼ੂਜ਼ ਨੇ, ਔਰ ਬੁਨਿਆਦੀ ਤੌਰ ਤੇ ਫੈਕਚੁਅਲ ਗੱਲ ਦੱਸਦਾ, ਮੈਨੂੰ ਜਾਣ ਦਾ ਇਤਫਾਕ ਹੋਇਆ, ਮੈਂ 92 ਚ ਇੱਥੇ ਯੂਕੇ ਐਮਬੈਸੀ ਦਾ ਆਡਿਟ ਕਰਨ ਗਿਆ ਸੀ, ਉੱਥੇ ਗਲਾਸਕੋ ਜਾਣ ਦਾ ਇਤਫਾਕ ਹੋਇਆ। ਉੱਥੇ ਲੜਕੀਆਂ ਸਨ ਉੱਥੇ ਦੀਆਂ ਗਲਾਸਕੋ ਦੀਆਂ, ਬੜੀਆਂ ਪੜ੍ਹੀਆਂ ਲਿਖੀਆਂ, ਬੜੀ ਸਮਾਰਟ, ਡਰਾਈਵ ਕਰਨ, ਉਹਨਾਂ ਦੀ ਲੜਕੀ ਦੀ ਸ਼ਾਦੀ ਹੋ ਗਈ ਇੱਥੇ
ਪਿੰਡ ਦੇ ਵਿੱਚ ਉਹ ਜ਼ਾਹਿਰ ਹੈ ਗਲਾਸਕੋ ਦੀਆਂ ਲੜਕੀਆਂ ਪਿੰਡ ਦੇ ਬੰਦੇ ਆ ਕੇ ਉਹ ਫਿਰ ਮੈਨੂੰ ਪਤਾ ਲੱਗਿਆ ਜਿਨ੍ਹਾਂ ਨੇ ਮੈਨੂੰ ਲੈ ਗਏ ਸੀ ਉੱਥੇ ਆ ਕੇ ਉਹਨੇ ਕਿਹਾ ਜੀ ਆਪਸ 'ਚ ਨਹੀਂ ਬਣੀ ਆ ਕੇ। ਇਹ ਡਰਾਮਾ ਮੈਂ ਬਣੀ ਬਾਨੋ ਕੁਦਸੀਆ ਦਾ ਸੀ ਸੁਰਾਗੇ ਜ਼ਿੰਦਗੀ ਔਰ ਉਹਨੇ ਫਿਰ ਅਖੀਰ 'ਚ ਕਹਿੰਦਾ ਜਨਾਬ ਠੀਕ ਹੈ ਸਭ ਕੁਝ ਲੜਕੀ ਸ਼ਾਦੀ ਕਰਨਾ ਚਾਹੁੰਦੀ ਉਹ ਕਹਿੰਦਾ ਨਹੀਂ ਉਹ ਇੱਕ ਮੁੰਡਾ ਆਂਦਾ ਬਾਹਰੋਂ ਆ ਕੇ ਕਹਿੰਦਾ ਜਨਾਬ ਕਿ ਉਹਦੇ ਨਾਲ ਗੱਲਬਾਤ ਕਰਦਾ ਅੰਗਰੇਜ਼ੀ 'ਚ ਗੁਫ਼ਤਗੂ ਕਰਦਾ ਉਹ ਕਹਿੰਦਾ ਅੱਜ ਮੇਰਾ ਜ਼ਿਹਨ ਕੁਸ਼ਾਦਾ ਹੋਇਆ ਅੱਜ ਮੈਨੂੰ ਮਜ਼ਾ ਆਇਆ ਗੁਫ਼ਤਗੂ ਕਰਨ ਦਾ। ਉਹ ਮੈਂ ਸੋਚਦਾ ਯਾਰ ਕਿ ਇਹ ਜੇ ਜ਼ਿੰਦਗੀ ਨਹੀਂ ਸ਼ੁਰੂ ਹੋਈ ਤੇ ਇੱਕ ਕਹਾਣੀ 'ਚ ਆ ਕੇ ਮੈਂ ਉਹ ਕਹਿੰਦਾ ਫਲਾਣਾ ਉਹ ਤੇਰੇ ਆਮਲੇਟ ਬਣਾਇਆ ਤੇ ਸੂਫਲੇ ਤੇਰੇ ਵਾਸਤੇ ਬਣਾਇਆ ਫਲਾਣੀ ਚੀਜ਼ ਬਣਾਈ ਹੈ ਉਹ ਕਹਿੰਦੇ ਯਾਰ ਯਾਰ ਮੈਨੂੰ ਅੱਜ ਮਜ਼ਾ ਆ ਰਿਹਾ ਗੁਫ਼ਤਗੂ ਦਾ। ਇੱਥੇ ਕਲਿੱਕ ਕਰਦਾ ਆਦਮੀ ਕਿ ਨਹੀਂ ਯਾਰ ਇਹ ਇੰਟੈਲੈਕਚੁਅਲ ਸਾਡੀ ਜਿਹੜੀ ਕੰਪੈਟੀਬਿਲਿਟੀ ਨਹੀਂ ਹੈ ਜ਼ਿੰਦਗੀ ਨਹੀਂ ਚੱਲੇਗੀ। ਅੱਜ ਜਾਨਵਰਾਂ ਕੋ ਬਣ ਛੱਡ ਦਿੰਦੇ ਆ ਕੇ ਅਨਪੜ੍ਹ ਨੂੰ ਪੜ੍ਹੀ ਲਿਖੀ ਨਾ ਬਣ ਛੱਡ ਦਿੰਦੇ ਆ। ਜੀ ਨਾਜ਼ਰੀਨ ਇੱਕ ਨਿੱਕੀ ਜਿਹੀ ਬ੍ਰੇਕ ਹੈ, ਬ੍ਰੇਕ ਵੱਲ ਜਾਵਾਂਗੇ, ਮੁੜ ਕੇ ਵਾਪਸ ਆਵਾਂਗੇ, ਸਾਡੇ ਨਾਲ ਰਹਿਣਾ। जी मुड़ के वापस आ गए पाकिस्तान टेलीविजन लाहौर सेंटर तो प्रोग्राम का नाम है अज का मेहमान। मेरा नाल ही उस्मान बाजवा, डॉक्टर मुतजल्ला साढ़े नाल मौजूद ने और डॉक्टर सुगरा सदफ साढ़े नाल मौजूद ने, बासत खान साहब भी साढ़े नाल मौजूद ने। दो खवातीन ने, दोवे डॉक्टर ने और जेंडर इक्वैलिटी की गल हो रही है कि अपॉर्चुनिटी गल सुनो कि लोग मैनू डॉक्टर बासत कहते हैं तो मैं कई दफा प्रोग्राम से क्या मैं भाई डॉक्टर नहीं है ईवन एक पब्लिक अकाउंट्स कमेटी की मीटिंग हो रही थी उत्थे एक साहब ने मैंने जी मैं तो ना नहीं लवांगा चेयरमैन सी जी डॉक्टर बासत साहब मैं एडिशनल सैकटरी सी बताया जी बासत बहुत ज़्यादा हाड़ आया और हर पासे फसलें भी तबाह हुई और इंसानी जाना और जानवर अमलाक सारा कुछ ही रुड़ गया। इस दौरान एक आम इंसान नूं जिहड़ा कि दर्द दिल भी रखदा है और सूफीज़म की किते ना किते रीत नाल जुड़िया है वो एक तो सोचदा किवें में और उन्होंने प्रैक्टिकली की करना चाहिए क्योंकि सिर्फ दुख मनाउण ना घर बह के तो चीज़ां नहीं बदलणगीਆਂ। प्रैक्टिकली असीं की कर सकते हैं बीइंग रिस्पोंसिबल सिटीजन ऑफ पाकिस्तान। और मेरा ख्याल है इन्हां दा जवाब इस वेले वेले दी लोड़ है। बिल्कुल जी बहुत शुक्रिया। मेरे ख्याल है कि इंसान ने मसनूई ज़िंदगी नहीं गुजार सकता खोखली कि जिहदे च वो नॉन इशूज़ च फसिया रहे। अगर साड़ी परेशानी तुसी देखो या एक अजीब तरह का साढ़े अंदर एक इज़तराब पाया जाता है सब दे अंदर उसकी वजह है कि असीं अपनियां असल जिहड़ियां साढ़े मसले ने असल खुशियां नूं तो दूर हाँ और अपने लिए एक ऐसा माहौल असीं पैदा कर लिया है कि जिहड़ा मसनूई माहौल है और मसनूई मसले अपने मसले बना लेने उहदे ते हर वेले सानू हर पासे उहदी ही एक रोला पिया हुआ नज़र आता है और असीं उहदा पार्ट बनने की कोशिश करने लेकिन बन नहीं सकते। यानी दिखावा ज़्यादा है और दिखावा ज़्यादा है। उन्हें बासत खान साहब ने बड़ा अच्छा वेरवा किया सारे हालात का कि अज असीं जिस तरह क्लाइमेट चेंज का शिकार हाँ तो तुसीं कितने प्रोग्राम है जिथे देखते हो मीडिया ते मुख्तलिफ चैनल ना होने के बराबर तुसी कितनी डिस्कशन इहदे ते देखते हो सोशल मीडिया ते किधरे नहीं। अगर गालां कढ़ रहे हैं तो सियासी वालों एक दूसरे को गालां कढ़ रहे हैं कोई चंगा मंदा जो भी कह रहे हैं लेकिन इक्को इशू ते सारी दुनिया बैठी है ज़रई मुल्क है और असी कित्थे कित्थे पिछे रह जा रहे हैं कित्थे कित्थे साड़ियां ज़मीनां तबाह हो रही ने साढ़े ग्लेशियर जड़े ने पिघल रहे हैं जिहदे नाल सानू मसाइल पैदा हो रहे हैं किसी पासे किसी का ध्यान नहीं। जो उन्होंने कहा 2030 च असीं सारे इस सवाल नाल गल करते हैं कि जो सानू साढ़े कोल पैसे शायद होण लेकिन साढ़े कोल सब्जियां ना होण साढ़े कोल सब्जियां ना होण साढ़े कोल अजनास ना होण ते फिर असीं की गन्नवा फिर असीं की करांगे जिहड़ा असीं ज़रई मुल्क कहलवाने आ। ते मेरे ख्याल है कि इस हवाले नाल सानू सब नू कोशिश करनी चाहिए सिर्फ ये नहीं कहना चाहिए कि तुसीं क्यों नहीं कर रहे तुसीं मैं असी अपने आप तो शुरू करिए कि असी अपनी आम गुफ्तगू च असी अगर सानू अल्लाह ने कोई ऐसा वसीला दिता है तो असी मुजाकरे कराइए। और मैं हुण इत्थे बैठे बैठे सोच रही थी कि बासत खान साहब नूं किस वेले मैं इंटरव्यू ते बुला तो मैं जिहड़ा आबादी दे बारे नाल गल कीती हज़रात दे बारे नाल गल कीती और एक पैनल बनाया जाए और लोगों नूं एजुकेट किया जाए कि यह साढ़े मसले ने सानू करना चाहिए और अगर असी नहीं करांगे तो असी पिछे रह जाएंगे और फिर असी देखते रह जाएंगे मसाइल का शिकार हो जाएंगे। अजकल जिहड़ा साढ़े मुल्क च बड़ा ही मसला है और मेरे ख्याल है कि हर अहसास बंदा और बंदा तो हुंदा ही अहसास है वो दुखी है कि जो असी मंजर तकने टीवी ते और सुनने तो सच्ची गल है कि रूह इतनी करब का शिकार होंदी है कि नींदर नहीं आती बंदे नूं और जिस तरह उहदे च साढ़े बंदे मर रहे हैं साढ़े बच्चे मर रहे हैं मलाक तबाह हो रही ने और जानवर जड़े ने वो
ਤੇ ਇਹ ਇੱਕ ਬਹੁਤ ਹੀ ਦਿਲ ਦੁਖਾਉਣ ਵਾਲਾ ਲੋਕ ਵੀ ਨਹੀਂ ਮਸਲਾ ਹੈ। ਸਮਝ ਰਹੇ ਕਿ ਕਲਾਈਮੇਟ ਚੇਂਜ ਜਿਹੜਾ ਹੈ ਉਹ ਸਿਰਫ ਕਿਸੇ ਇੱਕ ਘਰ ਦੀ ਕਹਾਣੀ ਨਹੀਂ, ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਦੀਆਂ ਅਗਲੀਆਂ ਨਸਲਾਂ ਨੇ ਭੁਗਤਣਾ ਔਰ ਕਣਕ ਦਾ ਘਾਟਾ ਉਹਨਾਂ ਨੇ ਘਾਟਾ। ਔਰ ਇਹ ਤੁਸੀਂ ਨਾ ਕਹੋ ਕਿ ਅਸੀਂ ਲਾਹੌਰ 'ਚ ਬਹਿ ਕੇ ਅਸੀਂ ਮਹਿਫੂਜ਼ ਹਾਂ ਤੇ ਜਿਹੜੇ ਲਾਹੌਰ ਤੋਂ ਬਾਹਰ ਨੇ ਉਹ ਮਹਿਫੂਜ਼ ਨਹੀਂ ਹੈ। ਜ਼ਮੀਨਾਂ ਰੁੜ ਗਈਆਂ ਤੇ ਲਾਹੌਰ ਦੀ ਕਣਕ ਕਿੱਥੋਂ ਆਏਗੀ? ਕਿੱਥੋਂ ਆਏਗੀ? ਦੂਸਰੀ ਗੱਲ ਇੱਕ ਬੜਾ ਦੁੱਖ ਹੁੰਦਾ ਬਾਤ ਕੋ ਸੁਣ ਕੇ, ਇਹ ਜਿਹੜਾ ਇਸ ਜ਼ਮਾਨੇ 'ਚ ਪਿੱਛੇ ਸਲਾਬ ਸਲੂਬ ਆਉਂਦੇ ਸੀ, ਲੋਕੀ ਬੱਸਾਂ ਬੁੱਸਾਂ ਤੇ ਹਰ ਜਗ੍ਹਾ ਲੋਕ ਬੈਠ ਕੇ ਜਨਾਬ ਕੋਈ ਕੱਪੜੇ ਦੇ ਰਿਹਾ, ਕੋਈ ਆਪਣੇ ਬਲੈਂਕਟ ਦੇ ਰਿਹਾ, ਕੋਈ ਗੰਦਮ ਦੀ ਬੋਰੀ ਦੇ ਰਿਹਾ, ਕੋਈ ਚਾਵਲ ਦੀ ਬੋਰੀ ਦੇ ਰਿਹਾ, ਲੋਕੀ ਮਦਦ ਕਰਦੇ ਸੀ। ਸਾਡੀ ਜਿਹੜੀ ਰੂਹ ਹੈ ਨਾ ਉਹ ਇੱਕ ਇਜਤਮਾਈ ਮੁਸਰਤ ਔਰ ਇਜਤਮਾਈ ਦੁੱਖ ਦਾ ਸ਼ਿਕਾਰ ਹੁੰਦੀ ਹੈ ਕਿ ਤੁਸੀਂ ਜਿਤਨੀਆਂ ਮਰਜ਼ੀ ਅੱਖਾਂ ਬੰਦ ਕਰ ਲਓ, ਅਗਰ ਮੈਜੋਰਟੀ ਦੁੱਖ ਦਾ ਸ਼ਿਕਾਰ ਹੈ ਤੇ ਤੁਹਾਡੇ ਅੰਦਰ ਮਲਾਮਤ ਹੁੰਦੀ ਰਹੇਗੀ, ਤੁਸੀਂ ਦੁਖੀ ਰਹੋਗੇ, ਉਹਨੂੰ ਤੁਸੀਂ ਐਂਗਜ਼ਾਇਟੀ ਕਹੋ, ਤੁਸੀਂ ਉਹਨੂੰ ਕੋਈ ਡਿਪਰੈਸ਼ਨ ਕਹੋ, ਲੇਕਿਨ ਉਹ ਤੁਹਾਨੂੰ ਉਹ ਮਲਾਮਤ ਹੋ ਰਹੀ ਹੈ ਕਿਉਂਕਿ ਤੁਸੀਂ ਜੁੜੇ ਹੋਏ ਹੋ ਨਾ, ਤੁਹਾਡੀ ਰੂਹ ਜਿਹੜੀ ਹੈ ਸਾਰੀਆਂ ਰੂਹਾਂ ਦਾ ਨਾਲ ਜੁੜਤ ਰੱਖਦੀ ਹੈ ਤੇ ਉਹ ਤੁਹਾਨੂੰ ਇੱਕ ਤਕਲੀਫ ਹੋ ਰਹੀ ਹੈ। ਅਗਰ ਉਹ ਧੁੱਪ 'ਚ ਖੜੇ ਨੇ ਤੁਹਾਨੂੰ ਵੀ ਇੱਕ ਲੂ ਦਾ ਅਹਿਸਾਸ ਹੋ ਰਿਹਾ ਹੈ। ਇਸ ਲਈ ਸਮਝਣਾ ਚਾਹੀਦਾ, ਉਹਦੇ ਨਾਲ ਜੁੜਨਾ ਚਾਹੀਦਾ, ਉਹਨਾਂ ਦੇ ਦੁੱਖ ਦਰਦ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਅਗਰ ਮੌਕਾ ਮਿਲੇ ਤਾਂ ਉਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ, ਜਿਹੜੇ ਲੋਕ ਇਤਨੇ ਰਿਸੋਰਸਿਸ ਰੱਖਦੇ ਨੇ ਕਿ ਉਹਨਾਂ ਦੀ ਮਦਦ ਕਰਨ, ਕਿਉਂਕਿ ਉਹ ਬਿਲਕੁਲ ਆਸਮਾਨ ਥੱਲੇ ਬੈਠੇ ਹੋਏ ਨੇ। ਔਰ ਮੈਂ ਬਾਜਵਾ ਸਾਹਿਬ ਇਹ ਕਹਿੰਦੀ ਹੈ ਕਿ ਹਰ ਚੀਜ਼ ਹਰ ਕੰਮ ਗਵਰਨਮੈਂਟ ਨਹੀਂ ਕਰ ਸਕਦੀ। ਇਹ ਆਫਤਾਂ ਜਿਹੜੀਆਂ ਨੇ, ਆਫਤਾਂ ਤੁਸੀਂ ਦੇਖੋ ਅਮਰੀਕਾ ਜਦੋਂ ਤੂਫਾਨ ਆਉਂਦੇ ਨੇ, ਸਮੁੰਦਰੀ ਤੂਫਾਨ ਆਉਂਦੇ ਨੇ ਤਾਂ ਤਹਿਸ ਨਹਿਸ ਫੇਰ ਦਿੰਦੇ ਨੇ। ਕਿਆ ਉਹਨਾਂ ਕੋਲ ਪੇਸ਼ੀਨ ਗੋਈ ਨਹੀਂ ਹੁੰਦੀ? ਪਹਿਲਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਫਲਾਣੇ ਦਿਨ ਸੈਲਾਬ ਆਉਣਾ ਹੈ ਜਾਂ ਸਮੁੰਦਰ ਨੇ ਕੰਮ ਕਰਨਾ ਹੈ, ਲੋਕਾਂ ਨੂੰ ਕੱਢਦੇ ਨੇ, ਲੇਕਿਨ ਇਸ ਦੇ ਬਾਵਜੂਦ ਲੋਕ ਫਸ ਜਾਂਦੇ ਨੇ। ਇਸ ਲਈ ਮੇਰੇ ਹਾਲ ਹੈ ਕਿ ਇਸ ਵੇਲੇ ਬਹਿ ਕੇ ਤਮਾਸ਼ਾ ਤੱਕਣਾ ਜਾਂ ਇੱਕ ਦੂਸਰੇ ਦੇ ਖਿਲਾਫ ਗੱਲ ਕਰਨਾ ਕਿ ਉਹ ਕਿਉਂ ਨਹੀਂ ਕਰ ਰਿਹਾ, ਫਲਾਂ ਕਿਉਂ ਨਹੀਂ ਕਰ ਰਿਹਾ, ਅਸੀਂ ਕਿਉਂ, ਅਸੀਂ ਕਰੀਏ, ਅਸੀਂ ਸਾਰੇ ਕਰੀਏ। ਪਹਿਲੇ ਰੇਡੀਓ ਹੁੰਦਾ ਸੀ, ਸਿਰਫ ਇੱਕ ਰੇਡੀਓ ਦੇ ਥਰੂ ਜੇ ਪੂਰਾ ਮੁਲਕ ਇਕੱਠਾ ਹੋ ਸਕਦਾ ਸੀ ਉਸ ਵੇਲੇ। ਹੁਣ ਤਾਂ ਸਾਡੇ ਕੋਲ ਸੋਸ਼ਲ ਮੀਡੀਆ ਜਿਹੜਾ ਘਰ ਘਰ ਬੱਚੇ ਦੇ ਹੱਥ 'ਚ ਹੈ, ਇਹਦੀ ਤਾਕਤ ਵੀ ਜ਼ਿਆਦਾ ਹੈ। ਤੁਸੀਂ ਰੇਡੀਓ ਦੀ ਗੱਲ ਕੀਤੀ ਤਾਂ ਅਸੀਂ ਬਾਜਵਾ ਸਾਹਿਬ ਪਹਿਲੇ ਜਦੋਂ ਸੈਲਾਬ ਆਇਆ ਸੀ ਤਾਂ ਅਸੀਂ ਰੇਡੀਓ ਤੇ ਐਲਾਨ ਕੀਤਾ ਤੇ ਸਾਡੇ ਕੋਲ ਇਤਨਾ ਸਾਮਾਨ ਆ ਗਿਆ ਕਿ ਦਫ਼ਤਰ ਵਿੱਚ ਕਿਧਰੇ ਜਗ੍ਹਾ ਹੀ ਨਹੀਂ ਸੀ ਰਹਿ ਗਈ ਕਿ ਉਹ ਥੈਲੇ ਹੀ ਥੈਲੇ ਪਏ ਸੀ, ਜੁੱਤੀਆਂ, ਕੱਪੜੇ, ਖਾਣ ਵਾਲੀਆਂ ਚੀਜ਼ਾਂ। ਫਿਰ ਅਸੀਂ ਬੜੀ ਮੁਸ਼ਕਿਲ ਨਾਲ ਗਵਰਨਮੈਂਟ ਨੂੰ ਰਿਕੁਐਸਟ ਕਰਕੇ 3-4 ਟਰੱਕਾਂ ਦਾ ਇੰਤਜ਼ਾਮ ਕਰਕੇ ਤੋਂ ਚੀਜ਼ਾਂ ਭਿਜਵਾਈਆਂ। ਤੇ ਉਹ ਜਜ਼ਬਾ ਤੇ ਬਾਸਤ ਖਾਨ ਸਾਹਿਬ ਨੇ ਕਿਹਾ ਸੀ ਜਜ਼ਬਾ ਉਹ ਹੈ, ਲੇਕਿਨ ਲੋਕ ਉਲਝੇ ਹੋਏ ਨੇ, ਉਹਨਾਂ ਲੋਕਾਂ ਨੂੰ ਜਗਾਉਣ ਦੀ ਲੋੜ ਹੈ ਔਰ ਨਾਲ ਲੈ ਕੇ ਟੁਰਨ ਦੀ ਲੋੜ ਹੈ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਆਪ ਟੁਰੀਏ। ਪੀਟੀਵੀ ਨਾਲ ਜੁੜੀਆਂ ਜਿਹੜੀਆਂ ਕੋਈ ਖੂਬਸੂਰਤ ਯਾਦਾਂ ਨੇ ਤੁਹਾਡੇ ਕੋਲ, ਜਾਂ ਕੋਈ ਐਸੀ ਯਾਦ ਬਾਸਤ ਸਾਹਿਬ ਜਿਹਨੂੰ ਸੋਚ ਕੇ ਹਲੇ ਵੀ ਤੁਹਾਨੂੰ ਹਾਸਾ ਆ ਜਾਂਦਾ ਹੈ ਕਿ ਇਹ ਕੀ ਬਣੀ ਸਾਡੇ ਨਾਲ? ਕੋਈ ਅਸਰਾਂ ਦਾ ਵਾਕਿਆ, ਕੋਈ ਰਿਹਰਸਲ ਦੇ ਦੌਰਾਨ ਜਾਂ ਸ਼ੂਟਿੰਗ ਦੇ ਦੌਰਾਨ ਕਿਸੇ ਐਕਟਰ ਦੇ ਮੂੰਹੋਂ ਕੁਝ ਹੋਰ ਨਿਕਲ ਗਿਆ, ਕਹਿਣਾ ਕੁਝ ਹੋਰ ਸੀ, ਅੱਗੋਂ ਫਿਰ ਗੱਲ ਕਿਤੇ ਦੀ ਕਿਤੇ ਦੇਖੋ ਜੀ, ਗੱਲ ਇਹ ਹੈ ਕਿ ਇਹ ਜਿਹੜਾ ਮੇਰਾ ਪਾਰਟ ਆਫ ਲਾਈਫ ਸੀ ਨਾ, ਜਿਸ ਕਿ ਪਾਰਟ ਟਾਈਮ ਟੀਵੀ ਐਕਟਰ ਦਾ, ਇਹ ਬੜਾ ਇੱਕ ਮੈਂ ਸਮਝਦਾ ਕਿ ਹਸੀਨ ਇਮਤਜ਼ਾਜ ਹੈਗਾ ਹੈ ਬਿਊਰੋਕ੍ਰੈਟਿਕ ਉਹਦੇ ਨਾਲ ਨਾ ਐਂਗਲ ਨਾਲ ਦੇਖਿਆ ਜਾਵੇ ਤੇ ਬਹੁਤ ਹਸੀਨ ਹੁੰਦਾ। ਇਹਦੇ ਵਿੱਚ ਰਾਹਤ ਕਾਜ਼ਮੀ ਸਾਹਿਬ ਉਹ ਐਕਟਰ ਸੀ ਜਿਹਨਾਂ ਨੇ ਪਹਿਲੇ ਸੀਐਸਐਸ ਕੀਤਾ ਸੀ, ਲੇਕਿਨ ਹੀ ਡਿਡ ਨਾਟ ਜੁਆਇਨ ਦਿਸ ਸਰਵਿਸ, ਉਹਨੇ ਸਰਵਿਸ ਜੁਆਇਨ ਨਹੀਂ ਕੀਤੀ। ਮੈਂ ਕਰਾਚੀ 'ਚ ਗਰਦਿਸ਼ ਕੀਤਾ ਤੇ ਉਹਨੇ ਕਿਹਾ ਜੀ ਲਾਹੌਰ ਕੇ ਐਕਟਰ कराची में मकबूल हो गया। ਗਰਦਿਸ਼ ਸੀਰੀਅਲ ਆਈ ਜ਼ਾਹਿਰ ਸੀਰੀਅਲ ਸੀ ਉਸ ਵੇਲੇ ਤੇ ਦੂਜੇ ਤੇ ਇਹ ਚੈਨਲ ਤਾਂ ਹੁੰਦੇ ਕੋਈ ਨਹੀਂ ਸੀ। ਆ ਗੱਲ ਦੀ ਗਰਦਿਸ਼ ਫੈਲ ਗਈ ਹਰ ਪਾਸੇ। और रात मैं बाजार से गया तो उन्होंने कहा जनाब बासिर साहब आइए आइए। मैंने कहा जी कि आप रात ड्रामे में आए थे, तीसरी किस्त चली थी, पहली अपीयरेंस से मेरी आ गई, चाय पियेंगे आप, ਇੱਜ਼ਤ ਕਰਦੇ ਸੀ ਬਹੁਤ ਆ ਕੇ। ਸਹੀ। ਤੇ ਉਹ ਜਨਾਬ ਮੈਂ ਦੱਸ ਰਿਹਾ ਕਿ ਉਹ ਜਦੋਂ ਹੋਇਆ ਤੇ ਰਾਹਤ ਕਾਜ਼ਮੀ ਨੇ ਕਿਹਾ जी नहीं मैं था पहला CSP जिसने किया था। उन्होंने जाहिर है किसी ने लिखता मेरे बारे कि जी पॉइनियर तो यही है जिन्हें आके, बट आई जॉइन दिस सर्विस। मैं सर्विस जॉइन ਦੇ ਨਾਲ ਕੰਮ ਕੀਤਾ, ਉਹਨੇ ਸਰਵਿਸ ਜੁਆਇਨ ਨਹੀਂ ਕੀਤੀ ਸੀ, ਸੀਐਸਐਸ ਕਰ ਲਿਆ ਸੀ ਲੇਕਿਨ ਜੁਆਇਨ ਨਹੀਂ ਕੀਤੀ। ਐਨੀਵੇ ਮੇਰੇ ਬਾਅਦ ਮਾਸ਼ਾਅੱਲਾ ਕਈ ਐਕਟਰ ਆਏ, ਬੜੇ ਬੜੇ ਛਾਂ ਦੇ ਐਕਟਰ ਸੀ, ਪੁਲਿਸ ਦੇ ਮਹਿਕਮੇ ਤੋਂ ਆਏ, ਕੋਈ ਇਨਕਮ ਟੈਕਸ ਤੋਂ ਆਏ, ਕਈ ਲੋਕਾਂ ਨੇ ਕੰਮ ਕੀਤਾ ਆ ਕੇ। ਤੇ ਗੱਲ ਇਹ ਕਿ ਇੱਕ ਇਨਸਾਨ ਕੋਲ ਇੱਕ ਹੁਨਰ ਹੈ, you can be a very good teacher, you can be a very good anchor person, you can be a very good father, you can be a very good NGO activist। ਲੇਕਿਨ ਇਨਸਾਨ ਦੇ 'ਚ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਆ ਕੇ। ਮਤਲਬ ਮੈਂ ਜਿਸ ਸਟੇਜ 'ਤੇ ਅੱਜ ਆ ਕੇ ਆ ਗਿਆ ਕਿ ਮੈਂ ਨੌਕਰੀ ਸ਼ੌਕਰੀ ਦੇ ਮੈਂ ਤਕਰੀਬਨ 34 ਤੇ 37 ਤੇ 40 ਸਾਲ ਮੇਰੀ ਨੌਕਰੀ ਦੇ ਅਲਹਮਦੁਲਿਲਾ ਮੇਰੇ ਪੂਰੇ ਹੋਣ ਆ ਰਹੇ ਨੇ। 40 ਸਾਲ ਦੇ ਵਿੱਚ ਮੈਂ ਨੌਕਰੀ ਕਰਕੇ ਮੈਂ ਉਹਦੇ ਬਾਵਜੂਦ ਵੀ YouTube ਚੈਨਲ ਵੀ ਆਪਣੇ ਕਰਦਾ, ਸ਼ੌਕ ਪੂਰਾ ਕਰਦਾ, ਜਿੱਥੇ ਮੈਂ ਕੋਈ ਐਸੀ ਗੱਲਾਂ ਕਰ ਸਕਾਂ ਲਾਈਕ ਦੀਜ਼ ਇਸ਼ੂਜ਼। ਮੈਂ ਨਾਰਮਲੀ ਜਿੱਥੇ ਮੈਂ ਐਂਕਰ ਪਰਸਨ। ਬਸ ਸਭ ਤੁਹਾਡੇ ਦੌਰ ਦੇ ਵਿੱਚ ਜਿਹੜੀਆਂ ਹੀਰੋਇਨਸ ਹੁੰਦੀਆਂ ਸਨ ਟੀਵੀ ਦੀਆਂ ਅਦਾਕਾਰਾਵਾਂ,
ਮੈਂ ਆਪਣੇ ਦੌਰ 'ਚ ਹੀਰੋਇਨ ਦੇਖੀਆਂ ਸੋਹਣੀਆਂ ਸਮਾਰਟ ਦੁਬਲੀਆਂ ਪਤਲੀਆਂ ਆਉਂਦੀਆਂ ਔਰ ਮੇਰੇ ਹੁੰਦੇ 5-10 ਸਾਲ 'ਚ ਉਹ ਵਿਚਾਰੀਆਂ ਨਹੀਂ ਤਾਂ ਉਸ ਤੋਂ ਦੁਰਦਾਨਾ ਭੱਟ ਸਾਹਿਬਾਂ ਵੀ ਹੁੰਦੀਆਂ ਸਨ, ਹੋਰ ਵੀ ਦੁਰਦਾਨਾ ਭੱਟ ਸਾਹਿਬਾਂ ਵੀ ਉਸੇ ਦੌਰ ਦੀਆਂ ਨਹੀਂ ਉਹ ਕਹਿੰਦੇ ਨੇ 5-7 ਸਾਲ 'ਚ ਉਹ ਮਾਸ਼ਾਅੱਲਾ ਸਿਹਤਮੰਦ ਹੋ ਅੱਛਾ 5-7 ਸਾਲ ਜੀ ਬੜੇ ਅੱਛੇ ਸੀ। ਮੈਂ ਇਹ ਦੱਸ ਰਿਹਾ ਕਿ ਮੈਂ ਮਤਲਬ ਕਈ ਐਕਟਰ ਨੂੰ ਦੇਖਿਆ, ਬਦਲੀ ਸਾਹਿਬ ਮਰਹੂਮ ਹੁਣ ਵੈਸੇ ਮੋਟੀਆਂ ਅਦਾਕਾਰਾਂ ਇਸ ਲਈ ਵੀ ਸ਼ਾਇਦ ਨਹੀਂ ਆ ਸਕਦੀਆਂ ਕਿ ਫੂਡ ਇਨਸਿਕਿਉਰਿਟੀ ਹੋ ਤੇ ਸ਼ਾਇਦ ਦੇਖੋ ਗੱਲ ਇਹ ਹੈ ਕਿ ਓਬੈਸਿਟੀ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਜੀ। ਅਸੀਂ ਓਬੈਸਿਟੀ ਹੈ ਸਾਡੇ ਮੁਲਕ 'ਚ, ਸਾਡੇ ਤੇ ਕਿੰਨੇ ਇਸ਼ੂ ਨੇ ਮੈਡਮ ਸਾਹਿਬਾ, ਕਿੰਨੇ ਇਸ਼ੂਜ਼ ਨੇ ਸਾਡੇ, ਲੇਕਿਨ ਉਹਨੂੰ ਐਡਰੈਸ ਕੌਣ ਕਰਦਾ ਪਿਆ? ਅੱਛਾ, ਉਹਨਾਂ ਦੇ ਵਿੱਚੋਂ ਤੁਹਾਡੀ ਪਸੰਦੀਦਾ ਅਦਾਕਾਰਾ ਕਿਹੜੀ? ਮੇਰੀ ਦੇਖੋ ਉਹਦੇ ਵਿੱਚ ਮੈਂ ਜਿਹੜੀ ਅਦਾਕਾਰਾ ਮੇਰੀ ਮਤਲਬ ਕਿ ਮੈਂ ਪਹਿਲੀ ਸੀਰੀਅਲ 'ਚ ਕੰਮ ਕੀਤਾ ਸੀ, ਉਹ ਖੂਬਸੂਰਤ ਬੜੀ ਸੀ ਲੇਕਿਨ ਅਦਾਕਾਰਾ ਅੱਛੇ ਨਹੀਂ ਸੀ। ਅੱਛਾ, ਸ਼ੀ ਵਾਜ਼ ਅ ਵੈਰੀ ਗੁੱਡ, ਮਤਲਬ ਉਹਨੇ ਮੁਕਾਬਲੇ ਹੁਸਨ 'ਚ ਵੀ ਹਿੱਸਾ ਲਿਆ। ਉਹ ਇੰਡੀਆ ਦੀ ਫਿਲਮ ਵੀ ਅਨੀਤਾ ਅਯੂਬ ਸੀ ਨਾ, ਹਾਂ ਯੈਸ ਉੱਥੇ ਗਈ ਜਨਾਬ ਇੰਡੀਆ 'ਚ, ਉਹਨੇ ਪ੍ਰੋਗਰਾਮ ਵੀ ਕੀਤੇ, ਉਹਦੀ ਦੇਵਾਨੰਦ ਦੀ ਫਿਲਮ 'ਚ ਵੀ ਕੰਮ ਕੀਤਾ। ਸ਼ੀ ਵਾਜ਼ ਵੈਰੀ ਬਿਊਟੀਫੁਲ। ਇਹ ਪ੍ਰੋਗਰਾਮ ਘਰ ਵੀ ਆਣਾ ਹੈ। ਉਹ ਮੇਰੀ ਬੇਗਮ ਸਾਹਿਬਾ ਜਦੋਂ ਮੈਂ ਕਰਾਚੀ ਗਿਆ ਨਾ, ਮੈਂ 3 ਮਹੀਨੇ ਕਰਾਚੀ ਸੀ ਸੀਰੀਅਲ ਕਰਨ ਵਾਸਤੇ ਗਿਆ, ਮੈਂ ਬਾਬੜਾ 'ਚ ਸੀ, 3 ਮਹੀਨੇ ਛੁੱਟੀ ਲੈ ਕੇ ਪ੍ਰੋਗਰਾਮ ਕੀਤਾ ਸੀ ਮੈਂ ਆ ਕੇ। ਤੇ ਉਦੋਂ ਸ਼ੀ ਵਾਜ਼ ਔਨ ਦੀ ਸੈਟ ਔਰ ਉਹ ਵੀ ਮੁਲਾਕਾਤ ਹੁੰਦੀ ਸੀ, ਕੋਈ ਰਾਤ ਸੀ ਖਾਣੇ ਤੇ ਇਕੱਠੇ ਹੋ ਜਾਂਦੇ ਸਾਰੇ ਮੇਰੇ ਮਿਲਾ ਕੇ, ਤੇ ਇੱਕ ਬੜਾ ਇੱਕ ਕਲਚਰਲ ਹਾਰਮਨੀ ਹੁੰਦੀ ਸੀ। ਇੱਥੇ ਜਿਹੜੀ ਅਦਾਕਾਰ ਮੈਂ ਨਿਗਤ ਭੱਟ ਸਾਹਿਬਾ ਹੁੰਦੀ ਕਿ ਯਾਰ ਇਹਨਾਂ ਨੂੰ ਆ ਕੇ ਬੜੇ ਪਿਆਰ ਮੁਹੱਬਤ ਨਾਲ ਗੱਲ ਕਰਨ ਵਾਲੀਆਂ। ਇੱਥੇ ਹੋਰ ਵਿਚਾਰੇ ਸੀ, ਜਿਵੇਂ ਮੇਕਅਪ ਰੂਮ 'ਚ ਵੜਦਾ ਸੀ ਮੈਂ ਆ ਕੇ, ਉਹ ਇੱਥੇ ਜ਼ੈਨਬ ਹੁੰਦੀ ਸੀ ਵਿਚਾਰੀ, ਫੌਤ ਹੋ ਗਈ ਆ ਕੇ, ਉਹ ਵੀ ਯਾਦ ਨਹੀਂ ਕਰਦੇ। ਨਈਮ ਭੱਟ ਸਾਹਿਬ ਦੀ ਸਿਸਟਰ ਜਿਹੜੀ ਸੀ ਉਹ ਇੱਥੇ ਹੁੰਦੇ ਸਨ ਆ ਕੇ, ਤੇ ਉਹ ਆਈ ਰਿਮੈਂਬਰ ਮੈਂ ਜਿਹੜੀ ਗੱਲ ਤੁਸੀਂ ਪੁੱਛਦੇ ਹੋ ਉਹਨਾਂ ਨੇ ਨਹੀਂ ਉਹਨਾਂ ਨੇ ਨਾ ਚੁੱਕੇ ਉਹਨਾਂ ਦਾ ਥੋੜਾ ਵਕਾਲਤ ਨਾਲ ਵੀ ਤਾਲੁਕ ਹੈ। ਕੁਝ ਵੀ ਨਾ ਕਹਿ ਵੀ ਗਏ, ਕੋਈ ਕਹਿ ਵੀ ਦਿੱਤਾ ਹੁਣ ਮੈਂ ਕੀ ਦੱਸਾਂ। ਅੱਛਾ ਬਾਸਾ ਸਾਹਿਬ, ਕਿਉਂਕਿ ਮੈਂ ਤੇ ਬਾਸਾ ਸਾਹਿਬ 3-4 ਸਾਲ ਅਸੀਂ ਇਕੱਠੇ ਵੀ ਰਹੇ ਟੈਕਸਟ ਬੁੱਕ ਬੋਰਡ 'ਚ, ਤੇ ਬਹੁਤ ਲਾਇਕ ਅਫਸਰ ਔਰ ਬਹੁਤ ਅੱਛੇ ਇਨਸਾਨ। ਜਿਸ ਤਰ੍ਹਾਂ ਸ਼ਗੁਫਤਾ ਤੁਸੀਂ ਇਹਨਾਂ ਦੇ ਮਿਜ਼ਾਜੀ ਦੇਖ ਰਹੇ ਹੋ ਕਿ ਖੂਬਸੂਰਤ ਗੁਫ਼ਤਗੂ ਵੀ ਕਰਨੀ, ਲੇਕਿਨ ਆਪਣੇ ਕੰਮ ਦੇ ਵੀ ਬੜੇ ਮਾਹਰ, ਉਹਦੇ 'ਚ ਵੀ ਕੋਈ ਇਹਨਾਂ ਨੇ ਨਹੀਂ ਹੋਣ ਦੇਣਾ। ਤੇ ਮੈਂ ਇੱਕ ਵਾਰੀ ਪਿਛਲੇ ਦਿਨਾਂ 'ਚ ਮੈਂ ਇਹਨਾਂ ਨੂੰ ਕਿਹਾ, ਬਲਕਿ ਮੈਂ ਕਿਹਾ ਤੁਸੀਂ ਕਿਉਂ ਨਹੀਂ ਡਰਾਮਾ ਕਰਦੇ ਨਾ ਟੈਕਸਟ ਬੁੱਕ ਬੋਰਡ 'ਚ? ਇਹਨਾਂ ਨੇ ਕਿਹਾ ਨਹੀਂ, ਬੇਗਮ ਹੁਣ ਇਜਾਜ਼ਤ ਨਹੀਂ ਦਿੰਦੀ। ਸਹੀ ਹੈ ਨਾ। ਬਲਕਿ ਡਾਕਟਰ ਸਾਹਿਬ ਹੁਣ ਤੇ ਵੈਸੇ ਮਾਹੌਲ ਬਣਿਆ ਇਸ ਗੱਲ ਦਾ, ਤੁਸੀਂ ਵੀ ਅੱਜ ਦੱਸ ਦਿਓ। ਤੁਹਾਡੇ ਨਾਲ ਹਮੇਸ਼ਾ ਅਸੀਂ ਸੂਫੀਜ਼ਮ ਦੀ ਗੱਲਾਂ ਕੀਤੀਆਂ ਨੇ ਕਿ ਤੁਹਾਡੇ ਕਿਹੜੇ ਪਸੰਦੀਦਾ ਅਦਾਕਾਰ ਰਹੇ ਨੇ ਜਵਾਨੀ ਦੇ ਦਿਨਾਂ ਦੇ ਵਿੱਚ, ਜਿਹੜੇ ਟੀਵੀ ਤੇ ਅਪੀਅਰ ਹੁੰਦੇ ਰਹੇ ਔਰ ਫਿਲਮ ਦੇ ਵਿੱਚ ਅਪੀਅਰ ਹੁੰਦੇ ਰਹੇ? ਇਹ ਬੜੀ ਗਲਤ ਗੱਲ ਹੈ ਕਿਸੇ ਔਰਤ ਨੂੰ ਕਹਿਣਾ ਜਵਾਨੀ ਦੇ, ਔਰਤ ਹਮੇਸ਼ਾ ਜਵਾਨ ਹੁੰਦੀ ਹੈ ਮਾਸ਼ਾਅੱਲਾ। ਕਿਉਂ ਜੀ ਖਿਆਲ ਜਵਾਨ ਚੱਲਦੀ ਹੋਈ ਜਵਾਨੀ ਕਹਿ ਰਹੇ ਤੁਸੀਂ ਟੀਵੀ ਦੇ ਅਦਾਕਾਰ ਦੀ ਗੱਲ ਕਰ ਰਹੇ ਹੋ, ਫਿਲਮ ਦੇ ਅਦਾਕਾਰ ਦੀ ਗੱਲ ਕਰ ਰਹੇ ਹੋ। ਇਹ ਵੀ ਦੇਖੋ ਨਾ, ਨਦੀਮ ਵਹੀਦ ਮੁਰਾਦ ਮੇਰੇ ਤੇ ਉਹ ਅਦਾਕਾਰ ਹੁੰਦੇ ਸੀ ਯਾਰ। ਬਿਲਕੁਲ ਨਹੀਂ, ਟੈਲੀਵਿਜ਼ਨ ਤੇ ਵੀ ਖੂਬਸੂਰਤ ਅਦਾਕਾਰ ਲੋਕਾਂ ਨੇ ਵੇਖੇ ਔਰ ਅੱਛੀ ਪਰਫਾਰਮੈਂਸ ਉਹਨਾਂ ਦੀ ਰਹੀ। ਪੀਟੀਵੀ ਦੇ ਅਦਾਕਾਰ ਜਿਹੜੇ ਪੁਰਾਣੇ ਨੇ ਉਹਨਾਂ ਚ ਕਿਹੜੇ? ਅੱਛਾ, ਪਸ਼ਾਵਰ ਦੇ ਅਦਾਕਾਰ ਸਨ ਮੇਰੇ ਹਾਲੇ ਜਵਾਨ ਹੀ ਫੌਤ ਹੋ ਗਏ ਨੇ, ਉਹ ਅਜਬ ਗੁੱਲ ਵੀ ਮੈਨੂੰ ਬੜੇ ਪਸੰਦ ਨੇ। ਉਹ ਜ਼ਿੰਦਾ ਨੇ? ਹਾਂ, ਨਹੀਂ ਉਹਨਾਂ ਨਾਲ ਤੇ ਮੇਰੀ ਗੱਲ ਵੀ ਹੁੰਦੀ ਰਹਿੰਦੀ ਹੈ। ਔਰ ਪਲੇਅਰਸ ਤੁਹਾਡੇ ਪਸੰਦੀਦਾ ਕਿਹੜੇ ਮੈਡਮ ਰਹੇ ਨੇ? ਮੈਂ ਨਾ ਪੀਟੀਵੀ ਦਾ ਡਰਾਮਾ 8 ਵਜੇ ਨਾ ਤੱਕਾਂ ਨਾ ਤੇ ਮੇਰੀ ਨੀਂਦ ਨਹੀਂ ਮੈਨੂੰ ਆਉਂਦੀ, ਮੇਰੀ ਰੋਟੀ ਨਹੀਂ ਹਜ਼ਮ ਹੁੰਦੀ। ਮਤਲਬ ਮੈਂ ਇਤਨੀ ਐਡਿਕਟਡ ਕਿਸਮ ਦੀ ਪੀਟੀਵੀ ਦੇ ਡਰਾਮੇ ਦੀ ਹਾਂ। ਔਰ 8 ਵਜੇ ਦਾ ਡਰਾਮਾ ਮੈਂ ਤੱਕ ਜਿੰਨੇ ਵੀ ਡਰਾਮੇ ਪੀਟੀਵੀ ਦੇ ਹਨ ਮੈਂ ਸਾਰੇ ਤੱਕੇ। ਵਰਥ ਸੀਇੰਗ ਸੀ। ਬਲਕਿ ਤੁਸੀਂ ਪੀਟੀਵੀ ਵਾਸਤੇ ਲਿਖਿਆ ਵੀ ਹੈ, ਈਦ ਦਾ ਖੇਡ ਵੀ ਇੱਕ ਲਿਖਿਆ ਤੁਸੀਂ। ਤੇ ਮੈਂ ਪੀਟੀਵੀ ਨਾਲ ਬੜੀ ਮੇਰੀ ਜੁੜਤ ਵੀ ਹੈ। ਔਰ ਮੈਂ ਸਾਹਮਣੇ ਜਿਸ ਤਰ੍ਹਾਂ ਉਹਨੇ ਬਾਸਤ ਖਾਨ ਸਾਹਿਬ ਕਹਿ ਰਹੇ ਸੀ ਕਿ ਪੀਟੀਵੀ ਨੇ ਐਜੂਕੇਟ ਕੀਤਾ ਹੈ ਲੋਕਾਂ ਨੂੰ ਔਰ ਇਸ਼ੂਜ਼ ਤੇ ਗੱਲ ਕੀਤੀ ਹੈ ਜਿਨ੍ਹਾਂ ਤੇ ਕੋਈ ਚੀਜ਼ ਨਹੀਂ ਕਰਦੀ। ਅੱਜ ਦਾ ਡਰਾਮਾ ਜਿਹੜਾ ਅਸੀਂ ਤੱਕਨੇ ਆ ਉਹਦੇ ਵਿੱਚ ਇੱਕ ਸਾਨੂੰ ਅੱਲਾ ਗੁੱਲਾ ਨਜ਼ਰ ਆਉਂਦਾ ਹੈ, ਉਹ ਇੱਕੋ ਹੀ ਕਮਰੇ 'ਚ ਬਹਿ ਕੇ ਉੱਥੇ ਗਲੈਮਰ ਅੱਛੇ ਸੈੱਟ ਨਜ਼ਰ ਆਣਗੇ, ਅੱਛੀ ਗੱਡੀਆਂ ਨਜ਼ਰ ਆਣਗੀਆਂ, ਜੁਐਲਰੀ ਨਜ਼ਰ ਆਏਗੀ, ਲੇਕਿਨ ਕਹਾਣੀ ਕੋਈ ਨਹੀਂ ਨਾ, ਕਹਾਣੀ ਕੋਈ ਨਹੀਂ, ਕਹਾਣੀ ਕੋਈ ਗਿਣੀਆਂ ਚੁਣੀਆਂ ਕਹਾਣੀਆਂ ਬਸ ਘਰੇਲੂ ਸਿਆਸਤ ਦੇ ਸੱਸ ਤੇ ਨੰਦ ਤੇ ਦੇਵਰ ਤੇ ਸਹੇਲੀਆਂ ਤੇ ਉਹ ਸਾਜ਼ਿਸ਼ਾਂ। ਲੇਕਿਨ ਉਹ ਜਿਹੜੀ ਅਸਲ ਕਹਾਣੀ ਹੈ ਜਿਹੜੀ ਐਜੂਕੇਟ ਕਰਦੀ ਹੈ ਤੁਹਾਨੂੰ ਕੋਈ ਨਵਾਂ ਮੈਸੇਜ। ਕਿਉਂਕਿ ਮੈਂ ਬਾਸਤ ਖਾਨ ਸਾਹਿਬ ਮੇਰਾ ਪਿੰਡ ਨਾਲ ਤਾਲੁਕ ਹੈ ਔਰ ਮੈਂ ਇਹੋ ਜਿਹੇ ਟੀਵੀ ਦੇ ਡਰਾਮੇ ਦੇਖੇ ਕਿ ਜਿਹਦੇ ਵਿੱਚ ਬੇਟੀਆਂ ਨੂੰ ਪੜ੍ਹਾਉਣ ਦੇ ਹਵਾਲੇ ਨਾਲ ਔਰ ਲੋਕਾਂ ਨੇ ਦੇਖ ਕੇ ਤੇ ਆਪਣੀਆਂ ਬੇਟੀਆਂ ਨੂੰ ਸਕੂਲਾਂ 'ਚ ਦਾਖਲ ਕਰਾਇਆ ਕਿ ਇਹ ਗੱਲ ਦੇਖੋ ਡਰਾਮੇ 'ਚ ਕਿਤਨੇ ਅੱਛੇ ਤਰੀਕੇ ਨਾਲ ਕੀ ਗਈ ਕਿ ਬੇਟੀਆਂ ਨੂੰ ਪੜ੍ਹਾਉਣਾ ਕਿਤਨਾ ਜ਼ਰੂਰੀ ਹੈ। ਇਸ ਲਈ ਅੱਜ ਵੀ ਇਹ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਡਰਾਮੇ ਬਣਨ। ਬਸ ਉਹ ਇਸ਼ਫਾਕ ਸਾਹਿਬ ਦੇ ਬਾਨੋ ਕੁਸੇ ਯਾਦ ਆਉਂਦੇ ਨੇ, ਅਮਜਦ ਇਸਲਾਮ ਅਮਜਦ ਉਹ ਵੀ ਲਿਖਦੇ ਪਏ। ਨਹੀਂ, ਮੇਰੇ ਖਿਆਲ ਹੈ ਕਿ ਡਰਾਮੇ ਬਣਨਗੇ ਤਾਂ ਲਿਖਣ ਵਾਲੇ ਬਥੇਰੇ ਨੇ। ਨਹੀਂ ਮੈਡਮ ਨਹੀਂ ਲਿਖਦੇ ਹੋਣਾ। ਸ਼ੁਰੂਆਤ ਹੋਣਗੀਆਂ ਤੇ ਸ਼ਾਇਦ ਮੁਸਤਨਸਨ ਤਾਰੜ ਸਾਹਿਬ ਮੈਂ ਮਾਡਰਨ ਪਾਰਕ ਵਾਕ ਕਰਨ ਜਾਣਾ, ਬਾਹਰ ਨਿਕਲੇ ਸਵੇਰ ਦੇ ਟਾਈਮ ਤੇ ਆ ਵੀ ਹੀਰੋ ਕੀ ਹਾਲ ਨੇ? ਮੈਂ ਕਿਹਾ ਜੀ ਠੀਕ ਠਾਕ ਖਰੀਦਣਾ। ਮੈਂ ਕਿਹਾ ਸਰ ਤੁਸੀਂ ਮਾਸ਼ਾਅੱਲਾ ਠੀਕ ਠਾਕ ਹੋ, ਕੋਈ ਸੀਰੀਅਲ ਲਿਖੋ ਤੁਸੀਂ ਤੇ ਬੜੇ। ਉਹ ਨਹੀਂ ਯਾਰ, ਉਹਦਾ ਬੇਟਾ ਵੀ ਮਾਸ਼ਾਅੱਲਾ CSP ਚਲੇ ਗਏ ਨੇ। ਉਹਨਾਂ ਦੇ ਇਲਾਵਾ ਜਿਹੜੇ ਤਾਲੁਕ ਕਾਸ਼ਮੀਰ ਦਾ ਬੇਟਾ ਵੀ। ਬਾਸਤ ਸਾਹਿਬ ਇੱਕ ਹੋਰ ਚੀਜ਼ ਸੀ ਕਿ ਜਿਹੜੇ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ, ਉਦੋਂ ਜਿਹੜੇ ਪ੍ਰੋਡਿਊਸਰ ਸਨ ਪੀਟੀਵੀ ਦੇ, ਉਹ ਟੈਲੈਂਟ ਹੰਟਿੰਗ ਕਰਦੇ ਸਨ, ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਸੀ। ਜਿਵੇਂ ਰੇਸ਼ਮਾ ਜੀ ਤਲਾਸ਼ ਹੋਈਆਂ, ਖੂਬਸੂਰਤ ਆਵਾਜ਼,
ਇਸੇ ਤਰ੍ਹਾਂ ਉਹ ਹੰਟਿੰਗ ਕਰਦੇ ਸਨ ਕਿ ਅਦਾਕਾਰੀ ਲਈ ਕਿਹੜਾ ਕਰੈਕਟਰ ਸੂਟ ਕਿਹਦੇ ਤੇ ਕਰ ਸਕਦਾ ਹੈ, ਜਾਂ ਉਹਨਾਂ ਦੀ ਇੱਕ ਅੱਖ ਹੁੰਦੀ ਸੀ ਪਰਖਣ ਵਾਲੀ। ਇਸੇ ਤਰ੍ਹਾਂ ਰਾਈਟਰ ਵੀ ਉਹ ਲੱਭ ਕੇ ਨਵੇਂ ਮੁੰਡੇ ਕੁੜੀਆਂ ਨੂੰ ਚਾਂਸ ਦੇਣਾ, ਉਹਨਾਂ ਕੋਲ ਛੋਟੇ ਛੋਟੇ ਕੰਮ ਪਹਿਲੇ ਕਰਾਣੇ, ਫਿਰ ਉਹਨਾਂ ਨੂੰ ਪਾਲਿਸ਼ ਕਰਨਾ, ਉਹ ਜਾਂ ਫਿਰ ਬੋਲਡ ਅੰਦਾਜ਼ ਨਾਲ ਵੀ ਕੀਤਾ ਗਿਆ ਕੰਮ ਹੈ ਬਹੁਤ ਜ਼ਿਆਦਾ। ਬਾਜ਼ੂ ਕਾ ਇਸ਼ਫਾਕ ਸਾਹਿਬ ਫਿਰਦੌਸ ਜਮਾਲ ਸਾਹਮਣੇ ਲਿਖ ਰੱਖ ਕੇ ਰੋਲ ਕਰ ਦਿੰਦੇ ਸੀ। ਖਾਤੂਨ ਹੁੰਦੇ ਸੀ, ਉਹ ਬੜੀ ਸਟਿਲ ਸ਼ੀ ਇਜ਼ ਅਲਾਈਵ, ਬੜੀ ਉਹਨੇ ਕਰੈਕਟਰ ਰੋਲ ਕੀਤੇ ਨੇ। ਅਸ਼ਫਾਕ ਸਾਹਿਬ ਤੇ ਅੱਧੀ ਡਾਇਰੈਕਸ਼ਨ ਵੀ ਵਿੱਚ ਲਿਖ ਦਿੰਦੇ ਸੀ ਕਿ ਫਲਾਣੇ ਦਰਖਤ ਦੇ ਥੱਲੇ ਅਗਰ ਸ਼ੂਟ ਕਰ ਲਿਆ ਜਾਏ ਤੇ ਬਿਹਤਰ ਹੋਏਗਾ। ਹਾਂ, ਉਹ ਜਿਹੜੇ ਸਾਡੇ ਉਹ ਅਨਵਰ ਡਾਇਰੈਕਟਰ ਲਈ ਸਜਾਦ ਛੱਡਦੇ ਕੱਖ ਨਹੀਂ ਸੀ। ਡਾਕਟਰ ਅਨਵਰ ਸਜਾਦ ड्रामाई तश्कील ख़त्म सी उन्हें आके सीन सफ़े डायलॉग होने अद्धे सफ़े जनाब उन्हें लिखन लाइट जल रही है, धीमी धीमी लाइट जल रही है, दरमियान में से वो नज़र आ रहा है, वो पता पड़ता है सारा आके। मतलब एक ये देखो असी गल्लां दे ड्रामे दे भी कीतियां, बहुत से इस प्रोग्राम च इशूज़ कीते ने आके। मैं एक ज़माने च DG पैमरा भी रहा, डायरेक्टर जनरल पैमरा रहा, मैं तकरीबन 4 साल पैमरा रहा। मैं फिर भी ड्रामा कदे नहीं किया, उसके बावजूद भी 2007-8 तो 11 तक मैं रहा। मीडिया ਜਿਹੜਾ ਹੈ ਨਾ ਸਿਰ ਅਸੀਂ ਮੀਡੀਆ ਦੀ ਗੱਲ ਕਰ ਰਹੇ ਨਾ, ਐਂਟਰਟੇਨਮੈਂਟ ਮੀਡੀਆ ਦੀ ਗੱਲ ਕਰਦੇ ਪਏ ਹਾਂ, ਲੇਕਿਨ ਅਦਰਵਾਈਜ਼ ਡਾਕਟਰ ਸਾਹਿਬ ਜਿਹੜਾ ਮੀਡੀਆ ਸਾਡਾ ਹੈਗਾ ਖੁਦਾ ਦੇ ਵਾਸਤੇ ਤਾਂ ਕੋਈ ਤੁਸੀਂ ਗੱਲ ਕਰ ਲਓ ਯਾਰ ਰਸਤੇ ਆ ਕੇ। ਤੁਸੀਂ ਉਹਨੂੰ, ਮੇਰਾ ਮਤਲਬ ਹੈ ਕਿ ਜਿਹੜੀ ਇਸ ਵੇਲੇ ਉਸਤਾਦ ਸਾਡੇ ਮੁਲਕ ਤੇ ਪਈ ਹੈ ਆ ਕੇ, ਤੁਸੀਂ ਦੇਖੋ ਕਿੰਨੇ ਚੈਨਲਸ ਨੇ ਜਿਹੜੇ ਕਿ ਉੱਥੇ ਸਰਾਬਾਂ ਜਾ ਰਹੇ ਨੇ। ਬੜੀ ਅੱਛੀ ਗੱਲ ਕੀਤੀ ਉਹਨਾਂ ਨੇ ਕਿ ਅੱਗੇ ਕੈਮਰਾਮੈਨ ਔਰ ਸਾਰੇ ਉੱਥੇ ਜਾ ਕੇ ਪ੍ਰੋਗਰਾਮ ਕਰਦੇ ਹੁੰਦੇ ਸਨ। ਇਹ ਬੜੀ ਗੱਲ ਤੁਸੀਂ ਹੁਣ ਕੋਈ ਨਹੀਂ ਕਰਦੇ, ਔਰ ਇਹ ਬੜਾ ਦੁੱਖ ਵਾਲੀ ਗੱਲ ਹੈ ਕਿ ਮੀਡੀਆ ਸੋਚੇ, ਮੀਡੀਆ ਇਸ ਤੇ ਗੱਲ ਕਰੇ, ਕੋਈ ਡਾਇਲੌਗ ਨਹੀਂ ਹੁੰਦਾ। ਬਿਲਕੁਲ। ਹੁਣ ਦੇਖੋ ਨਾ, ਤੁਸੀਂ ਗੱਲ ਕਰਦੇ ਨੇ ਕਿ ਅੱਜ ਕੱਲ੍ਹ ਉਹ ਜਿਹੜੀ ਅਬਿਊਜ਼ਿਵ ਲੈਂਗੁਏਜ ਸਾਡੀਆਂ ਇੱਕ ਦੂਜੇ ਦੇ ਖਿਲਾਫ ਹੋ ਰਹੀਆਂ ਆ ਕੇ, ਟੋਲਰੈਂਸ ਨਹੀਂ ਹੈਗੀ, ਬਰਦਾਸ਼ਤ ਦਾ ਕਲਚਰ ਖਤਮ। ਬਿਲਕੁਲ ਬਾਸੀ ਸਾਹਿਬ, ਬਿਲਕੁਲ ਅੱਛੀ ਤੁਸੀਂ ਗੱਲ ਕੀਤੀ ਹੈ ਔਰ ਅਹਿਮ ਮੁੱਦਿਆਂ ਵੱਲ ਤੁਸੀਂ ਧਿਆਨ ਦਵਾਇਆ ਕਿ ਇੱਕ ਤੇ ਔਨ ਸਪੌਟ ਜਿਹੜੀ ਕਵਰੇਜ ਉਹ ਵੀ ਨਹੀਂ ਹੋ ਰਹੀ, ਔਰ ਟੋਲਰੈਂਸ ਜਿਹੜੀ ਉਹ ਇਨਟੋਲਰੈਂਸ 'ਚ ਬਦਲ ਗਈ ਹੈ। ਥੋੜਾ ਅਮਨ ਅਮਾਨ ਸਾਡਾ ਖਰਾਬ ਹੋ ਗਿਆ। ਆਸ ਉਮੀਦ ਹੀ ਰੱਖਦੇ ਹਾਂ ਕਿ ਅਸੀਂ ਬਿਹਤਰ ਰਾਹ ਵੱਲ ਵੱਧ ਜਾਈਏ ਔਰ ਅੱਛਾ ਪਾਕਿਸਤਾਨ ਔਰ ਮੁਸਤਕਬਲ 'ਚ ਸਾਡੀ ਜਿਹੜੀ ਅਗਲੀ ਪੀੜ੍ਹੀਆਂ ਨੇ ਔਰ ਸੋਹਣੇ ਪਾਕਿਸਤਾਨ 'ਚ ਸਾਹ ਲੈਣ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਆਏ, ਟਾਈਮ ਕੱਢਿਆ ਔਰ ਸਾਨੂੰ ਬਾਹਰ ਦੇ ਮੁਲਕਾਂ ਦੀ ਵੀ ਸੈਰ ਕਰਾਈ ਔਰ ਪਾਕਿਸਤਾਨ ਦੀ ਵੀ। ਬਾਸਤ ਖਾਨ ਸਾਹਿਬ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ। ਅਸੀਂ ਬਹੁਤ ਜ਼ਿਆਦਾ ਮੁਲਕੀ ਔਰ ਇੰਟਰਨੈਸ਼ਨਲ ਮੌਜ਼ੂ ਵੀ ਜ਼ੇਰੇ ਬਹਿਸ ਲਿਆਂਦੇ ਔਰ ਇਹ ਤੁਹਾਡਾ ਕਮਾਲ ਹੈ ਕਿ ਤੁਸੀਂ ਸਾਨੂੰ ਉਸ ਪਾਸੇ ਲੈ ਗਏ ਔਰ PTV ਦੇ 골ਡਨ ਡੇਜ਼ ਅਸੀਂ ਯਾਦ ਕੀਤੇ, ਤੁਹਾਡੀ ਅਦਾਕਾਰੀ ਦੇ ਦਿਹਾੜੇ ਔਰ ਉਹ ਸਾਰਾ ਕੁਝ ਵੀ ਅਸੀਂ ਥੋੜਾ ਜਿਹਾ ਫਰੋਲਣ ਦੀ ਕੋਸ਼ਿਸ਼ ਕੀਤੀ। ਥੈਂਕ ਯੂ ਸੋ ਮਚ। ਖੁਸ਼ੀ ਹੈ ਜੀ ਇੱਥੇ ਆ ਕੇ ਤੁਹਾਡੇ ਨਾਲ ਬੈਠ ਕੇ, ਮੈਨੂੰ ਬੜਾ ਅੱਛਾ ਲੱਗਿਆ ਹੈ, ਖਾਸ ਤੌਰ ਤੇ ਪੁਰਾਣੇ ਦੋਸਤਾਂ ਨੂੰ ਮਿਲ ਕੇ, ਪੁਰਾਣੇ ਪ੍ਰੋਡਿਊਸਰਾਂ ਨੂੰ ਮਿਲ ਕੇ, ਜਿਹੜੇ ਇੱਕ ਦੋ ਸਾਡੇ ਦੋਸਤ ਨੇ ਯਾਦ, ਯਕੀਨ ਜਾਣੋ ਫੈਕਚੁਅਲ ਗੱਲ ਦੱਸ ਰਹੇ ਹਾਂ, ਮਜ਼ਾਕ ਤੋਂ ਇਲਾਵਾ ਆ ਕੇ ਕਿ ਉਹ ਜੋ ਤੁਸੀਂ ਨੋਸਟੈਲਜਿਕ ਦੀ ਗੱਲ ਕੀਤੀ ਨਾ, ਉਹ ਫਲੈਸ਼ਬੈਕ 'ਚ ਇਨਸਾਨ ਚਲਾ ਜਾਂਦਾ ਹੈ। ਮੈਂ ਸਫਦਰ ਨੂੰ ਸੈਰ ਨੂੰ ਦੇਖਿਆ, ਮੈਂ ਕਿਹਾ ਯਾਰ ਤੂੰ ਮਾਸ਼ਾਅੱਲਾ ਤੇ ਰੰਗ ਬਿਲਕੁਲ ਉਸੇ ਤਰ੍ਹਾਂ ਗੋਰਾ ਜਿਹੜਾ, ਵਰਨਾ ਆਈ ਮੀਟਿੰਗ ਆਫਟਰ 20-25 ਇਅਰਸ, ਤੇ ਉਹਦੇ ਬਾਅਦ ਮੈਨੂੰ ਦੇਖ ਰਿਹਾ ਤੇ ਮਾਸ਼ਾਅੱਲਾ ਹੀ ਇਜ਼ ਡੂਇੰਗ ਫਾਈਨ ਜੀ। ਸਫਦਰ ਸਾਹਿਬ ਸਾਡੇ ਐਵਰ ਲਾਸਟਿੰਗ ਐਵਰਗ੍ਰੀਨ ਪ੍ਰੋਡਿਊਸਰ ਤੋਂ ਬਾਅਦ ਹੁੰਦਾ ਨੇ ਏਜ ਦੇ ਨਾਲ ਆਦਮੀ ਦੇ ਚਿਹਰੇ ਤੇ ਮੁਰਝਾਈ ਜੀ ਆ ਜਾਂਦੀ ਹੈ। ਮਾਸ਼ਾਅੱਲਾ ਇਜ਼ ਫਰੈਸ਼ ਆਗਾ ਕੈਸਰ ਅਗੇਨ ਤੇ ਬਾਅਦ ਮਾਸ਼ਾਅੱਲਾ ਅੱਲਾਹ ਤਾਲਾ ਸਭ ਨੂੰ ਸਲਾਮਤ ਰੱਖੇ ਜੀ, ਤੁਹਾਨੂੰ ਵੀ ਸਲਾਮਤ ਰੱਖੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ। ਜਿਹੜੀਆਂ ਰਹਿ ਗਈਆਂ ਨੇ ਅਗਲੇ ਕਿਸੇ ਪ੍ਰੋਗਰਾਮ 'ਚ ਬਹਿ ਕੇ ਕਰਾਂਗੇ, ਢੇਰਾਂ ਸਾਰੀਆਂ ਰਹਿ ਜਾਂਦੀਆਂ ਨੇ ਹਮੇਸ਼ਾ ਹੀ ਜੀ। ਨਾਜ਼ਰੀਨ ਸਾਹਿਬ, ਮੈਂ ਤੇ ਨਾਜ਼ਰੀਨ ਨੂੰ ਇਹ ਕਹਿਣਾ ਚਾਹਾਂਗੀ ਕਿ ਮੈਡਮ ਔਰ ਬਾਸਿਤ ਸਾਹਿਬ ਦੀਆਂ ਗੱਲਾਂ ਚੋਂ ਜੋ ਸਬਕ ਇਸ ਸਾਰੇ ਪ੍ਰੋਗਰਾਮ ਚੋਂ ਮੈਂ ਲਿਆ, ਉਹਦਾ ਤਾਂ ਮਤਲਬ ਇਹੀ ਨਿਕਲਦਾ ਹੈ ਕਿ ਜ਼ਿੰਦਗੀ ਦੀਆਂ ਜੰਗਾਂ ਜਿੱਤਣ ਲਈ ਬੜੀ ਹਿੰਮਤ ਦੀ ਲੋੜ ਹੁੰਦੀ ਹੈ, ਸਿਰਫ ਰੋਲੇ ਪੈਣ ਨਾਲ ਕੁਛ ਨਹੀਂ ਹੁੰਦਾ। ਤੇ ਇਸੇ ਬਾਰੇ ਜਿਵੇਂ ਬਾਬਾ ਨਜਮੀ ਕਹਿੰਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਫਾੜ ਕੇ ਪੱਤਰਾਂ ਦਾ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ। ਜੀ ਬਿਲਕੁਲ ਇਸੇ ਪੋਜ਼ਿਟਿਵ ਗੱਲ ਦੇ ਨਾਲ ਅੱਜ ਦਾ ਪ੍ਰੋਗਰਾਮ ਇਖਤਤਾਮ ਕਰਨੇ ਆ। ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਉਹ ਜ਼ਰੂਰ ਲਿਖਣਾ, ਮਾੜੀ ਲੱਗੀ ਚਲੋ ਥੋੜੀ ਜਿਹੀ ਵੀ ਲਿਖ ਦੇਣਾ। ਥੱਲੇ ਜਿਹੜਾ ਐਡਰੈਸ ਹੈ ਉਹ ਚੱਲਦਾ ਪਿਆ ਔਰ ਈਮੇਲ ਵੀ ਤੁਸੀਂ ਪਾ ਸਕਦੇ ਹੋ ਔਰ ਦੱਸ ਸਕਦੇ ਹੋ ਪ੍ਰੋਗਰਾਮ ਕਿਹਦਾ ਲੱਗਾ ਔਰ ਮਜ਼ੀਦ ਇਹਦੇ ਵਿੱਚ ਕੀ ਵੇਖਣਾ ਚਾਹੁੰਦੇ ਹੋ। ਜਾਂਦੀ ਵਾਰੀ ਅਸੀਂ ਹਮੇਸ਼ਾ ਇੱਕ ਸ਼ੇਰ ਦੁਹਰਾਉਂਦੇ ਹਾਂ, ਉਹ ਦੁਹਰਾ ਦਾਂਗੇ ਕਿ ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰੱਖਾ। ਰੱਬ ਰੱਖਾ।